ਜਹਾਜ਼ ਜਿਹੜਾ ਹਾਈਜੈਕ ਕੀਤਾ ਗਿਆ, ਕਿੰਨੇ ਜਣੇ ਸੀ ਉਹਦੇ ਵਿੱਚ, ਕਿਹੜੀ ਸੰਤਾਂ ਦੀ ਗ੍ਰਿਫਤਾਰੀ ਦੇ ਰੋਸ ਦੇ ਵਿੱਚ ਕੀਤਾ ਗਿਆ, ਕਦੋਂ ਕੀਤਾ ਗਿਆ, ਉਹ ਘਟਨਾ ਕਿਹੜੀ ਸੀ? ਤੇ ਬਾਬਾ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਵਜੋਂ ਤੇ ਚੌਂਕ ਮੇ ਤੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਜਾਂ ਹੋਰ 47 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਜਾਤੀਆਂ ਹੋਈਆਂ, ਉਸ ਦੇ ਰੋਸ ਵਜੋਂ ਅਸੀਂ ਐਜ਼ ਏ ਪ੍ਰੋਟੈਸਟ ਹਾਈਜੈਕਿੰਗ ਕੀਤੀ ਹੈ। 5 ਸਿੰਘ ਸੀਗੇ ਤੇ ਗੁਰੂ ਦੀ ਕਿਰਪਾ ਨਾਲ 5 ਸਿੰਘਾਂ ਨੇ ਅਸੀਂ ਉਸ ਹਾਈਜੈਕਿੰਗ ਕੀਤੀ ਆ। ਹਾਈਜੈਕਿੰਗ ਕਰਕੇ ਪਾਕਿਸਤਾਨ ਚਲੇ ਗਏ। ਇਹ ਪੂਰੀ ਪਲੈਨਿੰਗ ਕਿਵੇਂ ਕੀਤੀ ਜੀ? ਸਾਡੇ ਕੋਈ ਕਿਸੇ ਨਾਲ ਪਹਿਲਾਂ ਸੰਬੰਧ ਨਹੀਂ ਸੀਗੇ। ਹਾਈਜੈਕਿੰਗ ਦੀ ਪਲੈਨਿੰਗ ਭਾਈ ਗਜਿੰਦਰ ਸਿੰਘ ਇਹਨਾਂ ਨੇ ਬਣਾਈ ਜਾਂ ਹੋਰ ਸਿੰਘਾਂ ਨੇ ਬਣਾਈ, ਉਹਦੇ ਬਾਰੇ ਮੈਂ ਕੁਝ ਨਹੀਂ ਜ਼ਿਕਰ ਕਰ ਸਕਦਾ, ਨਾ ਮੈਨੂੰ ਪਤਾ। ਸਾਡੀ ਕਿਸੇ ਪੈਸੇਂਜਰ ਨਾਲ ਕੋਈ ਦੁਸ਼ਮਣੀ ਨਹੀਂ। ਸਾਨੂੰ ਹਦਾਇਤ ਦਿੱਤੀ ਗਈ ਵੀ ਕਿਸੇ ਨੂੰ ਕੁਝ ਨਹੀਂ ਕਹਿਣਾ, ਟੱਚ ਨਹੀਂ ਕਰਨਾ ਜਿੰਨਾ ਜੇ ਤੁਹਾਨੂੰ ਕੁਝ ਨਹੀਂ ਕਹਿੰਦਾ। ਕੋਆਪਰੇਟ ਕਰੋ ਵੀ ਸਾਡੀ ਤਾਂ ਐਜ਼ ਏ ਪ੍ਰੋਟੈਸਟ ਹਾਈਜੈਕਿੰਗ ਹੈ। ਦੁਨੀਆ ਸਾਡੇ ਸਿੱਖ ਕੌਮ ਤੇ 47 ਤੋਂ ਲੈ ਕੇ ਹੁਣ ਤੱਕ ਜ਼ੁਲਮ ਹੋ ਰਿਹਾ, ਤਸ਼ੱਦਦ ਹੋ ਰਿਹਾ। ਅਸੀਂ ਆਪਣਾ ਹੱਕ ਮੰਗਦੇ ਹਾਂ। ਤੇ ਉਸ ਤੋਂ ਬਾਅਦ ਜਦੋਂ ਅਸੀਂ ਜਹਾਜ਼ 'ਚ ਗਏ, ਅਸੀਂ ਸਾਡੇ ਕੋਲ ਤਾਂ ਫਰੂਟ ਸੀਗਾ, ਸੇਬ ਸੀ ਤੇ ਅਮਰੂਦ ਸੀਗੇ। ਤੁਸੀਂ ਕਿਹਾ ਕਿ ਤੁਹਾਡੇ ਕੋਲ ਸੇਬ ਤੇ ਅਮਰੂਦ ਸੀ, ਤਾਂ ਸੇਬ ਤੇ ਅਮਰੂਦਾਂ ਨਾਲ ਕਿਵੇਂ ਇਹ ਪੋਸੀਬਲ ਕਿਵੇਂ ਕੀਤਾ? ਜਦੋਂ ਉਹਨੇ ਕੋਈ ਕਾਰਜ ਕਰਾਉਣਾ ਹੋਵੇ ਤੇ ਕੀੜੀ ਤੋਂ ਵੀ ਹਾਥੀ ਮਰਵਾ ਦਿੰਦਾ। ਇਹ ਗੁਰੂ ਦੀ ਬਖਸ਼ਿਸ਼ ਸੀਗੀ, ਨਾ ਕਿ ਅਸੀਂ ਕੋਈ ਯੋਧੇ ਆ ਤੇ ਨਾ ਸਾਡੇ ਕੋਲ ਟ੍ਰੇਨਿੰਗ ਹੈ। ਜਦੋਂ ਅੰਦਰ ਜਾ ਕੇ ਇਹ ਦੱਸਿਆ ਹੋਣਾ ਕਿ ਜਹਾਜ਼ ਅਸੀਂ ਹਾਈਜੈਕ ਕਰ ਲਿਆ ਆ, ਪਾਇਲਟ ਨੂੰ ਕਿਹਾ ਕਿ ਭਾਈ ਇਹਨੂੰ ਪਾਕਿਸਤਾਨ ਲੈ ਚਲੋ, ਤੁਹਾਡੇ ਕੋਲ ਸੇਬ ਤੇ ਅਮਰੂਦ ਸੀ, ਤੇ ਅਮਰੂਦਾਂ ਨੂੰ ਬੰਬਾਂ ਵਾਂਗ ਦਰਸਾਇਆ ਕਿ ਬੰਬ ਨੇ। ਉਹ ਤਾਂ ਦਿਖਾਣੇ ਹੀ ਰਮਾਲ ਹੀ ਸੇਬ ਬੰਬ ਤੇ ਕੀ ਆ, ਦਹਿਸ਼ਤ ਇੱਕ ਮਾਹੌਲ ਕ੍ਰੀਏਟ ਕਰਨਾ ਹੁੰਦਾ। ਇੱਕ ਜਹਾਜ਼ ਹਾਈਜੈਕ ਕੀਤਾ, ਟੋਟਲ 5 ਜਹਾਜ਼ ਸਿੱਖਾਂ ਨੇ ਅਗਵਾ ਕੀਤੇ ਨੇ ਐਜ਼ ਏ ਪ੍ਰੋਟੈਸਟ। ਜਹਾਜ਼ ਨੂੰ ਅਗਵਾ ਕੀਤਾ। ਜਦੋਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਕਿਤੇ ਇਦਾਂ ਦੀ ਕੋਈ ਕਾਰਵਾਈ ਪਾਉਣੀ ਹੁੰਦੀ ਹੈ ਤਾਂ ਉਹ ਤੋਂ ਪਹਿਲਾਂ ਉਹ ਪੂਰੀ ਟ੍ਰੇਨਿੰਗ ਲੈਂਦੇ ਨੇ ਕਿ ਆਹ ਜਗ੍ਹਾ ਆ, ਇੱਥੇ ਇੱਦਾਂ ਅੰਦਰ ਜਾਇਆ ਜਾਊਗਾ। ਤੁਸੀਂ ਪਹਿਲਾਂ ਕਦੇ ਉਸ 에ਅਰਪੋਰਟ ਤੇ ਗਏ ਸੀ ਜਾਂ ਉਹ ਜਹਾਜ਼ ਦੇ ਵਿੱਚ ਉੱਦਾਂ ਕਦੇ ਸਫ਼ਰ ਕੀਤਾ ਸੀ? ਉਸ ਤੋਂ ਪਹਿਲਾਂ ਮੈਂ ਕੈਨੇਡਾ ਹੋ ਆਇਆ 1975 ਦੇ ਵਿੱਚ। ਮੇਰਾ ਪਰਿਵਾਰ ਹੈ, ਮੇਰੀ ਫੈਮਿਲੀ ਆ। ਵਕਤ ਦੀ ਹਾਲਾਤ ਦੀ ਮਜਬੂਰੀ ਕਰਕੇ ਮੈਨੂੰ ਵਾਪਸ ਆਉਣਾ ਪੈ ਗਿਆ। ਬਾਕੀ ਮੇਰਾ ਹੈਗਾ ਸ਼ਖਸ ਭਾਈ ਗਜਿੰਦਰ ਸਿੰਘ ਨੇ ਜਿਹੜੀ ਜਹਾਜ਼ ਦੀ ਫਲਾਈਟ ਲਈ ਹੋਈ ਹੈ ਪਹਿਲਾਂ ਵੀ, ਬਾਕੀਆਂ ਦਾ ਮੈਨੂੰ ਕੋਈ ਪਤਾ ਨਹੀਂ। ਪਾਕਿਸਤਾਨ ਪਹੁੰਚਦੇ ਹੋ, ਪਾਕਿਸਤਾਨ ਦੀ ਫਿਰ ਅੰਬੈਸੀਆਂ ਦੇ ਨਾਲ ਜਾਂ ਉੱਥੇ ਦੀ ਸਰਕਾਰ ਦੇ ਨਾਲ ਕੀ ਗੱਲਬਾਤ ਹੁੰਦੀ ਹੈ? ਤੁਸੀਂ ਕੀ ਗੱਲਬਾਤ ਮੂਹਰੇ ਰੱਖੀ ਫਿਰ? ਉਹ ਭਾਈ ਗਜਿੰਦਰ ਸਿੰਘ ਤੇ ਸਤਨਾਮ ਸਿੰਘ ਦੀ ਪਲੈਨਿੰਗ ਸੀਗੀ, ਉਹ ਅੱਗੇ ਹੋ ਕੇ ਗੱਲ ਕਰਦੇ ਰਹੇ। ਅਸੀਂ ਤਾਂ ਪਿੱਛੇ ਆਪਣਾ ਡਿਊਟੀ ਦੇ ਰਹੀ ਸੀ। ਜੋ ਸਨੈਕਸ ਵਗੈਰਾ ਵੀ ਪਾਕਿਸਤਾਨ ਅਥਾਰਟੀ ਨੇ ਦਿੱਤੇ, ਜਹਾਜ਼ ਦੇ ਵਿੱਚੋਂ ਮੈਂ ਕੈਂਡੀਆਂ ਲੈ ਕੇ ਸਾਰੇ ਬੱਚਿਆਂ ਨੂੰ ਵੰਡ ਦਿੱਤੀਆਂ। ਫਿਰ ਉਸ ਤੋਂ ਬਾਅਦ ਲੇਡੀਜ਼ ਛੱਡ ਦਿੱਤੀਆਂ, ਬਜ਼ੁਰਗ ਛੱਡਤੇ, ਬੱਚੇ ਛੱਡਤੇ, ਸੀਨੀਅਰ ਸਿਟੀਜ਼ਨ ਛੱਡ ਦਿੱਤੇ, ਬਜ਼ੁਰਗ ਵੀ। ਗੱਲਬਾਤ ਕੀਤੀ ਹੈ। ਇਹਨਾਂ ਸੀਗਾ ਵੀ ਸਾਡੀਆਂ ਆਹ ਡਿਮਾਂਡਾਂ ਨੇ, ਚੌਂਕ ਮੈਂ ਤੇ ਗੋਲੀ ਚੱਲੀ ਹੈ, ਉਹਨਾਂ ਸਿੰਘਾਂ ਦੀ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ, ਉਹਦੀ ਇਨਕੁਆਇਰੀ ਕੀਤੀ ਜਾਵੇ, ਜਿਹੜੇ ਜੇਲ੍ਹਾਂ ਸਿੰਘ ਰਿਹਾ ਕੀਤੇ ਜਾਵੇ ਤੇ ਖਾਲਿਸਤਾਨ ਦੀ ਸੰਘਰਸ਼ ਲਈ ਕਿਹਾ ਜਾਵੇ। ਬਾਕੀ ਤਾਂ ਇਹੀ ਗੱਲਾਂ ਸੀਗੀਆਂ ਮੇਨ, ਤੇ ਖਾਲਿਸਤਾਨ ਤਰੀਕ ਨੂੰ ਹਾਈਲਾਈਟ ਕੀਤਾ। ਤਾਂ ਉਹਨਾਂ ਦਾ ਰਵੱਈਆ ਤੁਹਾਡੇ ਪ੍ਰਤੀ ਕਿਹਾ ਜਾਂਦਾ? ਜਦੋਂ ਅਗਵਾ ਕੀਤਾ ਹੋਊਗਾ ਇੱਕ ਵਾਰ ਡਰੇ ਹੋਣਗੇ, ਉਸ ਤੋਂ ਬਾਅਦ ਤੁਹਾਡਾ ਉਹਨਾਂ ਨੇ ਰਵੱਈਆ ਦੇਖ ਕੇ ਉਹ ਕਿਸ ਢੰਗ ਦੇ ਨਾਲ ਵਰਤੇ ਤੁਹਾਡੇ? ਬੜੇ ਪਿਆਰ ਨਾਲ ਕਰੇ ਅੰਕਲ ਜੀ ਬਾਏ। ਉਹ ਕਿਤੇ ਕਿਸੇ ਮੈਂ ਕਿਹਾ ਕਿਸੇ ਨੇ ਪੁਰਾਣੀ ਇੱਕ ਕਿਸੇ ਲੇਡੀ ਦੀ ਪਾਈ ਵੀ ਆ ਰਿਕਾਰਡਿੰਗ ਕੀਤੀ ਹੋਈ ਫੋਟੋ, ਮੈਨੂੰ ਹੁਣ ਤਾਂ ਯਾਦ ਨਹੀਂ, ਬੜੇ ਚਿਰਾਂ ਦੀ। ਬਈ ਹਾਈ ਜੈਕਟ ਬੜੇ ਨਾਈਸ ਸਨ। ਸਫਾਈ ਵਾਲੇ ਕਰਮਚਾਰੀ ਬਣ ਕੇ ਆ ਗਏ। ਉਹ ਭਾਈ ਸਾਹਿਬ ਥੱਲੇ ਬੈਠੇ ਸੀ, 2 ਉੱਤੇ ਸੀਗੇ, ਅਸੀਂ ਪਰੇ ਗਏ ਸੀ, ਕਿਰੇ ਸਾਨੂੰ ਰੈਸਟ ਕਰ ਲਿਆ। ਭਾਰਤ ਨੂੰ ਕਦੋਂ ਸਪੁਰਦ ਕੀਤਾ ਗਿਆ? ਭਾਰਤ ਆ ਕੇ ਫਿਰ ਕਿਵੇਂ ਦਾ ਤੁਹਾਡੇ ਨਾਲ ਵਰਤਾ ਹੋਇਆ? ਕੋਈ ਸਪੁਰਦ ਨਹੀਂ ਕੀਤਾ ਗਿਆ ਸਾਨੂੰ। 1986 ਵਿੱਚ ਸਾਡੇ ਤੇ ਸਜ਼ਾ ਚੱਲੀ 2 ਹਾਈਜੈਕਿੰਗ ਕੇਸ 'ਚ, 81 ਵਾਲਾ ਤੇ 84 ਵਾਲਾ, 5 ਜੁਲਾਈ ਵਾਲਾ, ਪਰਮਿੰਦਰ ਸਿੰਘ ਆਰਫਣ ਮੋਲੇ ਵਾਲਾ। ਉਹਨਾਂ ਵਿੱਚੋਂ ਸਾਨੂੰ 5 ਨੂੰ ਉਮਰ ਕੈਦ ਹੋਈ ਹਾਈਜੈਕਿੰਗ ਤੋਂ ਪਾਕਿਸਤਾਨ 'ਚ 1986 'ਚ। ਦੇਖੋ ਜੀ, ਜਿਹੜਾ ਕੰਮ ਤਾਂ ਕੀਤਾ ਉਹ ਤਾਂ ਹੈਗਾ ਮਾਣ ਹੈ। ਉੱਤੇ ਹਾਈਜੈਕਿੰਗ ਤੇ ਠੋਕ ਕੇ ਕਹਿੰਦਾ ਮਾਣ ਕੀਤਾ, ਉਹ ਗੁਨਾਹ ਨਹੀਂ ਕੀਤਾ। ਆਪਣੀ ਕੌਮ ਲਈ ਹੱਕ ਮੰਗੇ ਨੇ, ਕਿਸੇ ਨੂੰ ਉਂਗਲ ਨਾਲ ਟੱਚ ਨਹੀਂ ਕੀਤਾ। ਕਦੇ ਮਨ ਦੇ ਵਿੱਚ ਪਛਤਾਵਾ ਤਾਂ ਨਹੀਂ ਆਇਆ ਕਿ ਸ਼ਾਇਦ ਨਾ ਕਰਦੇ ਤਾਂ ਇੱਕ ਸੁਖੀ ਜੀਵਨ ਜੀ ਲੈਂਦੇ, ਤਾਂ ਅੱਜ ਦੇ ਜੀਵਨ ਤੋਂ ਸੰਤੁਸ਼ਟ ਹੋ ਕਿ ਜੋ ਹੈ ਜਿਵੇਂ ਕਰ ਰਹੇ ਹੋ ਸਭ ਠੀਕ ਹੋ, ਪਰਮਾਤਮਾ ਦੀ ਰਜ਼ਾ ਦੇ ਵਿੱਚ ਹੈ, ਜਾਂ ਸਭ ਤੁਹਾਡੀ ਸੋਚ ਅਨੁਸਾਰ ਚੱਲ ਰਿਹਾ? ਆਪਣੇ ਨਾਲ ਆਪਣੇ ਵਾਸਤੇ ਵੀ ਸੰਘਰਸ਼ ਕਰਨਾ ਹੈ ਤੇ ਲੋੜਵੰਦ ਦੀ ਵੀ ਮਦਦ ਕਰਨੀ ਆ। ਉੱਥੇ ਜਾਤ ਬਰਾਦਰੀ ਧਰਮ ਦੇਸ਼ ਮੁਲਕ ਨਹੀਂ, ਉੱਥੇ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਹੈ। ਜੇ ਉਹ ਚਾਹਵੇ ਤੇ ਰਾਈ ਦਾ ਪਹਾੜ ਬਣਾ ਕੇ ਬੰਦੇ ਨੂੰ ਟੀਸੀ ਤੇ ਬਿਠਾ ਦਿੰਦਾ, ਤੇ ਜੇ ਚਾਹਵੇ ਪਹਾੜ ਦੇ ਥੱਲੇ ਟੀਸੀ ਤੇ ਸੁੱਟ ਕੇ ਮਾਰ। ਇਹ ਉਹਦੇ ਹੁਕਮ 'ਚ ਹੈ। ਅਸੀਂ ਇਹੀ ਕਹਿੰਦੇ ਹਾਂ, ਆਪਣੇ ਅੰਤਮ ਸਵਾਸ ਵੀ ਆਪਣੀ ਕੌਮ ਦੇ ਲੇਖੇ ਰੱਖੋ। ਜ਼ਿੰਦਗੀ ਜਿੰਦਾ ਦਿਲ ਦਾ ਨਾਮ ਹੈ, ਮੁਰਦਾ ਦਿਲ ਖਾਕ ਜੀਆ ਕਰਦੇ ਹਾਂ। ਅਸੀਂ ਮੁਰਦਾ ਦਿਲ ਇਨਸਾਨ ਨਹੀਂ, ਜਿੰਦਾ ਦਿਲ ਹਾਂ। ਠੀਕ ਹੈ, ਦੁੱਖ ਸੁੱਖ ਤਾਂ ਆਉਂਦੇ ਜਾਂਦੇ ਨੇ, ਪਰ ਅੱਜ ਹਾਲਾਤ ਕੀ ਤੋਂ ਕੀ ਬਣ ਗਏ ਕਿ ਜਿਸ ਕੌਮ ਵਾਸਤੇ ਤੁਸੀਂ ਸੰਘਰਸ਼ ਕਰ ਰਹੇ ਹੋ, ਉਸੇ ਕੌਮ ਦੇ ਧਾਰਮਿਕ ਸਥਾਨ ਦੇ ਵਿੱਚ ਤੁਹਾਨੂੰ ਧਰਮ ਪ੍ਰਚਾਰ ਦੇ ਲਈ ਜਗ੍ਹਾ ਨਹੀਂ ਦਿੱਤੀ ਜਾ ਰਹੀ। ਲੇਕਿਨ ਗੁਰੂ ਤੇ ਪੂਰਨ ਭਰੋਸਾ ਹੈ। ਗੁਰਦੁਆਰਾ ਕਮੇਟੀ ਇਸ ਵੇਲੇ ਮੇਰੇ ਨਾਲ ਜਾਤੀਆਂ ਕਰਕੇ ਠੀਕ ਨਹੀਂ ਕਰ ਰਹੀ। ਮੇਰੇ ਪਰਿਵਾਰ ਤੇ ਵੀ ਤਸ਼ੱਦਦ ਹੋਇਆ। ਦੋਸਤੋ, ਦੂਜੇ ਬ੍ਰਦਰ ਦੀ ਦੁਕਾਨ ਨੂੰ ਅੱਗ ਵੀ ਲੱਗੀ ਹੈ 84 ਵੇਲੇ। ਹਾਈਜੈਕਿੰਗ ਤੋਂ ਬਾਅਦ ਮੇਰੇ ਵੱਡੇ ਬ੍ਰਦਰ ਨੂੰ ਤਸ਼ੱਦਦ ਕੀਤਾ ਗਿਆ, ਉਹਦੀਆਂ ਲੱਤਾਂ ਤੋੜੀਆਂ, ਬਾਅਦ 'ਚ ਗੋਡੇ ਦਾ ਆਪਰੇਸ਼ਨ ਹੋਇਆ ਉਹਦਾ। ਉਹ ਬਾਅਦ 'ਚ ਹੁਣ ਚੰਗਾ ਚੜ੍ਹਾਈ ਕਰ ਚੁੱਕੇ। ਠੰਡ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਮੈਂ ਫੁੱਟਪਾਥ ਤੇ ਬਹਿ ਕੇ ਗੁਜ਼ਾਰਾ ਕਰਦਾ। ਇਹ ਇਕੱਲਾ ਫੁੱਟਪਾਥ ਨਹੀਂ, ਇੰਟਰਨੈਸ਼ਨਲ ਫੁੱਟਪਾਥ ਆ।
ਮੈਨੂੰ ਮਾਣ ਹੈ। ਲੇਕਿਨ ਹੁਣ ਮੈਂ ਆਪਣੇ ਸਰੀਰ ਦੇ ਹਿਸਾਬ ਨਾਲ ਕਹਿੰਦਾ ਕਿ ਮੈਂ ਚਾਹੁੰਦਾ ਕਿ ਮੇਰੀ ਇੱਕ ਦੁਕਾਨ ਇੱਕ ਪਾਸੇ ਲੱਗੀ ਰਹੇ, ਮੈਨੂੰ 6 ਕੁਇੰਟਲ ਵਜਨ ਰੋਜ਼ ਦਾ ਰੇਹੜੀ ਤੇ ਚੱਕ ਕੇ 4 ਗੇੜੇ ਨਾ ਮਾਰਨੇ ਪੈਣ। ਸਾਡੇ ਬੁੱਲਾਂ ਤੇ ਫੁੱਲਾਂ ਜੇ ਹਾਸੇ ਨੇ, ਸੀਨੇ ਵਿੱਚ ਪਰ ਤੂਫਾਨਾਂ ਦੇ ਵਾਸੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। KTV ਚੈਨਲ ਨਾਲ ਬਣੇ ਹੋਏ ਹੋ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਸਿੱਖ ਸੰਘਰਸ਼ ਦੇ ਵਿੱਚ ਇੱਕ ਲੰਬਾ ਦੌਰ ਪੰਜਾਬੀ ਨੌਜਵਾਨੀ ਨੇ ਹੰਢਾਇਆ, ਜਦੋਂ ਉਹਨਾਂ ਨੇ ਕੇਂਦਰ ਦਾ ਜ਼ੁਲਮ ਹੰਢਾਇਆ। ਪਰ ਇਹਨਾਂ ਸਮਿਆਂ ਦੇ ਵਿੱਚ ਕੁਝ ਸਿਰੜੀ ਯੋਧੇ ਅਜਿਹੇ ਸਨ ਜਿਨ੍ਹਾਂ ਨੇ ਕੇਂਦਰ ਦੀਆਂ ਸਰਕਾਰਾਂ ਨੂੰ ਵਕਤ ਪਾ ਰੱਖਿਆ। ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਅਜਿਹੇ ਹੀ ਸਿਰੜੀ ਯੋਧੇ ਦੇ ਨਾਲ। ਸਰਦਾਰ ਤੇਜਿੰਦਰਪਾਲ ਸਿੰਘ ਜੀ ਸਾਡੇ ਨਾਲ ਨੇ। ਤੁਸੀਂ ਉਹਨਾਂ ਨੂੰ ਅਕਸਰ ਹਾਈਜੈਕਰ ਬਾਬਾ ਜੀ ਦੇ ਨਾਮ ਦੇ ਨਾਲ ਸੁਣਿਆ ਹੋਵੇਗਾ। ਉਹਨਾਂ ਦੇ ਜੀਵਨ ਦੀ ਪੂਰੀ ਕਥਾ ਤੁਹਾਡੇ ਸਾਹਮਣੇ ਹਾਜ਼ਰ ਕਰਾਂਗੇ। ਤੁਹਾਡੇ ਨਾਲ ਉਹਨਾਂ ਨਾਲ ਗੱਲਾਂ ਬਾਤਾਂ ਵਿਚਾਰਾਂ ਕਰਾਂਗੇ ਕਿ ਕਿਵੇਂ ਉਹ ਦਲ ਖਾਲਸਾ ਦੇ ਨਾਲ ਜੁੜਦੇ ਨੇ, ਕਿਵੇਂ ਸਿੱਖ ਸੰਘਰਸ਼ ਦੇ ਵਿੱਚ ਆਉਂਦੇ ਨੇ, ਜਹਾਜ਼ ਹਾਈਜੈਕ ਕਿਉਂ ਕੀਤੇ ਜਾਂਦੇ ਨੇ, ਪਿੱਛੇ ਦਾ ਮਕਸਦ ਕੀ ਸੀ, ਤੇ ਉਸ ਤੋਂ ਬਾਅਦ ਜੀਵਨ ਕਿਵੇਂ ਬਦਲ ਗਿਆ, ਜੀਵਨ ਦੇ ਵਿੱਚ ਕੀ ਕੁਝ ਫਿਰ ਦੇਖਿਆ, ਕਿਵੇਂ ਦਾ ਜੀਵਨ ਰਿਹਾ। ਉਹ ਸਾਰੀਆਂ ਗੱਲਾਂ ਬਾਤਾਂ ਆਓ ਉਹਨਾਂ ਦੇ ਨਾਲ ਸਾਂਝ ਪਾਉਂਦੇ ਆ। ਬਾਬਾ ਜੀ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਤੇਜਿੰਦਰਪਾਲ ਸਿੰਘ ਹੈ, ਨੋਟ ਤੇਜਿੰਦਰਪਾਲ ਸਿੰਘ। ਤੋਂ ਮੈਂ ਇਸ ਨੂੰ ਤੁਹਾਡਾ ਇਹ ਲਫ਼ਜ਼ਾਂ ਨੂੰ ਸਿੱਧੇ ਕਰ ਰਿਹਾ ਵੀ ਤੇਜਿੰਦਰਪਾਲ ਸਿੰਘ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਹਾਨੂੰ ਹਾਈਜੈਕਰ ਬਾਬਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਹਾਜ਼ ਹਾਈਜੈਕ ਕਰੇ ਸੀ। ਉਹ ਗੱਲਬਾਤ ਵੀ ਕਰਾਂਗੇ, ਪਰ ਸ਼ੁਰੂਆਤ ਕਰਨੀ ਚਾਹੁੰਦੇ ਆ ਤੁਹਾਡੇ ਜੀਵਨ ਤੋਂ ਕਿ ਤੁਹਾਡਾ ਜਨਮ ਕਿੱਥੋਂ ਦਾ ਹੈ, ਪਰਿਵਾਰਕ ਪਿਛੋਕੜ ਕਿਵੇਂ ਦਾ ਹੈ, ਅਤੇ ਸੰਘਰਸ਼ ਦੇ ਵਿੱਚ ਕਿਵੇਂ ਆਏ, ਦਲ ਖਾਲਸਾ ਦੇ ਨਾਲ ਕਿਵੇਂ ਜੁੜਦੇ ਹੋ। ਬੇਨਤੀ ਹੈ, ਮੇਰਾ ਨਾਮ ਤੇਜਿੰਦਰਪਾਲ ਸਿੰਘ ਹੈ। ਮੇਰੇ ਪਿਤਾ ਜੀ ਦਾ ਨਾਮ ਸਰਦਾਰ ਹਰਬੰਸ ਸਿੰਘ ਜੀ ਤੇ ਮਾਤਾ ਜੀ ਦਾ ਨਾਮ ਬੀਬੀ ਪੂਰਨ ਕੌਰ ਜੀ। ਮੈਂ ਜਲੰਧਰ ਮਾਡਲ ਟਾਊਨ ਦੇ ਵਿੱਚ ਮੇਰਾ ਜਨਮ ਹੋਇਆ 6 ਜੂਨ 1952 ਨੂੰ, ਤੇ ਉੱਥੇ ਹੀ ਸ਼ੁਰੂ ਤੋਂ ਪ੍ਰਾਇਮਰੀ ਤੋਂ ਲੈ ਕੇ ਮਿਡਲ ਤੱਕ ਉੱਥੇ ਸਿੱਖ ਨੈਸ਼ਨਲ ਸਕੂਲ ਵਿੱਚ ਮੈਂ ਪੜ੍ਹਿਆ ਵਾਂ। ਤੇ ਮੇਰਾ ਪਰਿਵਾਰ ਇੱਕ ਗੁਰਸਿੱਖੀ ਦਾ ਨਾਲ ਜੁੜਿਆ ਹੋਇਆ। ਮੇਰੇ ਗ੍ਰੇਟ ਗ੍ਰੈਂਡਫਾਦਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਘੋੜ ਸਵਾਰ ਰਹੇ ਨੇ। ਤੇ ਮੇਰੇ ਜਿਹੜੇ ਦਾਦਾ ਜੀ ਸੀਗੇ ਸਰਦਾਰ ਸੰਤ ਸਿੰਘ ਅਕਾਲੀ, ਸਰਦਾਰ ਕਰਤਾਰ ਸਿੰਘ ਝੱਬਰ ਦੇ ਨਾਲ ਨਨਕਾਣਾ ਸਾਹਿਬ ਦੇ ਮੋਰਚੇ ਵਿੱਚ, ਤੇ ਹੋਰ ਬੱਬਰ ਅਕਾਲੀ ਲਹਿਰ ਨਾਲ ਉਹਨਾਂ ਨੇ ਸੇਵਾਵਾਂ ਕੀਤੀਆਂ ਨੇ। ਉਹਨਾਂ ਦਾ ਇੱਕ ਪੁਸਤਕ ਵਿੱਚ ਜ਼ਿਕਰ ਵੀ ਹੈਗਾ। ਆਹ ਕਿਤਾਬ ਹੈ ਜੀ, ਉਹ ਸਰਦਾਰ ਕਰਤਾਰ ਸਿੰਘ ਝੱਬਰ ਜੀ ਦੀ, ਤੇ ਇਹਦੇ ਵਿੱਚ ਬਾਬਾ ਜੀ ਦਾ ਨਨਕਾਣਾ ਸਾਹਿਬ ਦੇ ਮੋਰਚੇ ਦਾ ਇੱਕ ਬਾਬਾ ਜੀ ਦੀ ਸੇਵਾ ਹੈਗੀ ਆ। ਉਹਦੇ ਵਿੱਚ ਬਿਲਡਿੰਗ ਹੈ ਜੀ ਕਿ ਜੱਥਾ ਤੁਰ ਪਿਆ ਜਾਂ ਜੱਥਾ ਨਹੀਂ ਤੁਰਿਆ, ਉਹਨਾਂ ਨੇ ਟੈਲੀਗ੍ਰਾਮ ਦੇਣੀ ਸੀ, ਕੰਬਲ ਗਵਾਚ ਗਿਆ ਜਾਂ ਕੰਬਲ ਲੱਭ ਪਿਆ। ਆ ਉਹਦੀ ਅੰਡਰਲਾਈਨ ਮੈਂ ਕੀਤੀ ਹੋਈ ਤਾਂ ਕਰਕੇ ਸਿਰਫ। ਹਾਂ, ਇਹ ਕੋਡ ਵਰਡ ਸੀਗਾ, ਜੱਥਾ ਤੁਰਿਆ ਜਾਂ ਨਹੀਂ ਤੁਰਿਆ, ਤੇ ਬਾਬਾ ਜੀ ਦੇ ਫਿਰ ਉਹ ਨਾਲ ਸੀਗੇ। ਬਾਕੀ ਬਾਬਾ ਜੀ ਬੱਬਰ ਅਕਾਲੀ ਲਹਿਰ ਨਾਲ ਵੀ ਰਹੇ ਨੇ, ਤੇ ਜਿਹੜੇ ਪੁਰਾਣੇ ਬੱਬਰ ਹੁੰਦੇ ਸੀ ਉਸ ਵੇਲੇ ਆਏ ਵੀ। ਇਸ ਤਰ੍ਹਾਂ ਇੱਕ ਵਾਰੀ ਬਾਬਾ ਜੀ ਕੋਲ ਕੁਝ ਲਹਿਰ ਦੇ ਨਾਲ ਸੰਬੰਧਿਤ ਲਿਟਰੇਚਰ ਸੀਗਾ ਪਿਆ, ਸਾਹਿਤ ਪਿਆ ਜੀ। ਤੇ ਉਦੋਂ ਪਿੰਡ ਉਹਨਾਂ ਦਾ ਸਾਂਗਲਾ ਹਿੱਲ ਸੀਗਾ, ਬਾਅਦ ਚੋਂ ਗੁਜਰਾਂ ਵਾਲੇ ਸ਼ਹਿਰ ਚ ਆ ਗਏ। ਤੇ
ਬੱਬਰਾਂ ਨੇ ਬੱਬਰਾਂ ਦਾ ਜਿਹੜਾ ਲਿਟਰੇਚਰ ਸੀ ਬੱਬਰ ਅਕਾਲੀ ਲਹਿਰ ਦਾ, ਉਹਨਾਂ ਦੇ ਕੋਲ ਸੀਗਾ। ਤੇ ਅੰਗਰੇਜ਼ ਫੌਜ ਆ ਗਈ, ਗੋਰਾ ਫੌਜ, ਤੇ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਕੋਲ ਲਿਟਰੇਚਰ ਹੈਗਾ। ਪਰ ਬਾਬਾ ਜੀ ਨੂੰ ਵੀ ਦੂਰੋਂ ਸਮਝ ਲੱਗ ਗਈ ਵੀ ਘੋੜਿਆਂ ਦੇ ਪੁਲਿਸ ਆ ਰਹੀ ਹੈ, ਤੇ ਉਹਨਾਂ ਨੇ ਉਹ ਲਿਟਰੇਚਰ ਨੂੰ ਫਟਾਫਟ ਉਹਨੂੰ ਘਰ ਦੇ ਪਿਛਲੇ ਪਾਸੇ ਜਾ ਕੇ ਜਿੱਥੇ ਤੰਦੂਰ ਲੱਗੇ ਸੀ ਪ੍ਰਸ਼ਾਦੇ ਪਕਣ ਵਾਸਤੇ, ਉਹਨਾਂ ਦੇ ਵਿੱਚ ਪਾ ਕੇ ਸਾੜ ਦਿੱਤਾ। ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਮਿਸਟਰ ਸੰਤ ਸਿੰਘ ਤੇਰੇ ਕੋਲ ਵੀ ਇਦਾਂ ਦਾ ਸਹਿਤ ਹੈਗਾ ਤੇ ਅਸੀਂ ਤੈਨੂੰ ਕੋਈ ਨਹੀਂ ਕਹਿੰਦੇ, ਸਾਨੂੰ ਦੇ ਦੇ। ਕਹਿੰਦੇ ਆ ਜਾਓ ਵੀ ਠੀਕ ਹੈ, ਤੁਹਾਨੂੰ ਦਿੰਨੇ ਆ। ਅੱਗੋਂ ਬਚਨ ਦੇ ਪੱਕੇ ਹੁੰਦੇ ਸੀ। ਉਹਨਾਂ ਨੇ ਜਾ ਕੇ ਤੰਦੂਰ 'ਚ ਕਹਿੰਦਾ ਸੁਭਾਅ ਵੀ ਆ, ਚੱਕ ਕੇ ਲੈ ਜਾ। ਤੇ ਉਹਨਾਂ ਨਨਕਾਣਾ ਸਾਹਿਬ ਦੇ ਮੋਰਚੇ 'ਚ ਵੀਰੇ, ਬੱਬਰ ਅਕਾਲੀ ਨਾਲ ਵੀਰੇ, ਸਿੰਘਾਂ ਦੇ ਨਾਲ ਪਿਆਰ ਰਹੇ। ਬੱਬਰ ਜਿਹੜੇ ਸਿੰਘ ਸੀਗੇ ਉਸ ਵਕਤ ਦੇ ਬੱਬਰ ਅਕਾਲੀ ਲਹਿਰ ਦੇ, ਉਹ ਸਿੰਘਾਂ ਦੇ ਨਾਲ ਉਹਨਾਂ ਦਾ ਘਰ ਆਣਾ ਜਾਣਾ, ਉਹਨਾਂ ਨੂੰ ਸੇਵਾ ਸੰਭਾਲ ਉਹਨਾਂ ਦੀ ਕਰਦੇ ਸੀਗੇ। ਤੇ ਵੱਡੇ ਉਹਨਾਂ ਤੋਂ ਵੱਡੇ ਵਡੇਰੇ ਜਿਹੜੇ ਦਾਦਾ ਜੀ ਦੇ ਫਾਦਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਘੋੜ ਚੜੀਏ ਸੀਗੇ। ਜਿਹੜਾ ਪਰਿਵਾਰ ਸੀ ਉਹ ਸਿੱਖੀ ਫਲਸਫਿਆਂ ਨਾਲ ਤੇ ਧਰਮ ਦੇ ਨਾਲ ਜੁੜਿਆ। ਪੰਜਾਬੀ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਸਿਰਫ ਮਹਾਰਾਜ ਦਾ ਇੱਕ ਸਰੂਪ ਲੈ ਕੇ ਮੇਰੇ ਪਿਤਾ ਜੀ ਆਏ, ਬਾਕੀ ਖਾਲੀ ਹੱਥ ਆਏ ਸੀ। ਉਸ ਤੋਂ ਬਾਅਦ ਇਹ ਪੰਜਾਬ ਦੇ ਹਾਲਾਤ, ਜਦੋਂ ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਕਰਾ ਦਿੱਤਾ ਇੱਥੇ ਦੇ ਹੋਮ ਮਿਨਿਸਟਰ ਨੇ, ਚੰਦੂ ਲਾਲ ਤ੍ਰਿਵੇਦੀ ਨੇ, ਉਸ ਤੋਂ ਬਾਅਦ ਪੰਜਾਬੀ ਸੂਬੇ ਦੇ ਬਾਰੇ ਮੋਰਚਾ ਲੱਗਾ। ਮੇਰੇ ਫਾਦਰ ਸਾਹਿਬ, ਮੇਰੇ ਬ੍ਰਦਰ ਸਰਦਾਰ ਰਘਬੀਰ ਸਿੰਘ ਜੀ, ਮੇਰੇ ਬ੍ਰਦਰ ਸਰਦਾਰ ਦਲੀਪ ਸਿੰਘ ਜੀ, ਤੇ ਮੇਰੇ ਬ੍ਰਦਰ ਲਾ ਤੇ ਮੇਰੇ ਚਾਚਾ ਜੀ ਸਰਦਾਰ ਦਰਸ਼ਨ ਸਿੰਘ ਜੀ ਅਕਾਲੀ, ਨਿਹੰਗ ਸਿੰਘ, ਉਹ ਪੰਜਾਬੀ ਸੂਬੇ ਦੇ ਮੋਰਚੇ 'ਚ 6-6 ਮਹੀਨੇ ਜੇਲ੍ਹਾਂ ਦੇ ਵਿੱਚ ਕੱਟ ਕੇ ਆਏ। ਉਸ ਤੋਂ ਬਾਅਦ ਤੇ ਸਿੱਖ ਸੰਘਰਸ਼ ਨਾਲ ਸਾਡਾ, ਜਾਂ ਗੁਰਬਾਣੀ ਸਿੱਖੀ ਦੇ ਨਾਲ ਸਿੱਖ ਸੰਘਰਸ਼ ਨਾਲ ਸਾਡਾ ਹਿੱਸਾ ਯੋਗਦਾਨ ਪਾਉਂਦੇ ਰਹੇ ਹਾਂ। ਤੇ ਬਾਕੀ ਮੈਂ ਪੜ੍ਹਿਆ। ਉਸ ਤੋਂ ਬਾਅਦ ਮੈਂ ਉੱਥੇ ਆਪਣੀ ਦੁਕਾਨ ਤੇ ਕਾਰੋਬਾਰ ਕਰਦਾ ਰਿਹਾ ਕੱਪੜੇ ਦਾ। ਤੇ 1978 ਤੇ ਸਾਕੇ ਦੇ ਉੱਤੇ ਜਦੋਂ ਸ਼ਹੀਦਾਂ ਸਿੰਘਾਂ ਦਾ ਸੰਸਕਾਰ ਕੀਤਾ ਜਾਣਾ ਸੀ, ਅਸੀਂ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਹਾਂ, ਅਸੀਂ ਸਿੰਘਾਂ ਦੇ ਨਾਲ ਅੰਮ੍ਰਿਤਸਰ ਨੂੰ ਜਾ ਰਹੇ, ਸਾਨੂੰ ਬੱਸ ਤੋਂ ਉਤਾਰਤਾ ਪੁਲਿਸ ਵਾਲਿਆਂ ਨੇ ਤੇ ਵਾਪਸ ਭੇਜਤਾ। ਅਸੀਂ ਫਿਰ ਬਾਈ ਟ੍ਰੇਨ ਅੰਮ੍ਰਿਤਸਰ ਪਹੁੰਚ ਗਏ। ਲੇਕਿਨ ਜਦੋਂ ਦਰਬਾਰ ਸਾਹਿਬ ਤੋਂ ਅੱਗੇ ਜਿੱਥੇ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀ 13 ਸਿੰਘਾਂ ਦਾ, ਉਹ ਟਾਈਮ ਨਿਕਲ ਗਿਆ, ਸਾਡੇ ਉੱਥੋਂ ਖੁੰਝ ਗਿਆ। ਪਰ ਸੰਗਤਾਂ ਹੁਣ ਵਾਪਸ ਆ ਰਹੀਆਂ ਸੀਗੀਆਂ। ਅਸੀਂ ਫਿਰ ਮੁੜ ਕੇ ਬਾਹਰ ਬੱਸ ਤੇ ਆ ਕੇ ਬਹਿ ਕੇ ਤੇ ਵਾਪਸ ਜਲੰਧਰ ਚਲੇ ਗਏ। ਤੇ ਚੰਡੀਗੜ੍ਹ 'ਚ ਮੇਰੇ ਵੀਰ ਮਨਮੋਹਨ ਸਿੰਘ ਜੀ ਰਹਿੰਦੇ ਨੇ। ਮੇਰਾ ਚੰਡੀਗੜ੍ਹ 'ਚ ਮਤਲਬ ਵਿਆਹ ਹੋਇਆ ਸੀਗਾ ਚੰਡੀਗੜ੍ਹ ਸ਼ਹਿਰ ਦੇ ਵਿੱਚ। ਤੇ ਮੇਰਾ ਵੀਰ ਮਨਮੋਹਨ ਸਿੰਘ ਦਲ ਖਾਲਸਾ ਦਾ ਮੈਂਬਰ ਸੀ। ਭਾਈ ਗਜਿੰਦਰ ਸਿੰਘ ਨਾਂ ਦੇ ਬਚਪਨ ਤੋਂ ਦੋਸਤ ਸੀਗੇ। ਤੇ ਜਦੋਂ ਦੇ ਮਤਲਬ ਚੰਡੀਗੜ੍ਹ ਸ਼ਹਿਰ ਵਸੇ ਉਦੋਂ ਦੇ ਉਹਨਾਂ ਦੇ ਨਾਲ ਮੈਂ, ਉਹ ਪਹਿਲਾਂ ਉਹਨਾਂ ਨੇ ਕਈ ਯੰਗ ਸਿੱਖ ਐਸੋਸੀਏਸ਼ਨ ਜਾਂ ਹੋਰ ਜਥੇਬੰਦੀਆਂ ਦੇ ਨਾਲ ਕੰਮ ਕੀਤੇ ਨੇ, ਮਤਲਬ ਆਪ ਸੇਵਾ ਕਰਦੇ ਸੀ। 6 ਅਗਸਤ 1978 'ਚ ਦਲ ਖਾਲਸਾ ਚੰਡੀਗੜ੍ਹ ਦੇ ਵਿੱਚ ਬਣਿਆ। ਤੇ ਚੰਡੀਗੜ੍ਹ ਦੇ ਗੁਰਦੁਆਰਾ 36 ਸੈਕਟਰ ਦੇ ਗੁਰਦੁਆਰੇ 'ਚ ਕਿ 35 ਮੈਨੂੰ ਗੁਰੂ ਗੋਬਿੰਦ ਉੱਥੇ ਗੁਰਦੁਆਰਾ ਸਾਹਿਬ 'ਚ ਦਲ ਖਾਲਸਾ ਦਾ ਮਤਲਬ ਕਿ ਐਲਾਨ ਹੋਇਆ ਗਿਆ। ਬਹੁਤ ਸਾਰੀਆਂ ਜਥੇਬੰਦੀਆਂ ਨੇ ਵਿੱਚ ਉਹ 'ਚ ਅਮਰਜ ਹੋ ਗਈਆਂ। ਫਿਰ ਉਸ ਤੋਂ ਬਾਅਦ 13 ਅਗਸਤ 1978 ਨੂੰ ਦਲ ਖਾਲਸਾ ਨੇ ਪ੍ਰੈਸ ਕਾਨਫਰੰਸ ਕੀਤੀ। ਤੇ ਉਸ ਤੋਂ ਬਾਅਦ ਮੈਂ ਵੀ ਦਲ ਖਾਲਸਾ ਦੇ ਵਿੱਚ ਸ਼ਾਮਲ ਹੋ ਗਿਆ ਵੀਰ ਮਨਮੋਹਨ ਸਿੰਘ ਹਰਾਂ ਦੇ ਨਾਲ, ਜੋ ਕਿ ਬਾਅਦ 'ਚ ਇੱਥੋਂ 1981 ਦੀ ਹਾਈਜੈਕਿੰਗ ਤੋਂ ਬਾਅਦ ਉਹ ਇੱਥੋਂ ਨਿਕਲ ਕੇ ਇੰਗਲੈਂਡ ਚਲੇ ਗਏ। ਇੰਗਲੈਂਡ 'ਚ ਵਿੱਚ ਬਾਬਾ ਖਾਲਿਸਤਾਨੀ ਦੇ ਨਾਂ ਤੇ, ਮਨਮੋਹਨ ਸਿੰਘ ਖਾਲਿਸਤਾਨੀ ਦਲ ਖਾਲਸਾ ਦੇ ਨਾਂ ਤੇ ਬੜੇ ਸਰਗਰਮ ਰਹੇ ਤੇ ਸੇਵਾ ਕਰਦੇ ਰਹੇ। ਤੁਹਾਡੀ ਉਮਰ ਕਿੰਨੀ ਸੀ ਜਦੋਂ ਤੁਸੀਂ ਦਲ ਖਾਲਸਾ ਦੇ ਵਿੱਚ ਸ਼ਾਮਲ ਹੋਏ? 28-29 ਸਾਲ ਦਾ ਸੀ ਉਸ ਵੇਲੇ। ਹਾਈਜੈਕਿੰਗ ਵੇਲੇ 29 ਸਾਲ ਦਾ, 27 ਕੁ ਸਾਲ ਦਾ ਹੋਵਾਂਗਾ। 78 ਤੋਂ ਸ਼ੁਰੂ ਹੋਇਆ ਮੈਂ। ਉਸ ਤੋਂ ਬਾਅਦ ਜਿਹੜੀ ਮੇਰਾ ਇੱਕ ਬੱਚਾ ਚੰਡੀਗੜ੍ਹ ਰਹਿੰਦੇ ਸੀ, ਉਦੋਂ ਮੈਂ ਜਲੰਧਰ ਆ ਗਿਆ। ਮੁੜ ਕੇ ਜਲੰਧਰ ਕਾਰੋਬਾਰ ਸ਼ੁਰੂ ਕੀਤਾ ਕਿ ਦੁਬਾਰਾ ਸਟੇਸ਼ਨਰੀ ਕਨਫੈਕਸ਼ਨਰੀ ਦੀ ਸਕੂਲ 'ਚ ਕੰਟੀਨ ਲਈ। ਤਾਂ ਉਸ ਤੋਂ ਬਾਅਦ ਦਲ ਖਾਲਸਾ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਨਿਰੰਕਾਰੀ ਕਾਂਡ ਵਾਪਰਨ ਤੋਂ ਬਾਅਦ ਨਿਰੰਕਾਰੀ ਬਾਬੇ ਨੂੰ ਸੋਧਾ ਲਾਉਣ ਤੋਂ ਬਾਅਦ ਸਿੰਘਾਂ ਨੇ ਲਹਿਰ ਤੇਜ਼ ਹੋ ਗਈ ਸੀ। ਤੇ ਇਸ ਤੋਂ ਬਾਅਦ ਸਤੰਬਰ 1981 ਵਿੱਚ ਹੀ ਲਾਲਾ ਜਗਦਰਿਆਂ ਦਾ ਕਤਲ ਹੋ ਗਿਆ, ਤੇ ਜਿਹੜਾ ਕਿ ਬਾਬਾ ਜਰਨੈਲ ਸਿੰਘ ਦੇ ਉੱਤੇ ਪਾਇਆ ਗਿਆ, ਜਿਸ 'ਚ ਕੋਈ ਬਾਬਾ ਜੀ ਨੂੰ ਬਾਅਦ ਛੱਡ ਦਿੱਤਾ ਗਿਆ ਕੋਈ ਇਨਕੁਆਇਰੀ ਕਰਨ ਤੋਂ ਬਾਅਦ। ਉਹਦੇ ਬਾਬਾ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਦੇ ਰੋਸ ਤੇ ਚੌਂਕ ਮਹਿਤੇ 'ਚ ਜਿਹੜੀ 20 ਸਤੰਬਰ 1981 ਨੂੰ ਜਦੋਂ ਬਾਬਾ ਜੀ ਨੇ ਅਖੀਰਲਾ ਲੈਕਚਰ ਕੀਤਾ 20 ਸਤੰਬਰ 1981 ਨੂੰ, ਉਸ ਵਕਤ ਦਾ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਦਾ, ਮੈਂ ਅਤੇ ਮੇਰਾ ਵੀਰ ਮਨਮੋਹਨ ਸਿੰਘ ਜੀ ਉੱਥੇ ਹੀ ਸੀਗੇ।
ਉਹ ਜਿਹੜੀ 1981 ਚ ਗੋਲੀ ਚੱਲੀ, ਮੈਂ ਉਹਦਾ ਚਸ਼ਮਦੀਦ ਗਵਾਹ ਵਾਂ। ਇਹ ਪੰਜਾਬ ਪੁਲਿਸ, CRP, BSF, ਦਿੱਲੀ ਪੁਲਿਸ, PAP, ਆਰਮਡ ਪੁਲਿਸਾਂ, ਕਈ ਤਰ੍ਹਾਂ ਦੀਆਂ ਜਿਹੜੀਆਂ ਫੋਰਸਾਂ ਸੀਗੀਆਂ, ਉਹਨਾਂ ਨੇ ਪੂਰੀ ਚੌਂਕ ਮਹਿਤੇ ਦੇ ਜਿਹੜਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਥੋੜਾ ਜਿਹਾ ਬਾਹਰ ਹਟਵਾਂ ਮੋਰਚਾਬੰਦੀ ਕੀਤੀ ਹੈ ਸੜਕਾਂ ਦੇ ਉੱਤੇ 5-5, 6-6 ਕਿਲੋਮੀਟਰ ਤੱਕ। ਤੇ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਦੇ ਕਈ ਇਲਾਕਿਆਂ ਵਿੱਚ ਮਤਲਬ ਰੋਕਾਂ ਰੋਕੀਆਂ ਹੋਈਆਂ ਸੀਗੀਆਂ, ਪਰ ਕਈ ਪੱਕੀ ਮੋਰਚਾਬੰਦੀ ਕਰਕੇ ਰੱਖੀ ਹੋਈ ਸੀਗੀ। ਤੇ ਬਾਬਾ ਜਰਨੈਲ ਸਿੰਘ ਜੀ ਨੇ ਐਲਾਨ ਕੀਤਾ ਕਿ ਸੰਗਤਾਂ ਨੂੰ ਬਈ ਸਤਨਾਮ ਵਾਹਿਗੁਰੂ ਕਰਦੇ ਘਰ ਜਾਓ ਤੇ ਕੋਈ ਰੁੱਲਾ ਗੁੱਲਾ ਨਹੀਂ ਕਰਨਾ। ਤੇ ਪਰ ਬਾਬਾ ਜੀ ਨੂੰ ਐਂਬੈਸਡਰ ਕਾਰ ਵਿੱਚ ਬਿਠਾਇਆ ਗਿਆ। ਉਸ ਤੋਂ ਬਾਅਦ ਜਥੇਦਾਰ ਸੀਗਾ ਦਿੱਲੀ ਦਾ ਜਿਹੜਾ ਸੰਤੋਖ ਸਿੰਘ, ਉਹ ਗੱਡੀ ਦੇ ਬੋਨਟ ਉੱਤੇ ਬਹਿ ਗਏ ਸੀ, ਮੈਨੂੰ ਯਾਦ ਹੈ ਇਸ ਗੱਲ ਦਾ। ਤੇ ਅੱਗੋਂ ਪੁਲਿਸ ਨੇ ਬਿਨਾਂ ਕਿਸੇ ਵਾਰਨਿੰਗ, ਕੋਈ ਸੜਕ ਛੋਟੀ ਸੀਗੀ, ਬਿਨਾਂ ਕਿਸੇ ਵਾਰਨਿੰਗ ਤੋਂ ਪੁਲਿਸ ਨੇ ਪਹਿਲਾਂ ਲਾਠੀਚਾਰਜ ਸ਼ੁਰੂ ਕਰਤੀ, ਬਾਅਦ ਚ ਘੋੜੇ ਵਾਲਿਆਂ ਨੇ ਸ਼ਿਕਾਇਤ ਕਰਤੀ, ਬਾਅਦ ਚ ਟੀਅਰ ਗੈਸ ਚੱਲ ਪਈ। ਤੇ ਸੰਗਤਾਂ ਦੇ ਸੜਕਾਂ ਦੇ ਉੱਤੇ ਲੰਗਰ ਵੀ ਲੱਗੇ ਹੋਏ ਸੀ ਕਈ ਥਾਵਾਂ ਤੇ। ਤੇ ਝੋਨੇ ਨੂੰ ਪਾਣੀ ਲੱਗਾ ਹੁੰਦਾ ਸਤੰਬਰ ਚ, ਅੱਧਾ ਸੁੱਕਾ ਤੇ ਅੱਧਾ ਕੱਚਾ ਪੱਕਾ ਝੋਨਾ ਸੀ ਆਲੇ ਦੁਆਲੇ ਖੇਤਾਂ 'ਚ। ਤੇ ਜਦੋਂ ਪੁਲਿਸ ਨੇ ਗੋਲੀ ਚਲਾਈ ਆ, ਉੱਥੇ ਕੋਈ ਜ਼ਖਮੀ ਸਿੰਘਾਂ ਦਾ, ਕੋਈ ਸ਼ਹੀਦ ਸਿੰਘਾਂ ਦਾ ਜਿਹੜਾ ਖੂਨ ਸੀਗਾ, ਉਹ ਜਿਹੜਾ ਝੋਨੇ ਦੇ ਮਿੱਟੀ ਜਿਹਨੂੰ ਮੱਡ ਕਹਿ ਦਿੰਦੇ ਜਾਂ ਗੱਚ ਕਹਿ ਦਿੰਦੇ ਨੇ, ਉਹਦੇ ਵਿੱਚ ਸਿੰਘਾਂ ਦਾ ਖੂਨ ਰਲਿਆ ਹੋਇਆ ਸੀ। ਇੱਦਾਂ ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਨੂੰ ਮੈਂ ਜ਼ਖਮੀ ਸਿੰਘਾਂ ਨੂੰ ਚੁੱਕ ਕੇ ਲਿਜਾਂਦੇ ਵੇਖਿਆ, ਮੰਜਿਆਂ ਦੇ ਵੀ ਉੱਦਾਂ ਵੀ। ਤੇ ਜ਼ਖਮੀ ਸਿੰਘਾਂ ਨੂੰ ਫਟਾਫਟ ਪਹੁੰਚਾਇਆ ਗਿਆ। ਬਾਅਦ ਚ ਪਤਾ ਲੱਗਾ ਕਿ ਉੱਥੇ 20 ਤੋਤੇ ਸਿੰਘ ਜਿਹੜੇ ਨੇ ਸ਼ਹੀਦ ਹੋਏ ਨੇ। ਤੇ ਮੈਂ ਤੇ ਫਿਰ ਬੱਸੇ ਬਹਿ ਕੇ ਚਲੇ ਗਿਆ ਵਾਪਸ ਅੰਮ੍ਰਿਤਸਰ ਦਰਬਾਰ ਸਾਹਿਬ, ਦਲ ਖਾਲਸਾ ਦਾ ਜਿਹੜਾ ਦਫ਼ਤਰ ਸੀਗਾ ਗੁਰੂ ਨਾਨਕ ਨਿਵਾਸ 'ਚ। ਤੇ ਉੱਥੇ ਸ਼ਾਮ ਨੂੰ ਤਲਵੰਡੀ ਗਰੁੱਪ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਈਸਾਪੁਰੀ ਨੇ, ਜਿਹੜਾ ਤਲਵੰਡੀ ਸਾਹਿਬ ਦਾ ਦਫ਼ਤਰ ਸੀ, ਉਹਨਾਂ ਨੇ ਸਪੀਕਰ ਤੇ ਅਨਾਉਂਸਮੈਂਟ ਕੀਤੀ ਕਿ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿੱਚ 20 ਤੋਂ ਜ਼ਿਆਦਾ ਸਿੰਘ ਸ਼ਹੀਦ ਹੋਏ ਨੇ ਤੇ ਉਹਨਾਂ ਦੀ ਡੈੱਡ ਬਾਡੀ ਨੂੰ ਲਿਆ ਕੇ ਅੰਮ੍ਰਿਤਸਰ ਦੇ ਵੱਖ-ਵੱਖ ਸ਼ਮਸ਼ਾਨ ਘਾਟਾਂ ਦੇ ਵਿੱਚ ਸੰਸਕਾਰ ਕੀਤਾ ਗਿਆ। ਤੇ ਗੌਰਮੈਂਟ ਨੇ ਲਵਾਰਸ ਲਾਸ਼ਾਂ ਕਿਹਾ ਹੈ। ਤੇ ਜਿਹੜੇ ਜ਼ਖਮੀ ਹੋ ਗਏ ਜਾਂ ਕੋਈ ਹੋਰ ਸਿੰਘ ਸਨ, ਲੋਕਾਂ ਨੂੰ ਪਤਾ ਹੀ ਨਹੀਂ ਉਹ ਘਰਾਂ ਨੂੰ ਲੈ ਗਏ ਜਾਂ ਕੀ ਹੋਇਆ, ਕੁਝ ਨਹੀਂ ਪਤਾ ਲੱਗਾ। ਪੰਜਾਬ ਦੇ ਵਿੱਚ ਹਾਲਾਤ ਜਿਹੜੀ ਆ ਯਕਦਮ ਜਿਹੜੀ ਆ ਚੇਂਜਿੰਗ ਟਰਨਓਵਰ ਹੋਇਆ ਥੋੜਾ ਜਿਹਾ। ਤੇ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਸਾਹਿਬ ਆ ਗਏ। ਤੇ ਉਸ ਤੋਂ ਬਾਅਦ ਮੈਂ ਉੱਥੇ ਹੀ ਸੀਗਾ। ਜਹਾਜ਼ ਜਿਹੜਾ ਹਾਈਜੈਕ ਕੀਤਾ ਗਿਆ, ਕਿੰਨੇ ਜਣੇ ਸੀ ਉਹਦੇ ਵਿੱਚ? ਤੇ ਇਹ ਕਿਸ ਘਟਨਾ, ਕਿਹੜੀ ਸੰਤਾਂ ਦੀ ਗ੍ਰਿਫਤਾਰੀ ਦੇ ਰੋਸ ਦੇ ਵਿੱਚ ਕੀਤਾ ਗਿਆ, ਕਦੋਂ ਕੀਤਾ ਗਿਆ, ਉਹ ਘਟਨਾ ਕਿਹੜੀ ਸੀ? ਜਦੋਂ ਜੀ ਦੇਖੋ ਚੌਂਕ ਮਹਿਤੇ ਗੋਲੀ ਚੱਲਣ ਤੋਂ ਬਾਅਦ ਤੇ ਦਲ ਖਾਲਸਾ ਦੇ ਜਿਹੜੇ ਸਿੰਘ ਸੀਗੇ, ਕੁਝ ਹੋਰ ਮੈਂਬਰ ਜਿਹੜੇ ਕਿਧਰੇ ਆਏ ਹੋਏ ਸੀ ਤੇ ਚਲੇ ਗਏ, ਸਾਨੂੰ ਨਹੀਂ ਪਤਾ ਕਿੱਥੇ ਗਏ, ਕੀ ਕਰ ਰਹੇ ਨੇ, ਕੋਈ ਪਤਾ ਨਹੀਂ, ਕਿਸੇ ਨੂੰ ਕੋਈ ਦੱਸਿਆ ਵੀ ਨਹੀਂ। ਉਹ 18-19 ਤਰੀਕ ਨੂੰ ਮੈਂ ਕਿਹਾ ਉੱਥੋਂ ਨਿਕਲ ਗਏ ਸੀ ਅੰਮ੍ਰਿਤਸਰ ਤੋਂ 7-8 ਬੰਦੇ ਸਿੰਘ, ਜਿਹਦੇ 'ਚ ਭਾਈ ਗਜਿੰਦਰ ਸਿੰਘ ਹਰੀ ਸੀ ਤੇ ਹੋਰ ਸਿੰਘ ਵੀ ਸੀਗੇ। ਤੇ ਉਹ ਫਿਰ 21 ਤਰੀਕ ਨੂੰ ਮੈਂ ਖਿਆਲ ਵਾਪਸ ਆਏ ਰਾਤ ਨੂੰ। ਤੇ ਉੱਥੇ ਕੋਈ ਮੀਟਿੰਗ ਕੀਤੀ ਉਹਨਾਂ ਨੇ। ਤੇ ਦਲ ਖਾਲਸਾ 'ਚ ਟੋਟਲ 5 ਸਿੰਘ ਸ਼ਾਮਲ ਹੋਏ ਸੀਗੇ। ਤੇ ਜਿਹਦੇ ਵਿੱਚ ਭਾਈ ਗਜਿੰਦਰ ਸਿੰਘ ਜੀ ਨੇ ਮੇਰੇ ਤੋਂ ਪੁੱਛਿਆ ਵੀ ਤੇਜਿੰਦਰਪਾਲ ਸਿੰਘ ਆਹ ਗੱਲ ਹੈ ਤੇ ਜ਼ਿੰਦਗੀ ਮੌਤ ਦਾ ਸਵਾਲ ਹੈ, ਤੇ ਤੂੰ ਮੈਨੂੰ ਠਹਿਰ ਕੇ ਸਵੇਰੇ ਉੱਠ ਕੇ ਜਵਾਬ ਦੇ ਦੀ। ਮੈਂ ਕਿਹਾ ਜੀ ਹੁਣ ਵੀ ਚੱਲਣਾ ਤੇ ਬਾਅਦ 'ਚ ਵੀ ਜਾਣਾ। ਜਦ ਕੌਮ ਦਾ ਇੱਕ ਮਕਸਦ ਹੈ, ਕੌਮ ਦੇ ਉੱਤੇ 47 ਤੋਂ ਲੈ ਕੇ ਹੁਣ ਤੱਕ ਤਸ਼ੱਦਦ ਹੋ ਰਿਹਾ, ਸ਼ਹੀਦ ਕੀਤੇ ਜਾ ਰਹੇ ਨੇ ਸਿੰਘ, ਪੰਜਾਬ ਸਿੱਖ ਆਪਣਾ ਹੱਕ ਮੰਗਦੇ ਨੇ। ਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਹੋ ਚੁੱਕੀ ਹੈ ਪਹਿਲਾਂ ਤੋਂ ਬੜੀ ਵਾਰੀ। ਪੰਜਾਬੀ ਸੂਬੇ ਦਾ ਮੋਰਚਾ ਵੀ ਲੱਗਿਆ। ਹਰ ਵਾਰੀ ਸਿੱਖਾਂ ਨਾਲ ਸੈਂਟਰ ਗੌਰਮੈਂਟ ਵਧੀਕੀ ਕਰਦੀ ਆ। ਤੇ ਇਸ ਦੇ ਪ੍ਰੋਟੈਸਟ ਵਜੋਂ ਤੇ ਬਾਬਾ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਵਜੋਂ ਤੇ ਚੌਂਕ ਮਹਿਤੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਜਾਂ ਹੋਰ 47 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਜਾਤੀਆਂ ਹੋਈਆਂ, ਉਸ ਦੇ ਰੋਸ ਵਜੋਂ ਅਸੀਂ ਐਜ਼ ਏ ਪ੍ਰੋਟੈਸਟ ਹਾਈਜੈਕਿੰਗ ਕੀਤੀ ਹੈ, ਤਾਂ ਕਿ ਦੁਨੀਆ ਭਰ 'ਚ ਇੰਟਰਨੈਸ਼ਨਲ ਲੈਵਲ ਤੇ ਦੱਸਿਆ ਜਾ ਕੇ ਕਿ ਸਿੱਖ ਆਪਣਾ ਹੱਕ ਮੰਗਦੇ ਨੇ। ਸੋ ਆਹ ਗੱਲਬਾਤ ਹੋਈ ਹੈ। ਸਾਡੇ 5 ਸਿੰਘ ਸੀਗੇ, ਉਹਦੇ ਵਿੱਚ ਮੁੱਖ ਪੰਚ ਭਾਈ ਗਜਿੰਦਰ ਸਿੰਘ ਜੀ, ਭਾਈ ਸਤਨਾਮ ਸਿੰਘ ਜੀ, ਬਾਬਾ ਜਸਵੀਰ ਸਿੰਘ ਜੀ ਤੇ ਮੇਰਾ ਵੀਰ ਕਰਨ ਸਿੰਘ ਜੀ ਤੇ ਦਾਸ ਤੇਜਿੰਦਰਪਾਲ ਸਿੰਘ। ਔਰ 5 ਕੁਦਰਤ ਦੀ ਖੇਡ ਹੈ। 5 ਸਿੰਘ ਉਹ ਹਿੰਦੁਸਤਾਨ ਦੇ ਨਕਸ਼ੇ ਦੇ ਮੁਤਾਬਕ ਪੁਰਾਣੇ ਪੰਜਾਬ ਦੇ ਹਿੱਸੇ ਦੇ ਸੀ। ਜੰਮੂ ਤੋਂ ਭਾਈ ਕਰਨ ਸਿੰਘ ਜੀ, ਪੌਂਟਾ ਸਾਹਿਬ ਤੋਂ ਹਿਮਾਚਲ ਤੋਂ ਭਾਈ ਸਤਨਾਮ ਸਿੰਘ ਜੀ, ਭਾਈ ਜਸਵੀਰ ਸਿੰਘ ਜੀ ਹਰਿਆਣੇ ਚੋਂ ਤੇ ਭਾਈ ਗਜਿੰਦਰ ਸਿੰਘ ਜੀ ਚੰਡੀਗੜ੍ਹ ਤੋਂ, ਤੇ ਮੈਂ ਪੰਜਾਬ ਜਲੰਧਰ ਤੋਂ। 5 ਸਿੰਘ ਸੀਗੇ ਤੇ ਗੁਰੂ ਦੀ ਕਿਰਪਾ ਨਾਲ 5 ਸਿੰਘਾਂ ਨੇ
ਅਸੀਂ ਉਸ ਹਾਈਜੈਕਿੰਗ ਕੀਤੀ ਆ, ਹਾਈਜੈਕਿੰਗ ਕਰਕੇ ਪਾਕਿਸਤਾਨ ਚਲੇ ਗਏ। ਇਹ ਪਲਾਨ ਕਿਵੇਂ ਕੀਤਾ ਗਿਆ ਕਿ ਜਹਾਜ਼ ਕਿਹੜੇ ਹਾਈਜੈਕ ਕਰਨੇ ਨੇ, ਕਿੱਥੋਂ ਚੜਨਾ, 에ਅਰਪੋਰਟ ਦੇ ਵਿੱਚ ਕਿਵੇਂ ਵੜਨਾ ਹੈ ਹਨਾ, ਸਿਕਿਉਰਿਟੀਆਂ ਨੂੰ ਕਿਵੇਂ ਚਕਮਾ ਦੇ ਕੇ ਅੰਦਰ ਵੜਨਾ ਹੈ, ਜਹਾਜ਼ ਅਗਵਾ ਕਿਹੜੇ ਹਥਿਆਰ ਦੇ ਨਾਲ ਕਰਨਾ ਹੈ ਜਾਂ ਕਿਸ ਢੰਗ ਦੇ ਨਾਲ ਅਗਵਾ ਕਰਨਾ ਹੈ, ਲੈ ਕੇ ਕਿੱਥੇ ਜਾਣੇ ਨੇ, ਪਾਕਿਸਤਾਨ ਦੇ ਵਿੱਚ ਕਿਹੜੇ ਸਬੰਧ ਨੇ ਜਿਨ੍ਹਾਂ ਕੋਲ ਜਾ ਕੇ ਜਹਾਜ਼ ਤਾਰਾਂਗੇ, ਮੰਗਾਂ ਕਿਵੇਂ ਰੱਖਣੀਆਂ ਨੇ, ਇਹ ਪੂਰੀ ਪਲੈਨਿੰਗ ਕਿਵੇਂ ਕੀਤੀ ਜੀ? ਦੇਖੋ ਜੀ, ਹਾਈਜੈਕਿੰਗ ਕੀਤੀ ਆ ਤੇ ਗੁਰੂ ਦੇ ਆਸਰੇ ਕੀਤੀ ਆ। ਸਾਡੇ ਕੋਈ ਕਿਸੇ ਨਾਲ ਪਹਿਲਾਂ ਸੰਬੰਧ ਨਹੀਂ ਸੀਗੇ। ਹਾਈਜੈਕਿੰਗ ਦੀ ਪਲੈਨਿੰਗ ਭਾਈ ਗਜਿੰਦਰ ਸਿੰਘ ਇਹਨਾਂ ਨੇ ਬਣਾਈ ਜਾਂ ਹੋਰ ਸਿੰਘਾਂ ਨੇ ਬਣਾਈ, ਉਹਦੇ ਬਾਰੇ ਮੈਂ ਕੁਝ ਨਹੀਂ ਜ਼ਿਕਰ ਕਰ ਸਕਦਾ, ਨਾ ਮੈਨੂੰ ਪਤਾ। ਮੈਨੂੰ ਤਾਂ ਮੇਰੇ ਆਪਣੇ ਪਰਸਨਲ ਪਤਾ ਵੀ ਮੈਂ ਆ ਸ਼ਾਮਲ ਹੋਣਾ ਹੈ। ਉਹ ਜਿਹੜੇ 5 ਭਾਈ ਗਜਿੰਦਰ ਸਿੰਘ ਤੋਂ ਬਗੈਰ ਜਿਹੜੇ ਬਾਕੀ ਸਿੰਘ ਸੀਗੇ ਜਾਂ ਭਾਈ ਸਤਨਾਮ ਸਿੰਘ ਤੋਂ ਬਗੈਰ ਮੈਨੂੰ 2 ਬਾਕੀ ਬਾਰਿਆਂ ਬਾਰੇ ਕੋਈ ਨਹੀਂ ਪਤਾ। ਉੱਥੇ ਜਾ ਕੇ ਪਤਾ ਲੱਗਾ ਵੀ ਆ ਸਾਡੇ ਜਥੇਬੰਦੀ ਦੇ ਸਿੰਘ ਨੇ, ਕੋਈ ਪਹਿਲਾਂ ਦਰਸ਼ਨ ਕੀਤੇ ਹੋਏ ਨੇ। ਤੇ ਬਾਕੀ ਜਿਹੜੀ ਪਲੈਨਿੰਗ ਦੀ ਗੱਲ ਹੈ ਉਹ ਭਾਈ ਗਜਿੰਦਰ ਸਿੰਘ ਇਹਨਾਂ ਨੂੰ ਪਤਾ। ਜਿਹੜੀ ਕਿ ਭਾਈ ਗਜਿੰਦਰ ਸਿੰਘ ਜੀ ਨੇ ਸਾਰੀ ਪਲੈਨਿੰਗ ਕੀਤੀ ਸੀ, ਤੁਹਾਨੂੰ ਸਾਰਿਆਂ ਨੂੰ ਆਪਣਾ ਆਪਣਾ ਕੰਮ ਦਿੱਤਾ ਗਿਆ ਸੀ ਤੇ ਉਹ ਕਰਨਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਜਹਾਜ਼ 'ਚ ਗਏ, ਅਸੀਂ ਸਾਡੇ ਕੋਲ ਤਾਂ ਫਰੂਟ ਸੀਗਾ, ਸੇਬ ਸੀ ਤੇ ਅਮਰੂਦ ਸੀਗੇ, ਤੇ ਅਸੀਂ ਕੋਈ ਹੇਰਾ ਫੇਰੀ ਕੋਈ ਚਕਮਾ ਨਹੀਂ ਦਿੱਤਾ, ਆਰਾਮ ਨਾਲ 에ਅਰਪੋਰਟ 'ਚੋਂ ਲੰਘ ਗਏ ਆ, ਜਹਾਜ਼ 'ਚ ਬਹਿ ਗਏ ਆ। ਬਾਕੀ ਭਾਈ ਸਾਹਿਬ ਨੇ ਜਦੋਂ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਹੀ ਆ। ਐਜ ਏ ਪ੍ਰੋਟੈਸਟ ਅਸੀਂ ਜਦੋਂ ਹਾਈਜੈਕਿੰਗ ਕਰਕੇ ਪਾਕਿਸਤਾਨ ਪਹੁੰਚ ਗਏ। ਦੇਖੋ, ਸਾਡੀ ਕਿਸੇ ਪੈਸੇਂਜਰ ਨਾਲ ਕੋਈ ਦੁਸ਼ਮਣੀ ਨਹੀਂ, ਸਾਨੂੰ ਹਦਾਇਤ ਦਿੱਤੀ ਗਈ ਵੀ ਕਿਸੇ ਨੂੰ ਕੁਝ ਨਹੀਂ ਕਹਿਣਾ, ਟੱਚ ਨਹੀਂ ਕਰਨਾ ਜਿੰਨਾ ਚਿਰ ਤੁਹਾਨੂੰ ਕੁਝ ਨਹੀਂ ਕਹਿੰਦਾ। ਤੇ ਦੂਜੀ ਗੱਲ, ਕੋਆਪਰੇਟ ਕਰੋ ਵੀ ਸਾਡੀ ਤਾਂ ਐਜ ਏ ਪ੍ਰੋਟੈਸਟ ਹਾਈਜੈਕਿੰਗ ਹੈ। ਦੁਨੀਆ ਸਾਡੇ ਸਿੱਖ ਕੌਮ ਤੇ 47 ਤੋਂ ਲੈ ਕੇ ਹੁਣ ਤੱਕ ਜ਼ੁਲਮ ਹੋ ਰਿਹਾ, ਤਸ਼ੱਦਦ ਹੋ ਰਿਹਾ, ਅਸੀਂ ਆਪਣਾ ਹੱਕ ਮੰਗਦੇ ਹਾਂ। ਕੋ ਅਨੰਦਪੁਰ ਸਾਹਿਬ ਦਾ ਮਤਾ ਵੀ ਅਕਾਲੀ ਦਲ ਨੇ ਬਣਾਇਆ, ਮੁੜ ਕੇ ਕੁਝ ਨਹੀਂ ਮਿਲਿਆ। ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਕਰਾ ਦਿੱਤਾ ਗਿਆ, ਸਿਰਫ ਸਰਦਾਰ ਕਪੂਰ ਸਿੰਘ ਨੇ ਉਹ ਸਰਕੂਲਰ ਨਹੀਂ ਲਏ, ਬਾਕੀ ਸਾਰੇ ਡੀਸੀਆਂ ਨੇ ਲਏ ਸੀ ਉਸ ਵਕਤ 47 ਤੋਂ ਆਉਂਦਿਆਂ ਬਾਅਦ ਹੀ। ਉਹ ਲੜ ਕੇ ਆਏ ਲੋਕ ਪਾਕਿਸਤਾਨ ਤੋਂ, ਘਰ-ਬਾਰ ਘਾਟ ਤਬਾਹ ਕਰਾ ਕੇ, ਆਪਣੇ ਪਰਿਵਾਰ ਸ਼ਹੀਦ ਕਰਾ ਕੇ, ਆਪਣੀਆਂ ਇੱਜ਼ਤਾਂ ਬਚਾ ਕੇ ਜਿਹੜੇ ਕੁਝ ਆ ਸਕੇ ਤੇ ਆ ਸਕੇ। ਤੋ ਉਹ ਐਜ਼ ਏ ਪ੍ਰੋਟੈਸਟ ਹੈ। ਬਾਕੀ ਕੋਈ ਰੋਸ ਜਤਾਉਣ ਦੇ ਲਈ, ਹਾਂ ਰੋਸ ਸੀਗਾ, ਬਾਕੀ ਕੋਈ ਕਿਸੇ ਨਾਲ ਸੰਬੰਧ ਨਹੀਂ ਸੀ। ਇਹ ਗੁਰੂ ਮਹਾਰਾਜ ਜਾਣੀ ਜਾਣ, ਹਾਈਜੈਕਿੰਗ ਕਰਕੇ ਅਸੀਂ ਪਾਕਿਸਤਾਨ ਜ਼ਰੂਰ ਪਹੁੰਚ ਗਏ। ਕਿਹੜੇ ਦਿਨ ਦੀ ਘਟਨਾ ਇਹ? ਤੇ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਤੁਹਾਡੇ ਕੋਲ ਸੇਬ ਤੇ ਅਮਰੂਦ ਸੀ, ਤਾਂ ਸੇਬ ਤੇ ਅਮਰੂਦਾਂ ਨਾਲ ਕਿਵੇਂ ਇਹ ਪੋਸੀਬਲ ਕਿਵੇਂ ਕੀਤਾ? ਭਾਜੀ, ਜਦੋਂ ਉਹਨੇ ਕੋਈ ਕਾਰਜ ਕਰਾਉਣਾ ਹੋਵੇ ਤੇ ਕੀੜੀ ਤੋਂ ਵੀ ਹਾਥੀ ਮਰਵਾ ਦਿੰਦਾ। ਇਹ ਗੁਰੂ ਦੀ ਬਖਸ਼ਿਸ਼ ਸੀਗੀ, ਨਾ ਕਿ ਅਸੀਂ ਕੋਈ ਯੋਧੇ ਆ ਤੇ ਨਾ ਸਾਡੇ ਕੋਲ ਟ੍ਰੇਨਿੰਗ ਹੈ। ਇਹ ਗੁਰੂ ਅੱਗੇ ਅਰਦਾਸ ਕੀਤੀ ਆ, ਅਸੀਂ ਐਜ ਏ ਪ੍ਰੋਟੈਸਟ ਗਏ ਆ, ਹਾਈਜੈਕਿੰਗ ਕਰਕੇ ਪਾਕਿਸਤਾਨ 'ਚ ਪਹੁੰਚ ਗਏ। ਸਾਡਾ ਪਹਿਲਾ ਮਕਸਦ ਇਹ ਸੀਗਾ, ਹਾਈਲਾਈਟ ਕਰਤਾ। ਅੱਗੇ ਜੋ ਭਾਵੇਗਾ ਕੋ ਸਾਨੂੰ ਇਹ ਉਹਨਾਂ ਸੰਤਾਂ ਦੀ 20 ਸਤੰਬਰ 1981 ਦੀ ਗ੍ਰਿਫਤਾਰੀ ਆ, ਤੇ 29 ਸਤੰਬਰ 1981 ਨੂੰ ਅਸੀਂ ਹਾਈਜੈਕਿੰਗ ਕਰਕੇ ਪਾਕਿਸਤਾਨ ਦੀ ਧਰਤੀ ਤੇ ਉਤਰ ਗਏ। ਜਦੋਂ ਜਹਾਜ਼ ਦੇ ਵਿੱਚ ਚੜੇ, ਜਦੋਂ ਅੰਦਰ ਜਾ ਕੇ ਇਹ ਦੱਸਿਆ ਹੋਣਾ ਕਿ ਜਹਾਜ਼ ਅਸੀਂ ਹਾਈਜੈਕ ਕਰ ਲਿਆ ਆ, ਪਾਇਲਟ ਨੂੰ ਕਿਹਾ ਕਿ ਭਾਈ ਇਹਨੂੰ ਪਾਕਿਸਤਾਨ ਲੈ ਚਲੋ, ਤੁਹਾਡੇ ਕੋਲ ਸੇਬ ਤੇ ਅਮਰੂਦ ਸੀ, ਉਹਨਾਂ ਨੂੰ ਤੁਸੀਂ ਕਿਸ ਗੱਲ ਦੇ ਨਾਲ ਆਪਣੇ ਭਰੋਸੇ ਦੇ ਵਿੱਚ ਲੱਤਾ ਕਿ ਹਾਂ ਅਸੀਂ ਹਾਈਜੈਕ ਕਰ ਚੁੱਕੇ ਹਾਂ, ਤੇ ਉਹ ਡਰੇ ਜਾਂ ਉਹਨਾਂ ਨੇ ਤੁਹਾਡੇ ਨਾਲ ਕੋਆਪਰੇਟ ਕੀਤਾ, ਜਾਂ ਉਸ ਮਾਹੌਲ ਕਿਵੇਂ ਦਾ ਸੀ ਉੱਥੇ ਦਾ? ਕੋਈ ਰਲਵਾ ਮਿਲਵਾ ਕੰਮ ਹੋਇਆ। ਕੋਈ ਜਦ ਬੰਦੇ ਨੇ ਕੋਈ ਜਹਾਜ਼ ਹੈ, ਕੋਈ ਇਹ ਸੜਕ ਤੇ ਜਾਂਦੀ ਟ੍ਰੇਨ ਤਾਂ ਬੱਸ ਤੇ ਹੈ ਨੀ ਗੀ, ਹਵਾ ਦੇ ਵਿੱਚ ਆ, ਉਹਨੂੰ ਵੀ ਪਤਾ ਕਿ ਜਿਹੜੀ ਹੈ ਨੁਕਸਾਨ ਹੁੰਦਾ ਪਬਲਿਕ ਦਾ, ਜਨਤਾ ਦਾ। ਬਾਕੀ ਗੁਰੂ ਦੇ ਆਸਰੇ ਹੈ। ਮੈਂ ਐਵੇਂ ਗੱਲਾਂ ਕਰੀ ਜਾਵਾਂ ਇੱਧਰ ਉੱਧਰ ਦੀਆਂ, ਕੋਈ ਫਾਇਦਾ ਨਹੀਂ। ਗੁਰੂ ਮਹਾਰਾਜ ਨੇ ਸਾਨੂੰ ਸਮੱਤ ਬਖਸ਼ੀ, ਅਸੀਂ ਪੀਸਫੁਲੀ ਕੀਤਾ, ਹਾਈਜੈਕਿੰਗ ਕੀਤੀ, ਅਸੀਂ ਉੱਥੇ ਜਹਾਜ਼ ਲੈਂਡ ਹੋ ਗਿਆ। ਸੇਬ ਤੇ ਅਮਰੂਦਾਂ ਨੂੰ ਬੰਬਾਂ ਵਾਂਗ ਦਰਸਾਇਆ ਕਿ ਬੰਬ ਨੇ? ਬਿਲਕੁਲ, ਉਹ ਤਾਂ ਦਿਖਾਣੇ ਹੀ ਰਮਾਲ ਹੀ। ਸੇਬ ਬੰਬ ਤੇ ਕੀ ਹੈ, ਦਹਿਸ਼ਤ, ਇੱਕ ਮਾਹੌਲ ਕ੍ਰੀਏਟ ਕਰਨਾ ਹੁੰਦਾ। ਤੇ ਦੂਜੀ ਗੱਲ, ਅਸੀਂ ਉਸ ਤੋਂ ਬਾਅਦ ਸਾਡੇ ਜਦੋਂ ਜਹਾਜ਼ ਲੈਂਡ ਹੋ ਗਿਆ, ਪਾਕਿਸਤਾਨ ਅਥਾਰਟੀ ਨਾਲ ਗੱਲਬਾਤ ਹੋਈ, ਕੁਝ ਡਾਕਟਰ ਵੀ ਆਏ, ਕੁਝ ਕੁੜੀ ਇੱਕ ਜਨਾਨੀ ਮਾੜੀ ਜਿਹੀ ਢਿੱਲੀ ਹੋ ਗਈ, ਉਹਨੂੰ ਦਵਾਈ ਦੂਈ ਦੇ ਦਿੱਤੀ ਉਹਨੇ। ਉਸ ਤੋਂ ਬਾਅਦ ਉਹਨਾਂ ਨੂੰ ਕੁਝ ਖਾਣ ਪੀਣ ਦੀ ਸਨੈਕਸ ਵਗੈਰਾ ਮੰਗੇ। ਕੋਈ ਇਸ ਜਹਾਜ਼ ਲੋਕਲ ਫਲਾਈਟਾਂ 'ਚ ਸਨੈਕਸ ਨਹੀਂ, ਸਿਰਫ ਟੌਫੀ ਤੇ ਚਾਹ ਪਾਣੀ ਹੈ, ਸਿਰਫ ਬਿਸਕੁਟ ਦੇ। ਕਿੱਥੇ ਜਾ ਰਹੀ ਸੀ ਫਲਾਈਟ? ਇਹ ਫਲਾਈਟ ਅੰਮ੍ਰਿਤਸਰ ਤੋਂ ਦਿੱਲੀ ਤੋਂ ਸ਼੍ਰੀਨਗਰ ਜਾਣੀ ਸੀ ਵਾਇਆ ਅੰਮ੍ਰਿਤਸਰ। ਅਸੀਂ ਅੰਮ੍ਰਿਤਸਰ ਤੋਂ ਪਹਿਲਾਂ ਉਹਨੂੰ ਹਾਈਜੈਕਿੰਗ ਕਰਕੇ ਪਾਕਿਸਤਾਨ ਵਾਸਤੇ ਦਿੱਲੀ ਚੜੇ ਸੀ? ਦਿੱਲੀ ਤੋਂ ਚੜੇ, ਅੰਮ੍ਰਿਤਸਰ ਤੇ ਟਿਕਟ ਸੀ ਸਾਡੇ ਕੋਲ। ਤੇ ਮੈਂ ਕਿਹਾ 15ਵੇਂ-16ਵੇਂ ਮਿੰਟ ਜਹਾਜ਼ ਹਾਈਜੈਕਿੰਗ ਕਰਕੇ। ਕਿੰਨੇ ਜਹਾਜ਼? ਇੱਕ ਜਹਾਜ਼ ਹਾਈਜੈਕ ਕੀਤਾ? ਟੋਟਲ 5 ਜਹਾਜ਼ ਸਿੱਖਾਂ ਨੇ ਅਗਵਾ ਕੀਤੇ ਨੇ ਐਜ਼ ਏ ਪ੍ਰੋਟੈਸਟ। ਪਹਿਲਾ ਸਾਡੇ ਵਾਲਾ ਸੀ, ਦੂਜੇ ਕਿ ਸਾਡੇ ਗੌਰਮੈਂਟ ਨੇ ਕਿਰਪਾਨ ਤੇ ਪਾਬੰਦੀ ਲਾਈ, ਭਾਈ ਗੁਰਬਖਸ਼ ਸਿੰਘ ਨੇ ਰਬੜ ਦੀ ਗੇਂਦ ਨਾਲ ਜਹਾਜ਼ ਅਗਵਾ ਕਰਕੇ ਦਿਖਾਤਾ। ਤੀਸਰਾ ਭਾਈ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ,
ਜਿਹਨੂੰ ਬਾਅਦ ਚ ਡੀਐਸਪੀ ਨੇ 에ਅਰਪੋਰਟ ਤੇ ਗੋਲੀ ਮਾਰਤੀ। ਉਹ ਜਹਾਜ਼ ਲੈ ਕੇ, ਇਹ ਦੋਨੋਂ ਜਹਾਜ਼ ਪਾਕਿਸਤਾਨ ਗਏ ਸੀ, ਉੱਥੋਂ ਵਾਪਸ ਆ ਗਏ। ਭਾਈ ਬਖਸ਼ੀ ਗੁਰਬਖਸ਼ ਸਿੰਘ ਨੇ ਕਿਹਾ ਕਿ ਮੈਂ ਸਿਰਫ ਰੋਸ ਮੁਜ਼ਾਹਰਾ ਕੀਤਾ ਕਿ ਹਾਈਜੈਕਿੰਗ ਜਿਹਨੇ ਕਰਨੀ ਹੋਵੇ ਕਿਰਪਾਨ ਤੋਂ ਬਗੈਰ ਵੀ ਹੋ ਸਕਦੀ ਹੈ। ਤੇ ਭਾਈ ਮਨਜੀਤ ਸਿੰਘ ਨੂੰ ਸ਼ਹੀਦ ਕੀਤਾ ਗਿਆ। ਇਹਨੇ ਕਿਤੇ ਡੀਐਸਪੀ ਗੁਰਵਰਧਨ ਸਿੰਘ, ਜਿਹੜੀ ਸੁਣਨ ਚ ਗੱਲ ਆਈ ਆ, ਉਹਨੇ ਇਹਨੂੰ ਗੋਲੀ ਮਾਰੀ ਤੇ ਸ਼ਹੀਦ ਕਰਤਾ। ਤੇ ਉਸ ਤੋਂ ਬਾਅਦ ਚੌਥਾ ਹੋਇਆ ਹਾਈਜੈਕਿੰਗ ਪਰਮਿੰਦਰ ਸਿੰਘ ਆਰਫੜ ਮੋਲੇ ਵਾਲਾ। ਉਹ ਹਾਈਜੈਕਿੰਗ 5 ਜੁਲਾਈ 1984 ਨੂੰ ਹੋਈ। ਉਦੋਂ ਕਸ਼ਮੀਰ ਦੇ ਹਾਲਾਤ ਵੀ ਵਿਗੜੇ ਹੋਏ ਸੀਗੇ ਤੇ ਉਹ ਵਾਹਵਾ ਚਿਰ 1.5-2 ਘੰਟੇ ਲਾਹੌਰ ਉੱਤੇ ਫਿਰਦੇ ਰਹੇ, ਲਾਹੌਰ ਦੇ ਸ਼ਹਿਰ ਦੇ। ਫਿਰ ਉਸ ਤੋਂ ਬਾਅਦ ਗੌਰਮੈਂਟ ਨੂੰ ਮਨਜ਼ੂਰੀ ਨਾਲ ਜਦ ਸਿਲੰਡਰ ਹੋਣਾ ਪਿਆ ਕਿ ਤੇਲ ਖਤਮ ਹੋ ਜਾਏਗਾ ਤੇ ਸਵਾਰੀਆਂ ਦਾ ਨੁਕਸਾਨ ਹੋਏਗਾ। ਉਸ ਤੋਂ ਬਾਅਦ 5ਵਾਂ ਹਾਈਜੈਕਿੰਗ ਹੋਈ। ਭਾਈ ਕਵਲਜੀਤ ਸਿੰਘ, ਮੈਨੂੰ ਨਾਂ ਨਹੀਂ ਯਾਦ ਆ ਰਿਹਾ ਬਾਅਦ ਸੁਨਾਮ ਦਾ, ਉਹ ਸ਼ਹੀਦ ਹੋ ਗਿਆ ਸੀ ਬਾਅਦ ਚ। ਉੱਥੇ ਉਹਨਾਂ ਨੇ ਮਾਰਦਾ ਸੀ ਇਹਨਾਂ ਨੇ, ਪੁਲਿਸ ਨੇ ਉਹਨਾਂ ਨੂੰ ਉੱਥੇ ਕੀਤਾ ਤੇ ਦੁਬਈ ਲੈ ਗਏ। ਦੁਬਈ ਤੋਂ ਵਾਪਸ ਇੱਥੇ ਇੰਡੀਆ ਚ ਜੈਪੁਰ, ਜੋਧਪੁਰ ਕੇ ਜੈਪੁਰ ਜੇਲ੍ਹ ਵਿੱਚ ਲੈ ਗਏ। ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਸਿੰਘਾਂ ਨੂੰ। ਟੋਟਲ ਮੇਰੇ ਖਿਆਲ 21 ਜਹਾਜ਼, ਇਹ 21 ਸਿੰਘ ਸੀਗੇ 5 ਹਾਈਜੈਕਿੰਗਾਂ ਚ। ਤੁਸੀਂ ਜਿਸ ਜਹਾਜ਼ ਨੂੰ ਅਗਵਾ ਕੀਤਾ, ਜਦੋਂ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਕਿਤੇ ਇਦਾਂ ਦੀ ਕੋਈ ਕਾਰਵਾਈ ਪਾਉਣੀ ਹੁੰਦੀ ਹੈ ਤਾਂ ਉਹ ਤੋਂ ਪਹਿਲਾਂ ਉਹ ਪੂਰੀ ਟ੍ਰੇਨਿੰਗ ਲੈਂਦੇ ਨੇ ਕਿ ਆਹ ਜਗ੍ਹਾ ਆ, ਇੱਥੇ ਇਦਾਂ ਇਦਾਂ ਅੰਦਰ ਜਾਇਆ ਜਾਊਗਾ। ਤੁਸੀਂ ਪਹਿਲਾਂ ਕਦੇ ਉਸ 에ਅਰਪੋਰਟ ਤੇ ਗਏ ਸੀ ਜਾਂ ਉਹ ਜਹਾਜ਼ ਦੇ ਵਿੱਚ ਉਦਾਂ ਕਦੇ ਸਫ਼ਰ ਕੀਤਾ ਸੀ? ਸਾਰੀ ਇਹ ਘਟਨਾਵਾਂ ਪਹਿਲੀ ਵਾਰ ਦੀਆਂ ਸੀ? ਦੇਖੋ ਜੀ, ਮੈਂ ਉਸ ਤੋਂ ਪਹਿਲਾਂ ਮੈਂ ਕੈਨੇਡਾ ਹੋ ਆਇਆ 1975 ਦੇ ਵਿੱਚ। ਮੇਰਾ ਪਰਿਵਾਰ ਹੈ, ਮੇਰੀ ਫੈਮਿਲੀ ਹੈ। ਵਕਤ ਦੀ ਹਾਲਾਤ ਦੀ ਮਜਬੂਰੀ ਕਰਕੇ ਮੈਨੂੰ ਵਾਪਸ ਆਉਣਾ ਪੈ ਗਿਆ। ਤੇ ਬਾਕੀ ਮੇਰਾ ਖਿਆਲ ਸ਼ਖਸ ਭਾਈ ਗਜਿੰਦਰ ਸਿੰਘਾਂ ਨੇ ਜਿਹੜੀ ਜਹਾਜ਼ ਦੀ ਫਲਾਈਟ ਲਈ ਹੋਈ ਹੈ ਪਹਿਲਾਂ ਵੀ, ਬਾਕੀਆਂ ਦਾ ਮੈਨੂੰ ਕੋਈ ਪਤਾ ਨਹੀਂ। ਇਹ ਤੋਂ ਪਾਕਿਸਤਾਨ ਪਹੁੰਚਦੇ ਹੋ, ਪਾਕਿਸਤਾਨ ਦੀ ਫਿਰ ਅੰਬੈਸੀਆਂ ਦੇ ਨਾਲ ਜਾਂ ਉੱਥੇ ਦੀ ਸਰਕਾਰ ਦੇ ਨਾਲ ਕੀ ਗੱਲਬਾਤ ਹੁੰਦੀ ਹੈ? ਤੁਸੀਂ ਕੀ ਗੱਲਬਾਤ ਮੂਹਰੇ ਰੱਖੀ ਫਿਰ? ਉਹ ਭਾਈ ਗਜਿੰਦਰ ਸਿੰਘ ਤੇ ਸਤਨਾਮ ਸਿੰਘ ਦੀ ਪਲੈਨਿੰਗ ਸੀਗੀ। ਉਹ ਅੱਗੇ ਹੋ ਕੇ ਗੱਲ ਕਰਦੇ ਰਹੇ, ਅਸੀਂ ਤਾਂ ਪਿੱਛੇ ਆਪਣਾ ਡਿਊਟੀ ਦੇ ਰਹੀ ਸੀ। ਤੇ ਸਾਡੀ ਕੋਈ ਸਵਾਰੀਆਂ ਨਾਲ ਕਿਸੇ ਦਾ ਝਗੜਾ ਤਾਂ ਹੈ ਨਹੀਂ। ਤੇ ਸਵਾਰੀਆਂ ਨੂੰ ਖਾਣਾ, ਉਦੋਂ ਜੋ ਸਨੈਕਸ ਵਗੈਰਾ ਵੀ ਪਾਕਿਸਤਾਨ ਅਥਾਰਟੀ ਨੇ ਦਿੱਤੇ। ਮੇਰੇ ਉੱਥੇ ਜਹਾਜ਼ ਦੇ ਵਿੱਚੋਂ ਮੈਂ ਕੈਂਡੀਆਂ ਲੈ ਕੇ ਸਾਰੇ ਬੱਚਿਆਂ ਨੂੰ ਵੰਡ ਦਿੱਤੀਆਂ, ਕਿਸੇ ਨੂੰ ਨਾ ਨਹੀਂ ਕੀਤੀ। ਫਿਰ ਸਾਡੇ ਜਿਹੜੇ ਵੀਰਾਂ ਨੇ, ਇੱਕ ਪਹਿਲਾਂ ਮਾਤਾ ਛੱਡੀ, ਕੋਈ ਉਹਦੀ ਕਿਰਿਆ ਕਿਤੇ ਜਾਣਾ ਸੀ ਕਿਸੇ ਦੀ। ਉਸ ਤੋਂ ਬਾਅਦ ਪਤਾ ਨਹੀਂ ਪਾਕਿਸਤਾਨ ਅਥਾਰਟੀ ਨੇ ਉਹਨੂੰ ਭੇਜਿਆ ਕਿ ਨਹੀਂ ਭੇਜਿਆ, ਫੌਰਨ ਜਹਾਜ਼ ਦੇ ਕੋਈ ਚਿਰਾਂ ਬਾਅਦ। ਫਿਰ ਉਸ ਤੋਂ ਬਾਅਦ ਲੇਡੀਜ਼ ਛੱਡ ਦਿੱਤੀਆਂ, ਬਜ਼ੁਰਗ ਛੱਡਤੇ, ਬੱਚੇ ਛੱਡਤੇ, ਸੀਨੀਅਰ ਸਿਟੀਜ਼ਨ ਛੱਡ ਦਿੱਤੇ, ਬਜ਼ੁਰਗ ਵੀ, ਤੇ ਲੇਡੀਜ਼ ਸਾਰੀਆਂ ਛੱਡ ਦਿੱਤੀਆਂ। ਕੋਈ ਸਾਡੀ ਕੋਈ ਦੁਸ਼ਮਣੀ ਥੋੜੀ ਹੈ। ਪਾਕਿਸਤਾਨ ਅਥਾਰਟੀ ਨਾਲ ਗੱਲ ਹੋਈ। ਕੀ ਗੱਲ ਹੋਈ ਇਹ ਭਾਈ ਗਜਿੰਦਰ ਸਿੰਘ ਦਾ ਭਾਈ ਸਤਨਾਮ ਸਿੰਘ ਦੱਸ ਸਕਦੇ ਆ। ਉਹਨਾਂ ਨੇ ਜਿਹੜੇ ਮੁਜ਼ਾਕਰਾਤ ਕੀਤੇ, ਜਿਹੜੀ ਗੱਲਬਾਤ ਕੀਤੀ ਹੈ, ਇਹਨਾਂ ਸੀਗਾ ਵੀ ਸਾਡੀਆਂ ਆਹ ਡਿਮਾਂਡਾਂ ਨੇ, ਚੌਂਕ ਮੈਂ ਤੇ ਗੋਲੀ ਚੱਲੀ ਆ, ਉਹਨਾਂ ਸਿੰਘਾਂ ਦੀ, ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ, ਉਹਦੀ ਇਨਕੁਆਇਰੀ ਕੀਤੀ ਜਾਵੇ, ਜਿਹੜੇ ਜ਼ਿਲ੍ਹਾ ਸਿੰਘ ਰਿਹਾ ਕੀਤਾ ਜਾਵੇ, ਤੇ ਖਾਲਿਸਤਾਨ ਦੀ ਸੰਘਰਸ਼ ਲਈ ਕਿਹਾ ਜਾਵੇ। ਬਾਕੀ ਤਾਂ ਇਹੀ ਗੱਲਾਂ ਸੀਗੀਆਂ ਮੇਨ, ਤੇ ਖਾਲਿਸਤਾਨ ਤਰੀਕ ਨੂੰ ਹਾਈਲਾਈਟ ਕੀਤਾ। ਜਦੋਂ ਤੁਸੀਂ ਉੱਥੇ ਨਿਆਣਿਆਂ ਦੇ ਵਿੱਚ ਟੌਫੀਆਂ ਵੰਡੀਆਂ, ਉਹਨਾਂ ਲੋਕਾਂ ਨੂੰ ਜਾਣ ਦਿੱਤਾ ਗਿਆ, ਤੁਸੀਂ ਉਹਨਾਂ ਦੇ ਨਾਲ ਦੋਸਤਾਨਾ ਰਵੱਈਆ ਵਰਤਿਆ, ਉਹਨਾਂ ਦੇ ਨਾਲ ਇਨਸਾਨੀਅਤ ਦੇ ਨਾਲ ਰਹੇ, ਹਨਾ, ਪਿਆਰ ਦੇ ਨਾਲ ਵਰਤੇ, ਤਾਂ ਉਹਨਾਂ ਦਾ ਰਵੱਈਆ ਤੁਹਾਡੇ ਪ੍ਰਤੀ ਕਿਹੋ ਜਿਹਾ? ਜਦੋਂ ਅਗਵਾ ਕੀਤਾ ਹੋਊਗਾ ਇੱਕ ਵਾਰ ਡਰੇ ਹੋਣਗੇ, ਉਸ ਤੋਂ ਬਾਅਦ ਤੁਹਾਡਾ ਉਹਨਾਂ ਨੇ ਰਵੱਈਆ ਦੇਖ ਕੇ ਉਹ ਕਿਸ ਢੰਗ ਦੇ ਨਾਲ ਵਰਤੇ ਤੁਹਾਡੇ ਨਾਲ? ਬੜੇ ਪਿਆਰ ਨਾਲ ਕਰ ਰਹੇ ਸੀ, ਬੜੇ ਪਿਆਰ ਨਾਲ ਕਰੇ ਅੰਕਲ ਜੀ ਬਾਏ। ਉਹ ਕਿਤੇ ਕਿਸੇ, ਮੈਂ ਕਿਹਾ ਕਿਸੇ ਨੇ ਪੁਰਾਣੀ ਇੱਕ ਕਿਸੇ ਲੇਡੀ ਦੀ ਪਾਈ ਵੀ ਆ ਰਿਕਾਰਡਿੰਗ ਕੀਤੀ ਹੋਈ ਫੋਟੋ, ਮੈਨੂੰ ਹੁਣ ਤਾਂ ਯਾਦ ਨਹੀਂ, ਬੜੇ ਚਿਰਾਂ ਦੀ। ਬਈ ਆਈ ਜੇਕਰ ਬੜੇ ਨਾਈਸ ਸਨ। ਅਸੀਂ, ਸਾਡੀ ਕੋਈ ਦੁਸ਼ਮਣੀ ਥੋੜੀ ਸੀ ਆਵਾਮ ਦੇ ਨਾਲ, ਸਵਾਰੀਆਂ ਨਾਲ। ਸਰਕਾਰ ਨਾਲ ਟੱਕਰ ਹੈ, ਪ੍ਰੋਟੈਸਟ ਹੈ। ਸਾਡੇ ਤੇ 에ਅਰ ਹੋਸਟਸ ਤੇ ਪਾਇਲਟ ਨਾਲ ਵੀ ਬੜੇ ਪਿਆਰ ਨਾਲ ਮਿਲਦੇ ਰਹੇ। ਅਸੀਂ ਤੇ ਉਹ ਸਾਰਿਆਂ ਨੂੰ ਜਿਹੜਾ ਰਾਸ਼ਨ ਪਾਣੀ, ਜੋ ਵੀ ਸਾਨੂੰ ਸਨੈਕਸ ਵਗੈਰਾ, ਕੋਲਡ ਡਰਿੰਕ ਵਗੈਰਾ ਆਈ ਹੈ, ਅਸੀਂ ਉਹਨਾਂ ਨੂੰ ਆਪਣੇ ਹੱਥੀਂ ਖੋਲ ਕੇ ਦਿੰਦੇ ਰਹੇ ਸਭ ਤੋਂ ਪਹਿਲਾਂ। ਬਾਅਦ ਚ ਅਸੀਂ ਜੇ ਹੈਗੀ ਤੇ ਛਕੀ ਹੈ ਬਾਅਦ ਚ। ਕੋਈ ਸਿੱਖ ਦਾ ਫਰਜ਼ ਹੈ ਘਾਲ ਖਾਏ ਕੇ। ਅਸੀਂ ਤਾਂ ਆਪਣੀ ਮਿਹਨਤ, ਆਪਣੇ ਕੌਮ ਲਈ ਕੁਰਬਾਨੀ ਕਰ ਰਹੇ ਹਾਂ। ਸਾਡੀ ਕਿਸੇ ਸਵਾਰੀ ਨਾਲ ਕੋਈ ਦੁਸ਼ਮਣੀ ਥੋੜੀ ਹੈ, ਨਹੀਂ ਦੁਸ਼ਮਣੀ। ਉਸ ਤੋਂ ਬਾਅਦ ਤੁਹਾਡੀ ਗ੍ਰਿਫਤਾਰੀ ਕਿਵੇਂ ਹੁੰਦੀ ਹੈ? ਤੁਸੀਂ ਉਹ ਜਹਾਜ਼ ਨੂੰ ਛੱਡਦੇ ਕਿਵੇਂ ਹੋ? ਸਾਡੇ ਤੇ ਕਮਾਂਡੋ ਆਏ 21 ਘੰਟੇ ਬਾਅਦੋਂ। 21 ਘੰਟਿਆਂ ਬਾਅਦੋਂ ਸਾਡੇ ਤੇ ਕਮਾਂਡੋ ਹੋਇਆ ਤੇ ਅਸੀਂ, ਕਮਾਂਡੋ ਨੇ ਸਾਨੂੰ ਅਰੈਸਟ ਕਰ ਲਿਆ। ਅਰੈਸਟ ਕਿਵੇਂ ਕੀਤਾ ਤੁਸੀਂ? ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਬੀਬੀਆਂ ਤੱਕ ਸਾਰੇ ਛੱਡ ਦਿੱਤੇ, ਨੌਜਵਾਨ ਵਰਗ ਰਹਿ ਗਏ। ਆ ਗਏ, ਸਫਾਈ ਵਾਲੇ ਕਰਮਚਾਰੀ ਬਣ ਕੇ ਆ ਗਏ। ਉਹ ਭਾਈ ਸਾਹਿਬ ਥੱਲੇ ਬੈਠੇ ਸੀ, 2 ਉੱਤੇ ਸੀਗੇ, ਅਸੀਂ ਪਰੇ ਗਏ ਸੀ, ਸਾਨੂੰ ਅਰੈਸਟ ਕਰ ਲਿਆ। ਧੋਖੇ ਜਾਂ ਉਹਨਾਂ ਨੇ ਆਪਣੀ ਚਲਾਕੀ ਵਰਤ ਕੇ। ਜਿੱਦਾਂ ਹੀ ਦੇਖੋ, ਜਿੱਦਾਂ ਅਸੀਂ ਹਾਈਜੈਕਿੰਗ ਕੀਤੀ, ਉਦੋਂ ਉਹਨਾਂ ਨੂੰ ਵੀ ਧੋਖਾ ਕਰ ਲਿਆ। ਕੋ ਸਾਨੂੰ, ਅਸੀਂ ਆਪਣੇ ਇੱਕ ਮਿਸ਼ਨ 'ਚ ਕਾਮਯਾਬ ਸੀ, ਅਸੀਂ ਧਰਤੀ ਤੇ ਪਹੁੰਚ ਗਏ, ਬਗਾਨੀ ਧਰਤੀ ਤੇ ਪਹੁੰਚ ਗਏ।
ਅਸੀਂ ਉਸ ਨੂੰ ਇੰਟਰਨੈਸ਼ਨਲ ਲੈਵਲ ਤੇ ਹਾਈਲਾਈਟ ਕਰ ਲਈ। ਤੁਹਾਡਾ ਸਿਰਫ ਤੁਸੀਂ ਹਾਈਲਾਈਟ ਕਰਨਾ ਚਾਹੁੰਦੇ ਸੀ ਕਿ ਪੂਰੀ ਦੁਨੀਆ ਸਾਹਮਣੇ ਜਾਓ। ਖਾਲਿਸਤਾਨ ਦੇ ਸੰਘਰਸ਼ ਨੂੰ ਹਾਈਲਾਈਟ ਕਰਨਾ, ਖਾਲਿਸਤਾਨ ਵਿੱਚ ਸਿੱਖ ਮੰਗ ਰਹੇ ਨੇ ਤੇ ਬਾਬਾ ਜਰਨੈਲ ਸਿੰਘ ਦੀ ਗ੍ਰਿਫਤਾਰੀ ਵੀ, ਇਹਨੇ ਦੋਨਾਂ ਚੀਜ਼ਾਂ ਨੂੰ ਇਕੱਠੇ ਜੋੜਿਆ ਜਾਵੇ। ਤੇ ਜੋ 47 ਤੋਂ ਲੈ ਕੇ ਸਿੱਖਾਂ ਤੱਕ ਹੁਣ ਜ਼ੁਲਮ ਤਸ਼ੱਦਦ ਹੋਇਆ, ਇਹ ਸਾਰਾ ਕੁਝ ਵਿੱਚ ਹੀ ਹੈ, ਇਹਨੂੰ ਕੋਈ ਵੱਖਰਾ ਕਰਕੇ ਨਹੀਂ ਵੇਖ ਸਕਦਾ। ਪੈਂਪਲੇਟ ਵਗੈਰਾ ਵੰਡੇ ਗਏ ਉੱਥੇ ਜਾਂ ਸਿੱਟਿਆ ਗਿਆ ਕੁਝ? ਨਹੀਂ ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ ਕੀਤੀ, ਐਸੀ ਕੋਈ ਗੱਲ ਨਹੀਂ ਕੀਤੀ। ਅੱਛਾ, ਜਦੋਂ ਤੁਹਾਡੀ ਗ੍ਰਿਫਤਾਰੀ ਹੋ ਜਾਂਦੀ ਹੈ, ਉਹ ਕਮਾਂਡੋ ਨੇ ਜਿਹੜੇ ਉਹ ਸਫਾਈ ਕਰਮਚਾਰੀ ਬਣ ਕੇ ਉਹਨੇ, ਉਹ ਕਮਾਂਡੋ ਕਿਹੜੇ ਪਾਕਿਸਤਾਨ ਦੇ ਸੀ ਜਾਂ ਭਾਰਤੀ ਸੀ? ਪਾਕਿਸਤਾਨੀ ਕਮਾਂਡੋ ਸੀਗੇ। ਉਹਨਾਂ ਨੇ ਭਾਰਤ ਨੂੰ ਸਪੁਰਦ ਕੀਤਾ ਤੁਹਾਨੂੰ? ਨਹੀਂ ਜੀ, ਸਾਨੂੰ ਉੱਥੇ ਕੈਦ ਕਰਕੇ ਸਾਡੀ ਇਨਵੈਸਟੀਗੇਸ਼ਨ ਕੀਤੀ ਕਿੰਨੇ ਦਿਨ, 15-20 ਦਿਨ। ਉਸ ਤੋਂ ਬਾਅਦ ਸਾਨੂੰ ਬਾਅਦ ਚ ਪਤਾ ਲੱਗਾ ਸਾਨੂੰ ਕਿ ਆਰਮੀ ਦੀ ਕਸਟਡੀ ਥੱਲੇ ਸਾਨੂੰ ਵੱਖਰੇ ਸੈੱਲਾਂ 'ਚ 8x10 ਫੁੱਟ ਦੇ, ਨੋ ਲੈਟਰੀ ਨੋ ਬਾਥਰੂਮ, ਅਸੀਂ ਉੱਥੇ ਬੰਦ ਰਹੇ ਹਾਂ। ਜਦੋਂ ਸਾਨੂੰ ਜਾਣਾ ਹੁੰਦਾ ਸੀ ਤਾਲਾ ਖੋਲਦੇ ਸੀ, ਬਾਕੀ ਭਰਾਵਾਂ ਦੇ ਲੌਕ ਹੋ ਜਾਂਦੇ ਸੀ। ਬਾਅਦ ਚ ਪਤਾ ਲੱਗਾ ਕਿ ਸਾਡੇ ਭਰਾ ਵੀ ਇੱਥੇ ਨੇ। ਕਿਉਂ ਸਭ ਤੋਂ ਪਹਿਲਾਂ ਜਿਹਦੇ ਐਂਟਰ ਹੁੰਦੇ ਸੀ, ਕੋ ਬਾਅਦ ਚ ਇਹ ਨਕਸ਼ੇ ਡਿਜ਼ਾਈਨ ਉਹਨਾਂ ਦੇ ਬਦਲਦੇ ਰਹੇ, ਕਿ ਚੋਂ ਕੰਧ ਕਰਤੀ, ਕਿਸੇ ਨੇ ਕੁਝ ਕਰਤਾ, ਸਾਨੂੰ ਇਸ ਬਾਰੇ ਕੋਈ ਨਹੀਂ ਪਤਾ। ਲੇਕਿਨ ਉਹ ਸਾਡੇ ਤੇ ਬਹੁਤ ਸਖਤੀ ਨਾਲ ਬਹੁਤ ਸਾਰੇ ਕਮਾਂਡੋ ਸੀ। ਪਾਕਿਸਤਾਨ ਦੀ ਮਿਲਟਰੀ ਨੇ ਕਦੇ ਇਹ ਨਹੀਂ ਕਿਹਾ ਕਿ ਭਾਰਤ ਦੇ ਨਾਲ ਪਾਕਿਸਤਾਨ ਦੇ ਸੰਬੰਧ ਚੰਗੇ ਨਹੀਂ ਹੈਗੇ, ਕਿ ਤੁਸੀਂ ਭਾਰਤ ਦੇ ਵੱਖਰੇ ਹੋਣ ਦੀ ਜਿਹੜੀ ਗੱਲਾਂ ਕਰ ਰਹੇ ਹੋ, ਤੁਹਾਡੇ ਨਾਲ ਕਦੇ ਹੱਥ ਮਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਿ ਅਸੀਂ ਤੁਹਾਨੂੰ ਟ੍ਰੇਨਿੰਗ ਦਿੰਨੇ ਆ, ਤੁਸੀਂ ਇਹ ਕਰੋ? ਇਸ ਬਾਰੇ ਕੋਈ ਕਿੰਤੂ ਪਰੰਤੂ ਨਹੀਂ। ਇਹ ਭਾਈ ਗਜਿੰਦਰ ਸਿੰਘ ਨੂੰ ਪਤਾ, ਮੈਨੂੰ ਕੋਈ ਨਹੀਂ ਪਤਾ, ਨਾ ਕਿਸੇ ਨੂੰ ਪਤਾ। ਭਾਈ ਗਜਿੰਦਰ ਸਿੰਘ ਨੇ ਆਪਣੀ ਜਿਹੜਾ ਰੋਸ ਮੁਜ਼ਾਹਰਾ ਕੀਤਾ ਦੱਸਤਾ। ਬਾਕੀ ਦਾ ਭਾਜੀ ਕਿਸੇ ਦੇ ਘਰ ਜਾਓਗੇ, ਅਗਲਾ ਤੁਹਾਡੀ ਤਸੱਲੀ ਕਰੇਗਾ ਤਾਂ ਹੀ ਗੱਲ ਹੋਏਗੀ। ਬਿਨਾਂ ਤਸੱਲੀ ਤੋਂ ਤੇ ਕੋਈ ਵੀ ਨਹੀਂ ਜਾਂਦਾ ਕਿਸੇ ਦੀ, ਜੇ ਕੋਈ ਹੈਲਪ ਕਰੇਗਾ। ਬਾਕੀ ਇਸ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ। ਸ਼ਬਦ ਕੀਤਾ ਪਾਕਿਸਤਾਨ ਦੀ ਆਰਮੀ ਨੇ ਜਾਂ ਜਿਹੜੀ ਜੇਲ੍ਹ ਰੱਖੀ ਉਹ ਕਿਹੋ ਜਿਹੀ? 6 ਫੁੱਟ ਦੇ ਕਮਰੇ 'ਚ ਬੰਦ ਹੋ, ਇਹ ਮੈਂਟਲੀ ਹਰਾਸਮੈਂਟ ਨਹੀਂ, ਹੋਰ ਕੀ ਆ? ਇਸ ਮੈਂਟਲੀ ਨੋ ਲੈਟਰੀ ਨੋ ਬਾਥਰੂਮ। ਜਦੋਂ ਤੁਸੀਂ ਜਾਣਾ ਵਾ ਤਾਂ ਦੂਜਾ ਬੰਦਾ ਆਏਗਾ ਜਾਏਗਾ। ਪਹਿਲਾਂ ਬੇੜੀਆਂ ਲੱਗੀਆਂ, ਸਾਨੂੰ ਘੜੀਆਂ ਲੱਗੀਆਂ, ਸਾਡੇ ਪਿੱਛੇ ਪੰਜ ਬੰਦੇ, 4 ਰਾਈਫਲਾਂ ਵਾਲੇ ਤੇ 1 ਹਵਾਲਦਾਰ ਜਾਂ ਜਿਹੜਾ ਜੋ ਵੀ ਅਫਸਰ ਸੀਗਾ, ਕੜੀ ਲਾ ਕੇ ਬਾਥਰੂਮ ਜਾ ਰਿਹਾ। ਕੁਝ ਚਿਰ ਸਾਨੂੰ ਏਦਾਂ ਰੱਖਿਆ ਗਿਆ, ਕੁਝ ਮਹੀਨੇ। ਫਿਰ ਵੀ ਉਸ ਤੋਂ ਬਾਅਦ ਵੀ ਤਾਲਾ ਖੁੱਲਦਾ ਸੀ ਬਾਅਦ ਚ, ਜਦੋਂ ਅਗਲਾ ਬੰਦਾ ਆਪਣੇ ਇਸ਼ਨਾਨ ਤੋਂ ਪਾਣੀ ਤੋਂ ਫਾਰਗ ਹੋ ਕੇ ਆ ਜਾਂਦਾ ਸੀ। ਭਾਰਤ ਨੂੰ ਕਦੋਂ ਸਪੁਰਦ ਕੀਤਾ ਗਿਆ? ਭਾਰਤ ਆ ਕੇ ਫਿਰ ਕਿਵੇਂ ਦਾ ਤੁਹਾਡੇ ਨਾਲ ਵਰਤਾ ਹੋਇਆ? ਕੋਈ ਸਪੁਰਦ ਨਹੀਂ ਕੀਤਾ ਗਿਆ ਸਾਨੂੰ। 1986 ਵਿੱਚ ਸਾਡੇ ਤੇ ਸਜ਼ਾ ਚੱਲੀ 2 ਹਾਈਜੈਕਿੰਗ ਕੇਸ, 81 ਵਾਲਾ ਤੇ 84 ਵਾਲਾ, 5 ਜੁਲਾਈ ਵਾਲਾ, ਪਰਮਿੰਦਰ ਸਿੰਘ ਹਰਫਣ ਮੋਲੇ ਵਾਲਾ। ਉਹਨਾਂ ਵਿੱਚੋਂ ਸਾਨੂੰ 5 ਨੂੰ ਉਮਰ ਕੈਦ ਹੋਈ ਹਾਈਜੈਕਿੰਗ ਤੋਂ, ਪਾਕਿਸਤਾਨ ਚ 1986 ਚ 86 ਚ। ਮੈਂ ਕਿਹਾ 1 ਜਨਵਰੀ ਕਿ 6 ਜਨਵਰੀ, ਮੈਨੂੰ ਯਾਦ ਨਹੀਂ ਆ ਰਹੀ ਡੇਟ। ਤੇ ਜਿਹੜੇ 84 ਵਾਲੇ ਸਿੰਘ ਸੀਗੇ, ਜਿਹੜੇ ਦਰਬਾਰ ਸਾਹਿਬ ਤੋਂ ਬਾਅਦ ਅਟੈਕ ਕੀਤਾ, ਉਹਨਾਂ ਨੇ ਹਮਲਾ ਕੀਤਾ ਜੀ 5 ਜੁਲਾਈ 1984 ਨੂੰ। ਉਹਨਾਂ ਵਿੱਚੋਂ 9 ਸਿੰਘ ਸੀਗੇ, 3 ਨੂੰ ਸਜ਼ਾਏ ਮੌਤ, 4 ਬਰੀ, 5 ਹੋ ਗਏ ਤੇ 4 ਬਰੀ ਹੋ ਗਏ, 3 ਨੂੰ ਸਜ਼ਾਏ ਮੌਤ ਹੋਈ ਸੀ। 4 3 7 ਤੇ 2 ਨੂੰ ਉਮਰ ਕੈਦ ਹੋਈ। ਤੁਸੀਂ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਉਮਰ ਕੈਦ ਕੱਟੀ ਹੈ? ਹਾਂਜੀ, ਅਸੀਂ ਪਹਿਲਾਂ ਆਰਮੀ ਦੇ ਸੈੱਲਾਂ ਥੱਲੇ ਰਹੇ ਤਕਰੀਬਨ 80 ਸਤੰਬਰ 84 ਤੱਕ। ਉਸ ਤੋਂ ਬਾਅਦ ਸਾਨੂੰ ਪਾਕਿਸਤਾਨ ਦੀ ਜੇਲ੍ਹ ਕੋਟ ਲਖਪਤ ਚ ਲੈ ਕੇ ਗਏ। ਉੱਥੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚੋਂ ਕਦੋਂ ਬਾਹਰ ਆਏ ਤੇ ਬਾਹਰ ਆਉਣ ਤੋਂ ਬਾਅਦ ਕੀ ਕੀਤਾ? ਭਾਰਤ ਮੁੜੇ, ਕਿਸੇ ਹੋਰ ਦੇਸ਼ ਵੱਲ ਨੂੰ ਰੁਖ ਕੀਤਾ ਜਾਂ ਪਾਕਿਸਤਾਨ ਦੇ ਵਿੱਚ ਰਹੇ? ਇਹ ਉਸ ਤੋਂ ਬਾਅਦ ਦਾ ਸਫ਼ਰ ਕਿਵੇਂ ਰਿਹਾ? ਦੇਖੋ ਜੀ, ਉਸ ਤੋਂ ਬਾਅਦ ਜੇਲ੍ਹ ਚੋਂ ਆ ਕੇ ਗੁਰਦੁਆਰੇ ਰਹੇ ਥੋੜਾ ਚਿਰ, ਤਾਂ ਸਾਨੂੰ ਪਰਮਿਸ਼ਨ ਦਿੱਤੀ ਗਈ ਲਿਖਤੀ ਰੂਪ ਤੇ ਵੀ ਤੁਸੀਂ ਆਪਣਾ ਪ੍ਰਬੰਧ ਕਰੋ ਤੇ ਇੱਥੋਂ ਚਲੋ ਜਿੱਥੇ ਮਰਜੀ। ਫਿਰ ਜਿੱਦਾਂ ਕਿਸੇ ਭਰਾ ਦਾ ਮੂਡ ਬਣਿਆ, ਉਹ ਜਿਹੜੇ ਕੰਟਰੀ ਜਾਂਦਾ ਗਿਆ, ਉੱਥੋਂ ਚਲੇ ਗਿਆ। ਉੱਥੇ ਭਾਰਤ ਨੇ ਮੰਗ ਨਹੀਂ ਕੀਤੀ ਕਿ ਸਾਡੇ ਨੇ ਪਹਿਲਾਂ ਮੰਗ ਕੀਤੀ, ਇਹਨਾਂ ਨੇ ਨਹੀਂ ਦਿੱਤਾ, ਉਹਨਾਂ ਨੇ ਸਾਨੂੰ ਸਜ਼ਾ ਦਿੱਤੀ। ਇੰਟਰਨੈਸ਼ਨਲ ਲਾਅ ਹੈ। ਹੁਣ ਜੇ ਰਸ਼ੀਆ ਨੇ ਹਾਈਜੈਕਰਾਂ ਨੂੰ ਪਨਾਹ ਦਿੱਤੀ ਆ, ਹੋਰ ਕਈਆਂ ਕੰਟਰੀਆਂ ਨੇ ਪਹਿਲਾਂ ਦਿੱਤੀਆਂ, ਬਾਅਦ ਚ ਇਹਨੂੰ ਟੈਰਰਿਸਟ ਐਕਟ ਬਣਾਤਾ। ਸੌਰੀ, ਅਮਰੀਕਾ ਨੇ ਪਨਾਹ ਦਿੱਤੀ ਹਾਈਜੈਕਰਾਂ ਨੂੰ। ਹਿੰਦੁਸਤਾਨ ਦੇ ਜਿਹੜੇ ਆਪਣੇ ਪਾਂਡੇ ਬ੍ਰਦਰ ਸੀਗੇ ਇੰਦਰਾ ਗਾਂਧੀ ਵੇਲੇ, ਉਹਨਾਂ ਨੂੰ MLA ਤੇ MP ਬਣਾਇਆ ਗਿਆ। ਉਹ ਇੰਦਰਾ ਗਾਂਧੀ ਦੇ ਹਾਈਜੈਕਿੰਗ ਕੀਤੀ ਨਾ ਇੰਦਰਾ ਗਾਂਧੀ ਵਾਸਤੇ, ਹਾਂ, ਗ੍ਰਿਫਤਾਰੀ ਹੋਈ ਆ ਜਦੋਂ ਉਹ ਤੇ 75 ਚ ਕੇਸ ਚੱਲਿਆ। ਉਹ ਉਸ ਤੋਂ ਬਾਅਦ ਜਿਹੜੀ ਸਾਨੂੰ ਅਗਲੇ ਕਿਹਾ ਵੀ ਸਾਡਾ ਮੁਲਕ ਛੱਡ ਕੇ ਜਾਓ, ਅਸੀਂ ਫਿਰ ਆਪਣਾ ਡਾਕੂਮੈਂਟ ਤਿਆਰ ਕਰਕੇ ਨਿਕਲ ਗਏ। ਤੁਸੀਂ ਕਿੱਥੇ ਨਿਕਲੇ? ਮੈਂ ਕੈਨੇਡਾ ਚਲੇ ਗਿਆ ਸੀ। ਕੈਨੇਡਾ ਜਾ ਕੇ ਜੀਵਨ ਕਿਵੇਂ ਦਾ ਰਿਹਾ? ਉੱਥੇ ਜਾ ਕੇ ਕੀ ਕੀਤਾ? ਪਹਿਲਾਂ ਮੈਂ ਰਿਹਾ ਥੋੜਾ ਚਿਰ, ਉਸ ਤੋਂ ਬਾਅਦ ਮੈਨੂੰ ਅਰੈਸਟ ਕਰਕੇ ਮੇਰੇ ਤੇ ਕੇਸ ਚੱਲਿਆ। ਮੇਰੀ $10,000 ਦੀ ਜ਼ਮਾਨਤ ਹੋ ਗਈ, ਤਾਂ ਮੈਨੂੰ
ਇਮੀਗ੍ਰੇਸ਼ਨ ਨੇ ਕਿਹਾ ਵੀ ਤੂੰ ਹਫਤੇ ਬਾਅਦ, ਜੱਜ ਨੇ ਕਿਹਾ ਤਾਂ ਵੀ ਹਫਤੇ ਬਾਅਦ ਹਾਜ਼ਰੀ ਦੇਣੀ ਹੋਏਗੀ, ਤਾਂ ਤੂੰ ਕਾਨੂੰਨੀ ਤੌਰ ਤੇ ਕਿਉਂ ਕੀਤਾ ਕੈਨੇਡਾ ਨੇ, ਕਿਉਂ ਗ੍ਰਿਫਤਾਰ ਕੀਤਾ ਕਿ ਤੁਸੀਂ ਇਹ ਕਦਮ ਕਰਕੇ ਆਏ ਹੋ ਮਗਰ? ਪਹੁੰਚ ਗਿਆ, ਕੈਨੇਡਾ ਪਹੁੰਚ ਗਿਆ। ਉਸ ਤੋਂ ਬਾਅਦ ਠੀਕ ਹੈ, ਮੈਂ ਉੱਥੇ ਪਹੁੰਚ ਗਿਆ, ਮੈਨੂੰ ਅਰੈਸਟ ਕਰ ਲਿਆ, ਉਹਨਾਂ ਨੂੰ ਪਤਾ ਲੱਗੇ ਵੀ ਇਹ ਹਾਈਜੈਕਰ। ਉਸ ਤੋਂ ਬਾਅਦ ਮੈਂ ਉੱਥੇ ਕੋਰਟ 'ਚ ਮੈਨੂੰ ਪੇਸ਼ ਕੀਤਾ ਗਿਆ, ਮੇਰੀ $10,000 ਦੀ ਜ਼ਮਾਨਤ ਹੋਈ। ਕਿਸੇ ਨੇ ਸਜ਼ਾ ਦਿੱਤੀ, ਮੈਨੂੰ ਕੋਈ ਪਤਾ ਨਹੀਂ ਕਿਸੇ ਕਿੰਨੇ ਦਿੱਤੀ, ਮੈਨੂੰ ਕੋਈ ਪਤਾ ਨਹੀਂ। ਸਿੱਕਾ ਨਹੀਂ ਦੇਣੀ, ਹੋਰ ਕਿੰਨੇ ਦੇਣੀ ਹੈ। ਅੱਛਾ, ਜਦੋਂ ਤੁਸੀਂ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਸੀ ਤਾਂ ਉਦੋਂ ਤੁਹਾਨੂੰ ਖਬਰਾਂ ਮਿਲੀਆਂ ਕਿ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜ ਦੁਆਰਾ ਹਮਲਾ ਕਰ ਦਿੱਤਾ ਗਿਆ? ਹਾਂ, ਉੱਥੇ ਖਬਰਾਂ ਸੁਣੀਆਂ ਰੇਡੀਓ ਰਾਹੀਂ। ਸੰਤਾਂ ਦੀ ਸ਼ਹਾਦਤ ਬਾਰੇ ਸੁਣਿਆ ਹੋਣਾ, ਇਹ ਸਭ ਕਿਵੇਂ ਪਤਾ ਲੱਗਿਆ? ਕੀ ਆਇਆ ਮਨ ਦੇ ਵਿੱਚ ਉਸ ਤੋਂ ਬਾਅਦ? ਮਾੜਾ ਹੋਇਆ ਸਾਡੇ ਨਾਲ, ਸਿੱਖ ਆਪਣਾ ਹੱਕ ਮੰਗ ਰਹੇ ਨੇ, ਪੀਸਫੁਲੀ ਐਜੀਟੇਸ਼ਨ ਚੱਲ ਰਹੀ ਸੀ, ਤੇ ਹਿੰਦੁਸਤਾਨ ਦੀ ਏਜੰਸੀਆਂ ਨੇ ਆਪ ਬੰਦੇ ਮਾਰ ਕੇ ਤੇ ਨਾਮ ਬਦਨਾਮ ਸਿੱਖਾਂ ਦਾ ਕੀਤਾ। ਉਸ ਤੋਂ ਬਾਅਦ ਉਹਨੂੰ ਮੌਕਾ ਮਿਲ ਗਿਆ ਦਰਬਾਰ ਸਾਹਿਬ ਤੇ ਅਟੈਕ ਕਰਨ ਦਾ। ਪਾਕਿਸਤਾਨ 'ਚ ਸਜ਼ਾ ਕੱਟਣ ਤੋਂ ਬਾਅਦ ਤੁਸੀਂ 5 ਜਣੇ ਵੱਖਰੇ ਵੱਖਰੇ ਹੋ ਗਏ, ਤੁਸੀਂ ਕੈਨੇਡਾ ਚਲੇ ਜਾਂਦੇ ਹੋ। ਕੈਨੇਡਾ ਦੇ ਵਿੱਚ ਤੁਹਾਡੀ ਗ੍ਰਿਫਤਾਰੀ ਹੁੰਦੀ ਹੈ, ਜ਼ਮਾਨਤ ਹੁੰਦੀ ਹੈ, ਤਾਂ ਜ਼ਮਾਨਤ ਤੋਂ ਬਾਅਦ ਦਾ ਸਫ਼ਰ ਕਿਵੇਂ ਦਾ ਰਿਹਾ? ਕੈਨੇਡਾ ਦੇ ਵਿੱਚ ਫਿਰ ਕਿਵੇਂ ਜੀਵਨ ਬਤੀਤ ਕੀਤਾ? ਇੱਕ ਹੋਰ ਜ਼ਿਕਰ ਕਰ ਦੇਣਾ ਚਾਹੁੰਦਾ, ਕੋਟ ਲਖਪਾ ਜੇਲ੍ਹ ਜਾਣ ਤੋਂ ਬਾਅਦ ਸਾਡੇ 14 ਦੇ 14 ਸਿੰਘ ਹਾਈਜੈਕਰ ਜਿਹੜੇ ਸਿੰਘ ਸੀਗੇ, ਉਹ 14 ਦੇ 14 ਬਲੱਡ ਡੋਨਰ ਰਹੇ ਆ। 2-3 ਵੀਰਿਆਂ ਦੇ ਗਰੁੱਪ ਉਹ ਜਿਹੇ ਸੀ ਜਿਹੜੇ ਕਿਸੇ ਦੀ ਕਿਤੇ ਆਮ ਬਲੱਡ ਘੱਟ ਮਿਲਦਾ, ਜਿਹਦਾ ਉਹ ਨੈਗੇਟਿਵ, ਏਦਾਂ ਸਿੰਘਾਂ ਨੇ ਸੇਵਾ ਕੀਤੀ ਹੈ। ਹਾਂ, ਅਸੀਂ ਉੱਥੇ ਵੱਖਰੀਆਂ ਵੱਖਰੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਨਾਨ ਗੌਰਮੈਂਟ ਜਥੇਬੰਦੀਆਂ ਹੁੰਦੀਆਂ ਬਲੱਡ ਬੈਂਕ ਦੀਆਂ, ਉਹ ਕੈਂਪ ਲਾਉਂਦੀਆਂ ਰਹਿੰਦੀਆਂ ਜੇਲ੍ਹ ਦੇ ਵਿੱਚ, ਤੇ ਉਹ ਸਾਰੇ ਸਿੰਘਾਂ ਨੇ ਬਲੱਡ ਡੋਨਰ ਕੀਤਾ, ਸਾਰਿਆਂ ਸਿੰਘਾਂ ਨੇ। ਤੇ ਮੈਂ ਇੱਥੇ ਵੀ ਕੀਤਾ ਹੈ ਪਹਿਲਾਂ, 81 ਤੋਂ ਪਹਿਲਾਂ ਵੀ, ਉਸ ਤੋਂ ਬਾਅਦ ਪਾਕਿਸਤਾਨ 'ਚ ਕੀਤਾ, ਉਸ ਤੋਂ ਬਾਅਦ ਕੈਨੇਡਾ 'ਚ ਵੀ ਦਿੱਤਾ। ਮੈਂ 26 ਵਾਰੀ ਬਲੱਡ ਡੋਨਰ ਕਰ ਚੁੱਕਿਆ, ਇੰਟਰਨੈਸ਼ਨਲ ਬਲੱਡ ਡੋਨਰ ਦਾ। ਮੈਨੂੰ ਮਾਣ ਹੈ। ਜਿਹੜੇ ਪਾਕਿਸਤਾਨ ਦੇ ਕੈਦੀ ਸੀ, ਉਹਨਾਂ ਦਾ ਰਵੱਈਆ ਕਿਵੇਂ ਦਾ ਰਿਹਾ ਤੁਹਾਡੇ ਨਾਲ? ਦੇਖੋ ਜੀ, ਕੈਦੀ ਤਾਂ ਅਸੀਂ ਆਪਣੇ ਵੱਖਰੇ ਰਹਿੰਦੇ ਸੀ, ਉਹ ਵੱਖਰੇ ਰਹਿੰਦੇ। ਜੇ ਕੋਈ ਮਿਲ ਜਾਂਦਾ ਤੇ ਸਤਿ ਸ੍ਰੀ ਅਕਾਲ ਤੇ ਦੁਆ ਸਲਾਮ ਕਰ ਦਿੱਤੇ, ਫਿਰ ਕੀ ਹੋ ਗਿਆ? ਉੱਥੇ ਕਿਹੜੀ ਗੱਲ ਆ? ਇੱਥੇ ਕਿ ਇਨਸਾਨੀ ਫਿਤਰਤ ਆ, ਨਾਲੇ ਪੰਜਾਬ ਦਾ ਕਲਚਰ ਆ, ਸਾਡੇ ਪੰਜਾਬੀ ਭਰਾ ਨੇ, ਸਾਡੀ ਬੋਲੀ ਜਾਂਦੇ, ਸਾਡਾ ਸੱਭਿਆਚਾਰ ਜਾਣਦੇ ਨੇ ਉਹ ਲੋਕ। ਕਿਹਾ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਜ਼ਮਾਨਤ ਲੈਣੀ ਪਈ ਜਾ ਕੇ, ਤਾਂ ਕੈਨੇਡਾ ਦੇ ਲੋਕਾਂ ਨੇ ਤੁਹਾਨੂੰ ਕਿਹੜੀ ਨਿਗਾਹ ਦੇ ਨਾਲ ਦੇਖਿਆ? ਉਹ ਕਿਹੜੀ ਅੱਖ ਦੇ ਨਾਲ ਦੇਖਿਆ? ਉਹਨਾਂ ਲੋਕਾਂ ਦਾ ਵਰਤਾਅ ਤੁਹਾਡੇ ਨਾਲ ਕਿਵੇਂ ਦਾ ਸੀ? ਤੁਸੀਂ ਇੱਕ ਸਿੱਖ ਸੀ, ਤਾਂ ਉੱਥੇ ਦੇ ਜਿਹੜੇ ਸੱਭਿਆਚਾਰ ਦੇ ਵਿੱਚ ਕਿਵੇਂ ਘੁਲੇ ਮਿਲੇ ਜਾ ਕੇ? ਦੇਖੋ ਜੀ, ਜਦੋਂ ਮੈਂ ਕੈਨੇਡਾ ਪਹੁੰਚ ਗਿਆ, ਮੇਰੀ $10,000 ਦੀ ਜ਼ਮਾਨਤ ਹੋ ਗਈ, ਤੇ ਮੈਂ ਵਲੰਟੀਅਰ ਸੇਵਾ ਕਰਨ ਵਾਸਤੇ ਜੱਜ ਨੂੰ ਪੁੱਛਿਆ, ਤੇ ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਸੀਂ ਕਰ ਸਕਦੇ ਹੋ, ਜੌਬ ਨਹੀਂ ਕਰ ਸਕਦੇ, ਵਲੰਟੀਅਰ ਸੇਵਾ ਕਰ ਸਕਦੇ ਹੋ, ਤੁਸੀਂ ਹਰ ਹਫਤੇ ਇੱਥੇ ਇਮੀਗ੍ਰੇਸ਼ਨ ਦੇ ਦਫ਼ਤਰ ਆ ਕੇ ਡਾਊਨਟਾਊਨ ਵੈਨਕੂਵਰ 'ਚ ਹਾਜ਼ਰੀ ਦਿਓਗੇ। ਠੀਕ ਹੈ ਜੀ। ਮੈਂ ਫਿਰ ਖਾਲਸਾ ਸਕੂਲੇ ਸਤਨਾਮ ਟਰਸਟ ਨਾਲ ਲਿੰਕ ਜੋੜਿਆ ਕੈਨੇਡਾ 'ਚ, ਖਾਲਸਾ ਸਕੂਲ ਸਰੀ। ਮੈਂ ਖਾਲਸਾ ਸਕੂਲ ਤੇ ਸਤਨਾਮ ਟਰਸਟ ਦੇ ਨਾਲ, ਨਾਟ ਖਾਲਸਾ ਸਕੂਲ। ਖਾਲਸਾ ਸਕੂਲ ਇੱਕ ਵੱਖਰਾ ਵਾ, ਸਤਨਾਮ ਐਜੂਕੇਸ਼ਨ ਟਰਸਟ ਇੱਕ ਵੱਖਰਾ ਵਾ, ਹੈ ਡਿਪਾਰਟਮੈਂਟ ਦੋਨੋਂ ਇੱਕ ਨੇ, ਪਰ ਇਹ ਸਤਨਾਮ ਟਰਸਟ ਵੱਡਾ ਵਾ। ਉਹਦੇ ਨਾਲ ਮੈਂ ਉੱਥੇ ਲਿਟਰੇਚਰ ਦਾ ਕੰਮ ਸੀਗਾ, ਕਕਾਰਾਂ ਦਾ, ਲਿਟਰੇਚਰ ਦਾ, ਗੁਰਬਾਣੀ ਦਾ, ਪੰਜਾਬੀ ਦੀਆਂ ਕਿਤਾਬ, ਹੋਰ ਵੀ ਲਿਟਰੇਚਰ ਵਗੈਰਾ। ਮੈਂ ਉੱਥੇ ਐਜ਼ ਏ ਵਲੰਟੀਅਰ ਜੌਬ ਕਰਦਾ ਸੀ। ਤੇ ਉਸ ਤੋਂ ਬਾਅਦ ਜਦੋਂ ਮੈਂ ਐਜ਼ ਏ ਵਲੰਟੀਅਰ ਜੌਬ ਹੋਰ ਕਿਸੇ ਥਾਂ ਤੇ ਪੁੱਛਣ ਵਾਸਤੇ ਗਿਆ, ਕਿਸੇ ਨੇ ਮੈਨੂੰ ਕਿਹਾ ਵੀ ਤੂੰ ਸੀਨੀਅਰ ਸਿਟੀਜ਼ਨ ਹੈ, ਕਿਸੇ ਨੇ ਕਿਹਾ ਤਜਰਬਾ ਹੈ ਨਹੀਂਗਾ। ਤੇ ਉਹ ਫਿਰ ਮੇਰਾ ਵਕੀਲ ਸਰਦਾਰ ਪਾਲ ਸਿੰਘ ਸੰਧੂ ਨੇ ਮੈਨੂੰ ਵੈਸਟ ਤੇ ਭੇਜਿਆ, ਵੈਨਕੂਵਰ ਐਸੈਂਸ ਸਰਵਾਈਜ਼ਰ ਆਫ ਟਾਰਚਰ, ਜਿਹੜੀ ਹੇਸਟਿੰਗ ਦੇ ਉੱਤੇ ਸੀ, ਹੇਸਟਿੰਗ ਤੇ PNE ਦੇ ਨੇੜੇ। ਉੱਥੇ ਫਰਾਂਸਿਸ ਮੁਕਵੀਨ ਸੀਗੀ, ਜਿਹੜੀ ਐਮਨੈਸਟੀ ਇੰਟਰਨੈਸ਼ਨਲ ਨਾਲ ਵੀ ਕੰਮ ਕਰਦੀ ਸੀ ਮੈਡਮ, ਤੇ ਵੈਸਟ ਨਾਲ ਵੀ। ਉਹਨੇ ਮੇਰੀ ਸਾਰੀ ਗੱਲਬਾਤ ਸੁਣੀ। ਮੈਂ ਦੱਸਿਆ ਕਿ ਮੈਂ ਸੇਵਾ ਕਰਨੀ ਚਾਹੁੰਦਾ, ਮੇਰੇ ਕੋਲ ਟਾਈਮ ਹੈਗਾ, ਮੈਂ ਸਾਰੀ ਦਿਹਾੜੀ ਵਿਹਲਾ ਰਹਿੰਦਾ, ਮੈਂ ਕੀ ਕਰਨਾ, ਮੈਂ ਤੁਹਾਡੇ ਕੋਲ ਇੱਥੇ ਆਇਆ ਵਾਂ, ਕੁਝ ਲਰਨ ਕਰਨਾ ਚਾਹੁੰਦਾ, ਮੈਨੂੰ ਕੈਨੇਡੀਅਨ ਕਲਚਰ ਬਾਰੇ ਕੁਝ ਜਾਣਕਾਰੀ ਹੋਵੇਗੀ, ਤੇ ਨਾਲੇ ਮੈਂ ਆਪਣੀ ਕੰਮ ਕਰਨਾ ਚਾਹੁੰਦਾ। ਉਹਨੇ ਕਿਹਾ ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਨਲੈਂਡ ਫੂਜੀ ਸੁਸਾਇਟੀ ਵੈਨਕੂਵਰ ਭੇਜ ਦਿੱਤਾ। ਮੈਂ ਉੱਥੇ ਸਭ ਤੋਂ ਪਹਿਲਾਂ ਇਨਲੈਂਡ ਨਹੀਂ ਰਿਫਿਊਜੀ ਰਹਿੰਦੇ ਨਹੀਂ, ਰਿਫਿਊਜੀਆਂ ਦਾ ਦਫ਼ਤਰ ਹੈ, ਨਾਨ ਗੌਰਮੈਂਟ ਮੋਜ਼ੈਕ ਇੱਕ ਜਥੇਬੰਦੀ ਹੈ, ਉਹਦੇ ਥੱਲੇ ਇਹ ਕੰਮ ਕਰਦੇ ਸੀ। ਚਾਈਨੀਜ਼ ਜਥੇਬੰਦੀ ਹੈ ਮੋਜ਼ੈਕ, ਉਹਦੇ ਨਾਲ ਇਹਨਾਂ ਦਾ ਕੀ ਲਿੰਕ ਹੈ ਮੈਨੂੰ ਇੰਨਾ ਡੂੰਘਾ ਨਹੀਂ ਮੈਨੂੰ ਪਤਾ, ਇੰਨਾ ਪਤਾ ਵੀ ਉੱਥੇ ਹੈਗਾ ਸੀ। ਉੱਥੇ ਗਿਆ ਮੈਂ, ਸਭ ਤੋਂ ਪਹਿਲਾਂ ਮੈਨੂੰ ਲੌਰੀ ਵਿੰਟਰ ਨਾਲ ਉਹਨਾਂ ਨੇ ਕਿਹਾ ਤੂੰ ਮਿਲ ਲੈ ਜਾ ਕੇ। ਲੌਰੀ ਵਿੰਟਰ ਮੈਡਮ ਨੂੰ ਮਿਲਿਆ ਮੈਂ, ਉਹਨੇ ਕਿਹਾ ਵੀ ਤੂੰ ਕੀ ਕਰ ਸਕਦਾ? ਮੈਂ ਕਿਹਾ ਜੀ ਮੈਨੂੰ ਤਾਂ ਹਾਰਡ ਵਰਕ ਕਰਨਾ, ਮੈਂ ਤੇ ਮੇਰੇ ਕੋਲ ਕੋਈ ਸਰਟੀਫਿਕੇਟ ਨਹੀਂ, ਨਾ ਕੋਈ ਲੈਂਗੁਏਜ ਹੈ, ਨਾ ਕੋਈ ਮੈਨੂੰ ਇੰਟਰਨੈਟ ਦਾ ਕੰਮ ਆਉਂਦਾ ਹੈ। ਉਮਰ ਕਿੰਨੀ ਹੋ ਚੁੱਕੀ ਸੀ ਉਸ ਵੇਲੇ? ਤਾਂ
ਦੇਖੋ ਜੀ 29 ਸਾਲ ਦਾ ਸਮਾਂ ਹਾਈਜੈਕਿੰਗ ਕਰਕੇ ਗਿਆ ਤੇ 15 ਸਾਲ ਤਕਰੀਬਨ ਨਿਕਲ ਗਏ। 29 ਤੇ 15 ਕਿੰਨੇ 45 ਦੇ ਲਗਭਗ ਹੋ ਗਿਆ। ਉੱਥੇ ਮੈਂ ਉਦੋਂ ਪਹੁੰਚਿਆ ਸੀ ਤੇ ਦਾੜਾ ਮੇਰਾ ਸਫੇਦ ਸੀਗਾ ਤੇ ਉਹ ਕਹਿੰਦੇ ਠੀਕ ਹੈ ਤੁਸੀਂ ਵੀਰਵਾਰ ਨੂੰ ਆ ਕੇ ਫੂਡ ਬੈਂਕ 'ਚ ਸੇਵਾ ਕਰਿਆ ਕਰੋ। ਮੈਂ ਉਸ ਨੂੰ ਮੈਡਮ ਇੱਕ ਸਵਾਲ ਕਰਤਾ ਕਿ ਮੈਂ ਕਿਹਾ ਮੈਂ ਅੱਜ ਕਿਉਂ ਨਹੀਂ ਕਰ ਸਕਦਾ ਜੇ ਮੈਂ ਆਇਆ ਹੀ ਹੋਇਆ ਵਾ। ਉਹਨਾਂ ਨੇ ਫਿਰ ਮੈਨੂੰ ਥੱਲੇ ਇੰਡੀਅਨ ਫੂਡ ਸੋਸਾਇਟੀ ਦੇ ਦਫ਼ਤਰ ਲੈ ਗਏ। ਕਹਿੰਦੇ ਠੀਕ ਹੈ ਵੀ ਆ ਤੂੰ ਜਿਹੜਾ ਰੂਮ 'ਚ ਐਡਰੈਸਾਂ ਪਈਆਂ ਨੇ ਸੈਟਿੰਗ ਕਰਦੇ ਸਾਰੀਆਂ ਜਿੱਦਾਂ ਜਿੱਦਾਂ ਪਈਆਂ ਤੇ ਉਹ 2 ਘੰਟੇ ਦਾ ਮੈਂ ਸੇਵਾ ਕਰਕੇ ਉਹਨੂੰ ਕਹਿ ਦਿੱਤਾ। ਕਹਿੰਦੇ ਓਕੇ ਥੈਂਕ ਯੂ ਮਿਸਟਰ ਸਿੰਘ ਨਾਈਸ ਜੌਬ ਥੈਂਕ ਯੂ। ਮੈਂ ਠੀਕ ਹੈ ਵੈਲਕਮ। ਫਿਰ ਉਸ ਤੋਂ ਬਾਅਦ ਮੈਂ ਉੱਥੇ ਚਲੇ ਗਿਆ। ਉਹਨਾਂ ਨੇ ਮੈਨੂੰ ਅਥਾਰਟੀ ਲੈਟਰਸ ਦਿੱਤੀ ਇੰਡੀਅਨ ਫੂਡ ਸੋਸਾਇਟੀ ਵੱਲੋਂ ਤੇ ਉਹਦੇ ਉੱਤੇ ਮੈਨੂੰ ਕਿਹਾ ਵੀ ਤੇਜਿੰਦਰਪਾਲ ਸਿੰਘ ਸਾਡਾ ਸੋਸਾਇਟੀ ਦਾ ਮੈਂਬਰ ਹੈ। ਹਾਂ ਉਹ ਲੈਟਰਾਂ ਨੇ ਮਤਲਬ ਹੋਰ ਲੈਟਰਾਂ ਵੀ ਸੀ ਨਹੀਂ ਇੱਦਾਂ ਬਈ ਇਹ ਜਿੱਥੋਂ ਵੀ ਮੰਗ ਸਕਦਾ ਕਿਉਂ ਮੈਂ ਖਾਲਸਾ ਸਕੂਲੇ ਸੇਵਾ ਕਰਦਾ ਤਾਂ ਬਹੁਤ ਸਾਰੇ ਸਿੱਖ ਗੁਰਦੁਆਰਿਆਂ ਨਾਲ ਸੰਬੰਧ ਹੈ ਉਹਨਾਂ ਖਾਲਸਾ ਸਕੂਲ ਦੇ ਤੇ ਹੋਰ ਸਿੱਖ ਪਰਿਵਾਰ ਵੀ ਆਉਂਦੇ ਸੀ ਲਿਟਰੇਚਰ ਲੈਣ ਵਾਸਤੇ ਗੁਰਬਾਣੀ ਦੇ ਗੁਟਕੇ ਕਕਾਰ ਵਗੈਰਾ। ਉਹ ਮੈਂ ਹਰ ਨੂੰ ਬੇਨਤੀ ਕਰਦਾ ਸਾਂ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਆਪਣੀ ਗੱਡੀ ਲੈ ਕੇ ਆ ਜਾਓ ਤੇ ਅਸੀਂ ਭੇਜ ਦਿਆਂਗੇ। ਤੇ ਕਈਆਂ ਨੇ ਗੱਡੀਆਂ ਆਪਣੀਆਂ ਵੀ ਦਿੱਤੀਆਂ। ਜਿੱਦਾਂ ਇੱਕ ਐਗਜ਼ਾਮਪਲ ਦੇ ਸਕਦਾ ਆ ਮੈਨੂੰ ਇੰਡੀਅਨ ਫੂਡ ਸੋਸਾਇਟੀ ਦੇ ਇੰਡੀਅਨ ਫੂਡ ਸੋਸਾਇਟੀ ਦਾ ਲੈਟਰ ਨੇ ਵੱਖਰੀਆਂ ਚ ਨੇ। ਇਹ ਤਾਂ ਹੈਗੀ ਆ ਜੁਲਾਈ ਦੀ 1996 ਦੀ ਇੰਡੀਅਨ ਫੂਡ ਸੋਸਾਇਟੀ। ਹਾਂ ਅਕਾਲੀ ਸਿੰਘ ਟੈਂਪਲ ਨੇ ਜਿਹੜਾ ਲੰਗਰ ਪਾਣੀ ਭੇਜਿਆ ਉਹਦੀ ਲੈਟਰ ਹੈ ਅਕਾਲੀ ਸਿੰਘ ਸਕੀਨਾ ਰੋਡ ਤੇ। ਆ ਹੈਗੀ ਆ ਖਾਲਸਾ ਸਕੂਲ ਸਰੀ ਸਕਾਟ ਰੋਡ ਤੇ। ਆ ਤੁਸੀਂ ਪੜ੍ਹ ਸਕਦੇ ਹੋ ਡੋਨੇਸ਼ਨ ਕੀਤੀ ਉਹਨਾਂ ਨੇ। ਇਹ ਆ ਲੋਰੀ ਵਿੰਟਰ ਦੇ ਅਕਸਰ ਨੇ ਇਹ ਵੀ ਉਹਨੇ ਇੰਡੀਅਨ ਫੂਡ ਸੋਸਾਇਟੀ ਦੀ ਆ। ਉਹ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਧਰ ਰਿਫਿਊਜੀ ਸੈਂਟਰਾਂ ਦੇ ਵਿੱਚ ਗੁਰਦੁਆਰੇ ਜਿਹੜੇ ਸੇਵਾ ਕਰਦੀਆਂ ਨੇ ਉਹਨਾਂ ਨੇ ਮੈਨੂੰ ਮੈਂ ਲੈਟਰ ਦਿਖਾਉਂਦਾ ਦੇ ਨਾਲ ਉੱਥੇ ਸੇਵਾ ਕਰਦੇ ਰਹੇ। ਆ ਨਾਨਕਸਰ ਗੁਰਦੁਆਰਾ ਇਥੋਂ ਮੈਂ ਛੋਟੀਆਂ ਵੈਨਾਂ ਭਰ ਕੇ ਰਜਾਈਆਂ ਦੀਆਂ ਲਿਆ ਰਿਫਿਊਜੀਆਂ ਵਾਸਤੇ। 2 ਭੈਣ ਜੀ ਕਿਰਪਾਲ ਕੌਰ ਖੁਦ ਛੱਡਣ ਆਏ ਤੇ ਇਸ ਗੱਡੀ ਦੇ ਵਿੱਚ ਉਹ ਮੇਰੇ ਨਾਲ ਕੁਝ ਰਿਫਿਊਜੀ ਇੱਕ ਮੈਕਸੀਕਨ ਤੇ ਇੱਕ ਰਸ਼ੀਅਨ ਰਿਫਿਊਜੀ ਗਏ ਸੀ। ਉਹਨਾਂ ਨੂੰ ਵੱਖਰਾ ਸਮਾਨ ਉਹਨਾਂ ਨੂੰ ਗੱਡੀਆਂ 'ਚ ਦੇ ਦਿੱਤਾ ਉਹ ਲੋੜਵੰਦ ਪਰਿਵਾਰਾਂ ਨੂੰ। ਆ ਪ੍ਰਿੰਸੀਪਲ ਖਾਲਸਾ ਸਕੂਲ ਨੂੰ ਹੈ ਰਿਫਿਊਜੀ ਸੋਸਾਇਟੀ ਵੱਲੋਂ। ਹੋਰ ਵੀ ਮੇਰੇ ਕੋਲ ਬਹੁਤ ਸਾਰੀਆਂ ਲੈਟਰਸ ਸੀਗੀਆਂ। ਆ ਮੈਂ ਇੱਕ ਮਿੰਟ ਆ ਗੁਰੂ ਨਾਨਕ ਸਾਹਿਬ ਦੇ ਸੁਸਾਇਟੀ ਵੱਲੋਂ ਗੁਰਪੁਰਬ ਦੀ ਮੁਬਾਰਕ ਦਿੱਤੀ ਆ ਤੇ ਨਾਲੇ ਬੇਨਤੀ ਕੀਤੀ ਗਈ ਕਿ ਰਿਫਿਊਜੀ ਸੁਸਾਇਟੀ ਨੂੰ ਡੋਨੇਸ਼ਨ ਦਿਓ ਰਾਸ਼ਨ ਦੀ ਜਾਂ ਕੱਪੜਿਆਂ ਦੀ ਪੈਸਿਆਂ ਦੀ ਜੋ ਵੀ ਤੁਸੀਂ ਦੇ ਸਕਦੇ ਹੋ। ਉਹ ਥੈਂਕਸ ਲੈਟਰ ਦਿੰਦੇ ਸੀ। ਇਹ ਉਹਨਾਂ ਥੈਂਕਸ ਲੈਟਰ ਦੇ ਵਿੱਚੋਂ ਇੱਕ ਕਾਪੀ ਮੈਨੂੰ ਮਿਲਦੀ ਸੀ। ਆ ਵੀ ਖਾਲਸਾ ਸਕੂਲ ਉਸ ਸਮੇਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉੱਥੇ ਸੇਵਾ ਕਰਦੀ ਜਿਨ੍ਹਾਂ ਨਾਲ ਤੁਸੀਂ ਜੁੜੇ ਰਹੇ। ਹਾਂ ਇਸ ਤੋਂ ਬਾਅਦ ਆ ਯੂਨੀਸੈਫ ਦੀ ਹੈਗੀ ਆ। ਆ ਮੈਨੂੰ ਵਲੰਟੀਅਰ ਤੋਂ ਕੋਆਰਡੀਨੇਟਰ ਬਣਾ ਦਿੱਤਾ ਗਿਆ ਮੇਰੇ ਚੰਗੇ ਕੰਮ ਨੂੰ ਵੇਖ ਕੇ। ਇਹ ਮੇਰੀ ਫੋਟੋ ਕਾਪੀ ਹੈ ਓਰੀਜਨਲ ਕਾਪੀ ਮੇਰੇ ਕੋਲ ਨਹੀਂ ਇੱਥੇ ਹੈਗੀ। ਆ ਯੂਨੀਸੈਫ ਕੈਨੇਡਾ ਨੇ ਤੁਹਾਨੂੰ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ ਅਪਣਾਇਆ। ਕੈਨੇਡੀਅਨ ਜਥੇਬੰਦੀਆਂ ਨੇ ਜਿੱਦਾਂ ਐਮਨੈਸਟੀ ਇੰਟਰਨੈਸ਼ਨਲ ਵੈਸਟ ਤੇ ਯੂਨੀਸੈਫ ਇੰਡੀਅਨ ਫੂਡ ਸੋਸਾਇਟੀ ਤੇ ਸਰੀ ਤੋਂ ਡਾਕਟਰ ਪ੍ਰਗਟ ਸਿੰਘ ਪੁਰਜੀ ਚਾਈਲਡ ਸਪੈਸ਼ਲਿਸਟ ਸੀਗੇ। ਸੰਸਥਾਵਾਂ ਮਾਨਵਤਾ ਦੀ ਸੇਵਾ ਕਰਦੀਆਂ ਸਿੰਘ ਪੁਰਜੀ ਉਹਨਾਂ ਦੀ ਬੱਚੀ ਦੀ ਇੱਕ ਕੈਸਟ ਸੀਗੀ ਉਹ ਮੈਂ ਸੇਲ ਕੀਤੀ ਤੇ ਉਹਨਾਂ ਨੂੰ ਮਾਇਆ ਮੁੱਖ ਤੌਰ ਤੇ ਮਾਨਵਤਾ ਦੀ ਸੇਵਾ ਦੇ ਵਿੱਚ ਲੱਗੀਆਂ ਨੇ। ਆ ਯੂਨੀਸੈਫ ਦੀ ਹੈਲੋਵੀਨ ਹੁੰਦੀ ਆ ਉੱਥੇ ਹੈਲੋਵੀਨ 'ਚ ਆ ਮਾਇਆ ਇਕੱਠੀ ਕਰਕੇ ਦਿੱਤੀ ਆ ਉਹਨਾਂ ਬੱਚਿਆਂ ਨੇ। ਤੇ ਆ ਖਾਲਸਾ ਦੀਵਾਨ ਸੁਸਾਇਟੀ ਆ ਉਸ ਗੁਰਦੁਆਰੇ ਨੂੰ ਮਾਇਆ ਦਿੱਤੀ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਾਲਿਆਂ ਨੇ ਹੈਡ ਗ੍ਰੰਥੀ ਭਾਈ ਜਗਜੀਤ ਸਿੰਘ ਜੀ ਖੁਦ ਮੇਰੇ ਡਿਪੋਰਟ ਤੋਂ ਕੁਝ ਚਿਰ ਪਹਿਲਾਂ ਪੂਰੀ ਵੱਡੀ ਜਿਹੜੀ ਮੈਨੂੰ ਵੈਨ ਕਹਿ ਸਕਦੇ ਆਪਾਂ ਉੱਥੇ ਵੈਨਾਂ ਵੱਡੀਆਂ ਨੇ ਭਰ ਕੇ ਰਾਸ਼ਨ ਦੀਆਂ ਭੇਜੀਆਂ ਉਹਨਾਂ ਨੇ। ਇਹ ਨਹੀਂ ਹੋਇਆ ਕਦੇ ਉੱਥੇ ਕਿ ਲੋਕਾਂ ਨੇ ਕਦੇ ਇਹ ਕਿਹਾ ਹੋਵੇ ਕਿ ਤੁਸੀਂ ਗੁਰਪੁਰਬ ਦੀ ਵਿਸਾਖੀ ਦੀ ਗ੍ਰੀਟਿੰਗ ਰਿਫਿਊਜੀ ਸੋਸਾਇਟੀ ਵੱਲੋਂ ਆ ਮੇਰੇ ਆਉਣ ਤੋਂ ਬਾਅਦ ਸੰਗਤਾਂ ਨੂੰ ਅਪੀਲ ਕੀਤੀ ਮੇਰੇ ਪਰਿਵਾਰ ਵੱਲੋਂ ਕਿ ਉਹਦਾ ਕੋਈ ਸਮਾਨ ਪਿਆ ਆ ਸੇਵਾ ਦਾ ਸੰਗਤਾਂ ਇਕੱਠਾ ਕਰਕੇ ਦੇ ਦੇਣ। ਆ ਗੁਰਪੁਰਬ ਦੀ ਗ੍ਰੀਟਿੰਗ ਹੈ ਗੁਰੂ ਨਾਨਕ ਸਾਹਿਬ ਦੀ। ਆ ਵੈਸਟ ਦੀ ਹੈ। ਇਸ ਤੋਂ ਬਾਅਦ ਇੱਕ ਹੋਰ ਲੈਟਰ ਇਹ ਤੁਸੀਂ ਬੜੇ ਗੌਰ ਨਾਲ ਪੜੋ। ਤੁਸੀਂ ਪੜੋ ਬਿਲਡਿੰਗ ਤੁਹਾਨੂੰ ਪਤਾ ਲੱਗ ਜਾਏਗੀ। ਲੋਰੀ ਵਿੰਟਰ ਇਹ ਲਿਖਿਆ ਗਿਆ ਆ ਤਾਂ ਇਹ ਤੁਹਾਡੇ ਡਿਪੋਰਟ ਹੋਣ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਲਿਖਿਆ ਲੈਟਰ ਇਹ ਤਾਂ ਇਹਦੇ ਵਿੱਚ ਉਹ ਕਹਿੰਦੇ ਨੇ ਕਿ
ਕੈਨੇਡਾ ਦੇਸ਼ ਵਰਗੇ ਲੋਕਾਂ ਨੂੰ, ਕੈਨੇਡਾ ਵਰਗੇ ਦੇਸ਼ 'ਚ ਤੁਹਾਡੇ ਵਰਗੇ ਲੋਕਾਂ ਦੀ ਜ਼ਰੂਰਤ ਹੈ, ਤਾਂ ਇਹਦੇ ਬਾਰੇ ਸਾਨੂੰ ਥੋੜਾ ਹੋਰ ਦੱਸਿਓ ਤੁਸੀਂ, ਇਹ ਕਿਵੇਂ ਲਿਖਿਆ ਗਿਆ? ਇੱਕ ਮਿੰਟ, ਆ ਵਰਡਿੰਗ ਦੇਖ ਲਓ ਤੁਸੀਂ ਪਹਿਲਾਂ, ਵੱਡੀ ਲੈਟਰ ਹੈ ਬਹੁਤ ਸਾਰੀ। ਜਿਹੜੇ ਕੰਮ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਸੇਵਾ 'ਚ ਹੱਥ ਪਾਉਣਾ ਸਾਂ, ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਪੂਰਾ ਹੁੰਦਾ ਸੀ। ਕਿਉਂ? ਉਹਨਾਂ ਨੇ ਵਿਸਾਖੀ ਆਈ, ਵਿਸਾਖੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਫੰਡ ਰੇਜ਼ਿੰਗ ਕਰਨੀ ਚਾਹੁੰਦਾ, ਤੇ ਉਹਨਾਂ ਨੇ ਕਿਹਾ ਤੂੰ ਬਈ ਪੈਸਾ ਕਿੱਥੋਂ ਲਏਗਾ? ਮੈਂ ਕਿਹਾ ਬਈ ਸੰਗਤ ਹੈਗੀ ਮੇਰੇ ਕੋਲ, ਸਹਿਯੋਗ ਦੇਣਗੇ। ਜੇ ਘਾਟਾ ਪੈ ਗਿਆ ਮੈਂ ਕਿਹਾ ਕੁਝ ਨਹੀਂ ਹੋਏਗਾ, ਤੁਹਾਨੂੰ ਕੁਝ ਨਹੀਂ ਕਹੇਗਾ। ਉਹਨਾਂ ਨੇ ਵੀਰੇ ਸਾਰੀ ਲੈਟਰ ਲੈਣੀ ਤਾਂ ਸਾਰੀ ਲੈ ਲਾ। ਉਹ ਇਹ ਬੀਬੀ ਕੌਣ ਨੇ? ਇਹ ਇਨਲੈਂਡ ਫੂਜੀ ਸੋਸਾਇਟੀ ਦੀ ਉੱਥੇ ਕੰਮ ਕਰਦੇ ਨੇ, ਕੋਆਰਡੀਨੇਟਰ ਨੇ। ਇਹ ਬੀਬੀ ਨੇ ਹੀ ਮੈਨੂੰ ਪਹਿਲੇ ਦਿਨ ਤੋਂ ਲਿਆ। ਇਹ ਉਹਨਾਂ ਨੇ ਜਿਹੜੀ ਚਿੱਠੀ ਹੈ ਤੁਹਾਨੂੰ ਕਿਉਂ ਲਿਖੀ ਹੈ? ਇਹ ਉਹਨਾਂ ਨੂੰ ਪਤਾ, ਉਹਨਾਂ ਦੇ ਮਨ ਦੀ ਅੰਦਰ ਦੀ ਭਾਵਨਾ ਹੋਏ ਬਈ ਇਹੋ ਜਿਹੇ ਬੰਦੇ ਨੂੰ ਡਿਪੋਰਟ ਕੀਤਾ ਗਿਆ। ਕੈਨੇਡਾ ਵੱਲੋਂ ਤੁਹਾਨੂੰ ਡਿਪੋਰਟ ਕਰ ਦਿੱਤਾ ਗਿਆ ਸੀ? ਡਿਪੋਰਟ ਹੋਣ ਤੋਂ ਬਾਅਦ ਓਕੇ, ਇੱਕ ਆ ਅਖਬਾਰ ਚ ਆਈ ਬਾਅਦ ਚ, ਤੇਜਿੰਦਰਪਾਲ ਸਿੰਘ ਦਾ ਮੈਨ ਹੂ ਚੇਂਜ ਮਾਈ ਲਾਈਫ ਫੋਰਐਵਰਸ। ਇਹ ਲਿੰਕ ਅਖਬਾਰ ਦੇ ਵਿੱਚ ਉਹਨਾਂ ਦੀ ਲੈਟਰ ਆਈ, ਲਿੰਕ ਨਿਊਜ਼ਪੇਪਰ ਵੈਨਕੂਵਰ ਚ। ਕੈਨੇਡੀਅਨ ਬੀਬੀ ਵੱਲੋਂ ਲਿੰਕ ਨਿਊਜ਼ਪੇਪਰ ਦੇ ਵਿੱਚ ਇਹ ਜਿਹੜੇ ਲੈਟਰ ਟੂ ਐਡੀਟਰ ਹੈ ਉਹ ਸਰਦਾਰ ਤੇਜਿੰਦਰਪਾਲ ਸਿੰਘ ਜੀ ਬਾਰੇ ਲਿਖਿਆ ਗਿਆ। ਇੱਕ ਜਿਹੜੀ ਕੈਨੇਡੀਅਨ ਬੀਬੀ ਹੈ ਲੌਰੀ ਵਿੰਟਨ, ਉਹਨਾਂ ਵੱਲੋਂ, ਜਿਹਦਾ ਟਾਈਟਲ ਉਹਨਾਂ ਨੇ ਦਿੱਤਾ ਹੈ ਕਿ ਦਾ ਮੈਨ ਹੂ ਚੇਂਜਡ ਮਾਈ ਲਾਈਫ ਫੋਰਐਵਰ, ਕਿ ਇੱਕ ਅਜਿਹਾ ਵਿਅਕਤੀ ਜਿਸ ਨੇ ਮੇਰੀ ਜ਼ਿੰਦਗੀ ਹਮੇਸ਼ਾ ਦੇ ਲਈ ਬਦਲ ਦਿੱਤੀ। ਤਾਂ ਇਹ ਜੇ ਕੀ ਹੋਇਆ ਅਜਿਹਾ ਕਿ ਉਹ ਬੀਬੀ ਨੇ ਇਹ ਲੈਟਰ ਲਿਖਿਆ ਹੈ ਕਿ ਤੁਸੀਂ ਉਹਨਾਂ ਦਾ ਜੀਵਨ ਹੈ ਜਿਹੜਾ ਹਮੇਸ਼ਾ ਲਈ ਬਦਲ ਦਿੱਤਾ? ਇਹਦੇ ਬਾਰੇ ਜ਼ਰੂਰ ਕਹਿਣਾ ਚਾਹੁੰਦਾ। ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਮੈਂ ਕੋ ਫਿਰ ਜਦੋਂ ਮੈਂ ਸੇਵਾ ਕਰਦਾ ਸੀ, ਮੈਂ ਸੰਗਤਾਂ ਨੂੰ ਅਪੀਲ ਕਰ ਦਿੰਦਾ ਸਾਂ ਤੇ ਸੰਗਤਾਂ ਸਹਿਯੋਗ ਦਿੰਦੀਆਂ ਸੀ ਉੱਥੇ ਦੀਆਂ ਰਾਸ਼ਨ ਵਾਸਤੇ, ਕੱਪੜਿਆਂ ਵਾਸਤੇ, ਬਿਸਤਰਿਆਂ ਵਾਸਤੇ, ਰਜਾਈਆਂ ਵਾਸਤੇ, ਜਿਹੜੀ ਚੀਜ਼। ਉਸ ਤੋਂ ਬਾਅਦ ਜਦੋਂ ਵਿਸਾਖੀ ਨੂੰ ਫੰਡ ਰੇਜ਼ਿੰਗ ਕੀਤੀ ਤੇ ਗੁਰੂ ਨੇ ਕਿਰਪਾ ਕੀਤੀ, ਉਹ ਜੀ ਮੈਨੂੰ ਹੁਣ ਕਿਸੇ ਨੇ ਯਾਦ ਤੇ ਨਹੀਂ ਕਿੰਨੀ, ਕੋਈ $2,500 ਸੰਗਤਾਂ ਨੇ ਮੈਨੂੰ ਉਹ ਸਟicker ਵੇਚਣ ਤੋਂ ਬਾਅਦ, ਜਿਹੜੇ ਵੀਰ ਨੇ ਮੈਨੂੰ ਪੈਸੇ ਲਾਏ ਸੇਵਾ 'ਚ, ਉਹਦੇ ਪੈਸੇ ਵਾਪਸ ਕਰਤੇ। ਉਹ ਨਹੀਂ ਲਏ ਉਹਨੇ, ਥੋੜੇ ਜਿਹੇ ਉਹ ਵਿੱਚੇ ਪਾ ਕੇ ਮੇਰੇ ਕੋਲ ਵਾਹਵਾ ਸਾਰੀ ਮਣੀ $3-4 ਮੈਂ ਇਕੱਠਾ ਕਰਕੇ ਦੇ ਦਿੱਤਾ। ਰਘੂ ਜੀ ਦੱਸੋ ਕਿ ਇੱਕ ਪਾਸੇ ਤਾਂ ਜਿਹੜੇ ਕੈਨੇਡੀਅਨ ਲੋਕ ਨੇ ਉਹ ਤੁਹਾਡੇ ਵਾਸਤੇ ਅਜਿਹੀਆਂ ਚਿੱਠੀਆਂ ਲਿਖ ਰਹੇ ਨੇ, ਅਖਬਾਰਾਂ ਦੇ ਵਿੱਚ ਲਿਖ ਰਹੇ ਨੇ, ਤੁਹਾਨੂੰ ਉਹ ਚਿੱਠੀ ਲਿਖ ਰਹੇ ਨੇ, ਤੇ ਦੂਸਰੇ ਪਾਸੇ ਕੈਨੇਡਾ ਦੀ ਸਰਕਾਰ ਤੁਹਾਨੂੰ ਡਿਪੋਰਟ ਕਰ ਦਿੰਦੀ ਹੈ। ਇਹ ਕੀ ਮਾਜਰਾ ਰਿਹਾ ਭਾਜੀ? ਇਹ ਤਾਂ ਗੁੰਝਲ ਕੈਨੇਡਾ ਗਵਰਨਮੈਂਟ ਹੀ ਦੱਸ ਸਕਦੀ ਹੈ, ਮੈਂ ਤੇ ਨਹੀਂ ਕਹਿ ਸਕਦਾ। ਉਹ ਕੋਰਟ 'ਚ ਵੀ ਮੇਰੇ ਵਾਸਤੇ ਪੇਸ਼ ਹੋਵੇ ਇਹਨੂੰ ਡਿਪੋਰਟ ਨਾ ਕਰੋ। ਇਹਨੇ ਇੱਥੇ ਦਾ ਕੋਈ ਕਾਨੂੰਨ ਨਹੀਂ ਤੋੜਿਆ। ਜੇ ਹਾਈਜੈਕਿੰਗ ਕੀਤੀ ਇਹਨੇ ਸਜ਼ਾ ਵਿੰਟਰ ਜੀ ਉੱਤੇ ਪੇਸ਼ ਹੋਏ। ਲੋਰੀ ਵਿੰਟਰ ਤੇ ਫਰਾਂਸਿਸ ਮੁਕਵੀਨ, ਆ ਇੱਕ ਛੋਟੇ ਬੱਚੇ ਵੱਲੋਂ ਮੈਂ ਇਹਨੂੰ ਟੌਫੀਆਂ ਦਿੰਦਾ ਸੀ ਜਦੋਂ ਬੱਚਿਆਂ ਨੂੰ ਜਾ ਕੇ ਪਿਆਰ ਨਾਲ, ਤਾਂ ਉਹਨੇ ਇੱਕ ਕੈਪਸ਼ਨ ਭੇਜਿਆ ਆਪਣੇ ਦਾ ਕੈਂਡੀਸ ਮਿਸਟਰ ਸਿੰਘ। ਇਨਲੈਂਡ ਫੂਜੀ ਸੋਸਾਇਟੀ 'ਚ ਰਸ਼ੀਅਨ ਮੈਕਸੀਕਨ ਬੱਚੇ ਜਿਹੜੇ ਨੇ ਮੇਰੇ ਨਾਲ ਪਿਆਰ ਕਰਦੇ ਸੀ, ਜਿਹੜੇ ਉੱਥੇ ਆਉਂਦੇ ਸੀ, ਤੇ ਜਦੋਂ ਉੱਥੇ ਕੋਈ ਸਮਾਨ ਆਂਦਾ ਵੀ ਸੀ ਕਈ ਚੀਜ਼ਾਂ ਦਾ, ਜਿਹੜੇ ਸਿਰਫ ਥੋੜਾ ਹੁੰਦਾ ਸੀ, ਫਿਰ ਬੱਚਿਆਂ ਨੂੰ ਆਪ ਆਪਣੀ ਉਹ ਮੈਨੂੰ ਇਜਾਜ਼ਤ ਮਿਲ ਜਾਂਦੀ ਸੀ, ਤੇ ਕੁਝ ਮੈਂ ਆਪਣੇ ਕੋਲੋਂ ਵੀ ਲਿਆ ਕੇ ਬੱਚਿਆਂ ਨੂੰ ਕੈਂਡੀਜ਼ ਦੇ ਦਿੰਦਾ ਸਾਂ। ਕੋਈ ਮੇਰੇ ਨਾਲ ਹੀ ਮੇਰੇ ਪਰਿਵਾਰ ਸਹਿਯੋਗ ਕਰਦੇ ਸੀ, ਤੇ ਮੇਰਾ ਖਰਚੇ ਭਾੜੇ ਦਾ ਜਿਹੜਾ ਸੀਗਾ ਉਹ ਸੇਵਾ ਭਾਵਨਾ ਨਾਲ ਮੈਨੂੰ ਉੱਥੇ ਦੇ ਭੈਣ ਭਰਾ ਸੱਜਣ ਮਿੱਤਰ ਦੇ ਦਿੰਦੇ ਸੀ। ਖਾਲਸਾ ਸਕੂਲੇ ਮੈਂ ਉੱਥੇ ਇੱਕ ਛੋਟੀ ਜੀ ਉਹਨਾਂ ਦਾ ਮੇਲ ਫੇਰ ਲੱਗਾ, ਤੇ ਉਹਦੇ ਵਿੱਚ ਮੈਂ ਸੇਵਾ ਕੀਤੀ, ਤੇ ਉਹਦੇ ਵਿੱਚ ਫਿਰ ਫੋਟੋਸ਼ਾਪ ਤੇ ਮੇਰੀਆਂ। ਬੱਚੇ ਨੇ ਇਹ ਸਿੱਖਾਂ ਦੇ ਨੇ ਜਾਂ ਉਧਰ ਦੇ ਵੀ ਨੇ? ਹਿੰਦੂ ਬੱਚੇ ਵੀ ਨੇ, ਮੁਸਲਮਾਨ ਵੀ ਹੈਗੇ ਨੇ, ਪੜ੍ਹਦੇ ਨੇ, ਜਿਹੜੇ ਉੱਥੇ ਪੜ੍ਹਦੇ ਸੀ। ਆ ਦੋਨੋਂ ਕ੍ਰਿਸਚਨ ਤੇ ਸਾਰੇ ਹੈਗੇ ਸੀ, ਹਰ ਤਰ੍ਹਾਂ ਦੇ ਟੀਚਰ ਸੀਗੇ, ਮੁਸਲਮਾਨ ਵੀ ਸੀਗੇ, ਕ੍ਰਿਸਚਨ ਵੀ ਸੀਗੇ। ਮਾਪਿਆਂ ਨੇ ਕਦੇ ਇਹ ਕਹਿ ਕੇ ਬੱਚਿਆਂ ਨੂੰ ਨਹੀਂ ਰੋਕਿਆ ਕਿ ਅਸੀਂ ਤੁਹਾਡੇ ਕੋਲ ਬੱਚੇ ਨਹੀਂ ਭੇਜਣੇ, ਤੁਸੀਂ ਜਹਾਜ਼ ਅਗਵਾ ਕੀਤਾ ਹੋਇਆ ਜਾਂ ਨਹੀਂ? ਜਿਵੇਂ ਸਰਕਾਰਾਂ ਕਹਿੰਦੀਆਂ ਉਹਨਾਂ ਬੱਚਿਆਂ ਨਾਲ ਕੋਈ ਲਿੰਕ ਨਹੀਂ ਸੀਗਾ, ਉਹ ਤਾਂ ਆਪਣਾ ਸਕੂਲ ਸੀਗਾ, ਮੇਰਾ ਇੱਕ ਵੱਖਰਾ ਰਾਹ ਸੀ। ਲੇਕਿਨ ਜਦੋਂ ਫੇਰ ਹੋਇਆ ਉੱਥੇ, ਉਹ ਫਿਰ ਉਹਨਾਂ ਦੇ ਇਕੱਠੇ ਹੋਏ, ਤੇ ਮੈਂ ਉਹਨਾਂ ਦੀ ਐਜ਼ ਏ ਵਲੰਟੀਅਰ ਮੇਰੀ ਡਿਊਟੀ ਲਾਈ ਵੀ ਤੂੰ ਕਰ ਰਿਹਾ। ਹਿਊਮਨ ਰਾਈਟ ਡੇ ਦੇ ਉੱਤੇ ਜਿਹੜੇ ਸਾਰੇ ਰਿਫਿਊਜੀ ਭੈਣਾਂ ਭਰਾ ਜਿਹੜੇ ਸੀਗੇ, ਕੋਈ ਚਾਈਨੀਜ਼, ਕੋਈ ਤਾਈਵਾਨੀ, ਕੋਈ ਰਸ਼ੀਅਨ, ਕੋਈ ਮੈਕਸੀਕਨ, ਕੋਈ ਇੰਡੋਨੇਸ਼ੀਅਨ, ਕੋਈ ਜਿਹੜੇ ਸੀਗੇ, ਇਹ ਸਾਰੇ ਜਿਹੜੇ ਵੱਖਰੇ ਵੱਖਰੇ ਕੰਟਰੀਜ਼ ਦੇ ਸੀਗੇ ਲੋਕ, ਤੇ ਉਹਨਾਂ ਲੋਕਾਂ ਦੇ ਇਹ ਹਿਊਮਨ ਰਾਈਟ ਡੇ ਦੇ ਉੱਤੇ ਕੈਂਡਲ ਜਗਾ ਕੇ ਆਪਣਾ ਹਿਊਮਨ ਰਾਈਟ ਡੇਜ਼ ਇਨਲੈਂਡ ਰਿਫਿਊਜੀ ਸੋਸਾਇਟੀ ਦੇ ਅੰਦਰ ਪ੍ਰੋਗਰਾਮ ਕੀਤਾ। ਕੈਨੇਡਾ ਦੇ ਵਿੱਚ ਇੰਨੀ ਸੇਵਾ ਕੀਤੀ ਹੈ, ਫਿਰ ਡਿਪੋਰਟ ਕਿਉਂ ਕੀਤਾ ਕੈਨੇਡਾ ਦੀ ਸਰਕਾਰ ਨੇ? ਭਾਜੀ ਇਸ ਬਾਰੇ ਮੈਂ ਕੀ ਕਹਿ ਸਕਦਾ? ਕਾਰਨ ਕੀ ਦੱਸਿਆ ਉਹਨਾਂ ਨੇ? ਤੁਸੀਂ ਟੈਰਰਿਸਟ ਹੋ,
ਕਿ ਜਦ ਕਿ ਅਸੀਂ ਤੇ ਕੋਈ ਟੈਰਰਿਸਟ ਨਹੀਂ ਗਏ, ਅਸੀਂ ਤਾਂ ਆਪਣੀ ਕੌਮ ਲਈ ਹੱਕ ਦੀ ਆਵਾਜ਼ ਉਠਾਈ। ਹੁਣ ਮੈਂ ਇੱਥੇ ਆ ਕੇ ਕੈਨੇਡਾ ਡੇ ਦੇ 150 ਸਾਲਾ ਸੈਲੀਬ੍ਰੇਸ਼ਨ ਤੇ ਇਹ ਕਾਰਡ ਵਿਜ਼ਿਟਿੰਗ ਉੱਥੇ ਦੀ ਕਮਿਊਨਿਟੀ ਨੂੰ ਭੇਜੇ, ਜਿਨ੍ਹਾਂ ਦੇ ਨਾਲ ਮੈਂ ਵਲੰਟੀਅਰ ਸੇਵਾ ਕਰਦਾ ਰਿਹਾ, ਤੇ ਆਪਣੇ ਸੱਜਣਾ ਮਿੱਤਰਾਂ ਨੂੰ ਭੇਜੇ ਕੈਨੇਡਾ ਦੇ 150 ਸਾਲਾ ਸੈਲੀਬ੍ਰੇਸ਼ਨ ਤੇ। ਇਹਦਾ ਦੂਸਰਾ ਪਾਸਾ ਆ ਵਾ ਜਿਹੜੀ ਮੈਂ ਐਜ਼ ਏ ਵਲੰਟੀਅਰ ਸੇਵਾ ਕਰਦਾ ਰਿਹਾ। ਤੇ ਕੈਨੇਡਾ ਡੇ ਤੇ ਉੱਥੇ ਦੀ ਸਾਰੀ ਜਿਹੜੀਆਂ ਕਮਿਊਨਿਟੀਜ਼ ਨੇ, ਇਹ ਸਾਰੀ ਕਮਿਊਨਿਟੀਜ਼ ਦੀਆਂ ਮਲਟੀਕਲਚਰ ਸੁਸਾਇਟੀ ਦੀ ਫੋਟੋ ਹੈ, ਤਾਂ ਕਿ ਉੱਥੇ ਜੇ ਲੋਕ ਇਕੱਠੇ ਰਹਿ ਸਕਦੇ ਨੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਲੋਕ ਇਕੱਠੇ ਕਿਉਂ ਨਹੀਂ ਰਹਿ ਸਕਦੇ, ਸਾਡੇ ਤੇ ਜ਼ੁਲਮ ਕਿਉਂ ਹੋ ਰਿਹਾ, ਇਹ ਮੇਰਾ ਸਵਾਲ ਹੈ। ਬਈ ਇਸ ਮੁਲਕ ਦੇ ਵਿੱਚ ਸਾਨੂੰ ਬੋਲਣ ਦੇ ਹੱਕ ਨਹੀਂ, ਸਾਨੂੰ ਆਜ਼ਾਦੀ ਨਹੀਂ, ਸਾਡੀਆਂ ਫਸਲਾਂ ਨੇ। ਅੱਜ ਕਿਸਾਨਾਂ ਦਾ ਮੋਰਚਾ ਲੱਗਾ ਆ, ਕਿਉਂ ਲੱਗਾ? ਕਿਸਾਨਾਂ ਨੂੰ ਤਕਰੀਬਨ ਸਾਲ ਹੋਣ ਵਾਲਾ ਤੇ ਹੁਣ ਤੇ ਸਾਰੇ ਭਾਰਤ ਦੇ ਕਿਸਾਨ ਇਕੱਠੇ ਹੋ ਗਏ ਨੇ ਕਿਸਾਨ ਮੋਰਚੇ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਤੁਸੀਂ ਉੱਥੇ ਇਹ ਸਬੂਤ ਵੀ ਪੇਸ਼ ਕੀਤੇ, ਜਿਵੇਂ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਤੁਹਾਨੂੰ ਚਿੱਠੀਆਂ ਲਿਖੀਆਂ ਗਈਆਂ ਨੇ, ਜਿਹੜਾ ਤੁਸੀਂ ਉੱਥੇ ਕੰਮ ਕਾਰ ਕੀਤਾ, ਤੁਸੀਂ ਕੈਨੇਡਾ ਦੀ ਅਦਾਲਤ ਦੇ ਵਿੱਚ ਆਪਣੇ ਪੱਖ ਨਹੀਂ ਰੱਖਿਆ ਕਿ ਜੋ ਪਿੱਛੇ ਬੀਤਿਆ ਆ ਹੁਣ ਉਹ ਸਭ ਨਹੀਂ ਆ, ਜਾਂ ਤੁਸੀਂ ਉੱਥੇ ਸੇਵਾ ਕਰ ਰਹੇ ਹੋ, ਜਾਂ ਤੁਸੀਂ ਜੋ ਜਹਾਜ਼ ਹਾਈਜੈਕ ਕੀਤਾ ਸੀ ਉਹ ਕਿਹਨਾਂ ਕਾਰਨਾਂ ਕਰਕੇ ਕੀਤਾ ਸੀ? ਦੇਖੋ ਜੀ, ਹਾਈਜੈਕਿੰਗ ਤਾਂ ਕੀਤੀ ਹੈ ਇਹਦੇ ਪ੍ਰੋਟੈਸਟ ਕਰਕੇ ਵੀ ਸਾਡੇ ਤੇ ਜ਼ੁਲਮ ਹੋ ਰਿਹਾ। ਅਸੀਂ ਕਿਸੇ ਸਵਾਰੀ ਦਾ ਕੁਝ ਕਿਹਾ ਹੀ ਨਹੀਂ। ਅਸੀਂ ਕੀ ਕਹਿਣਾ? ਸਵਾਰੀਆਂ ਦੀ ਇੰਟਰਵਿਊ ਪੁਰਾਣਾ ਰਿਕਾਰਡ ਲੱਭ ਕੇ ਵੇਖ ਲਓ। ਅਸੀਂ ਕਿਸੇ ਨੂੰ ਸਾਡੀ ਕੋਈ ਦੁਸ਼ਮਣੀ ਥੋੜੀ, ਸਾਡੀ ਤਾਂ ਟੱਕਰ ਸੀ ਗੌਰਮੈਂਟ ਨਾਲ। ਅਸੀਂ ਗੌਰਮੈਂਟ ਦੇ ਐਜ਼ ਏ ਪ੍ਰੋਟੈਸਟ ਜਹਾਜ਼ ਅਗਵਾ ਕੀਤਾ, ਨਾ ਕਿ ਕਿਸੇ ਨੂੰ ਤੰਗ ਕਰਨ ਵਾਸਤੇ। ਕੈਨੇਡਾ ਸਰਕਾਰ ਨੇ ਡਿਪੋਰਟ ਕਿਹੜੀ ਤਰੀਕ ਨੂੰ ਕੀਤਾ, ਕਦੋਂ ਭਾਰਤ ਆਏ? ਭਾਰਤ ਆ ਕੇ ਕੀ ਬਣਦਾ? ਭਾਰਤ ਦੀ ਸਰਕਾਰ ਗ੍ਰਿਫਤਾਰ ਕਰਦੀ ਹੈ, ਲੰਬੇ ਸਮੇਂ ਬਾਅਦ ਭਾਰਤ ਵਾਪਸੀ ਹੁੰਦੀ ਹੈ। ਤੁਹਾਡੀ ਪਾਕਿਸਤਾਨ ਦੇ ਵਿੱਚ ਜੇਲ੍ਹਾਂ ਕੱਟੀਆਂ, ਕੈਨੇਡਾ ਦੇ ਵਿੱਚ ਰਹੇ, ਉਸ ਤੋਂ ਲੰਬੇ ਸਮੇਂ ਬਾਅਦ ਜਦੋਂ ਭਾਰਤ ਆਉਂਦੇ, ਕਦੋਂ ਡਿਪੋਰਟ ਕੀਤਾ ਕੈਨੇਡਾ ਦੀ ਸਰਕਾਰ? ਦੇਖੋ ਜੀ, ਦਸੰਬਰ ਦੇ ਵਿੱਚ ਕੀਤਾ, ਕ੍ਰਿਸਮਸ ਦੇ ਨੇੜੇ। ਉਦੋਂ ਮੇਰੀ ਜਿਹੜੀ ਲੈਟਰ ਯੂਨਾਈਟਿਡ ਨੇਸ਼ਨ ਦੇ ਵਿੱਚ ਗਈ ਹੋਈ ਸੀ, ਮੈਨੂੰ ਕੋਡ ਇੱਕ ਐਕਟ ਦਾ ਨਾਂ ਤੇ ਨਹੀਂ ਆਉਂਦਾ, ਬਈ ਇਹਨੂੰ ਇੱਥੇ ਸਟੇ ਕਰਨ ਦਿੱਤਾ ਜਾਵੇ। ਅਸੀਂ ਯੂਨਾਈਟਿਡ ਨੇਸ਼ਨ ਜਿਹੜੀ ਹੈ ਇਹਦੇ ਬਾਰੇ ਵਿਚਾਰ ਕਰ ਰਹੀ ਹੈ, ਲੇਕਿਨ ਕੈਨੇਡਾ ਗਵਰਨਮੈਂਟ ਨੇ ਫਟਾਫਟ ਕ੍ਰਿਸਮਸ ਦੇ ਈਵ ਤੋਂ ਪਹਿਲਾਂ ਮੈਨੂੰ ਅਰੈਸਟ ਕੀਤਾ ਤੇ ਮੈਨੂੰ ਮੇਰੇ ਕੋਰਟ ਦਾ ਕੇਸ ਰਿਜੈਕਟ ਕਰਤਾ। ਵਕੀਲ ਨੇ ਕਿਹਾ ਅਥਾਰਟੀਜ਼ ਨੂੰ, ਹਾਇਰ ਅਥਾਰਟੀਜ਼ ਨੂੰ, ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਵੀ ਇਹਨੂੰ 2-4 ਦਿਨ ਰਹਿਣ ਦਿਓ, ਕ੍ਰਿਸਮਸ ਦੀਆਂ ਛੁੱਟੀਆਂ ਨੇ। ਲੇਕਿਨ ਇਹਨਾਂ ਨੇ ਮੈਨੂੰ ਉਸ ਵਕਤ ਡਿਪੋਰਟ ਕਰ ਦਿੱਤਾ। ਭਾਰਤ ਕਦੋਂ ਪਹੁੰਚਦੇ ਹੋ? ਕਿੱਥੇ ਭਾਰਤ ਦੇ ਵਿੱਚ? ਕਿ ਜਿਹੜੇ ਵੀਰ ਮੈਨੂੰ ਲੈ ਕੇ ਆਏ, ਉਹਨਾਂ ਦੀਆਂ ਕ੍ਰਿਸਮਸ ਦੀਆਂ ਛੁੱਟੀਆਂ ਉਹ ਮੇਰੇ ਕਾਰਨ, ਮੈਂ ਉਹਨਾਂ ਨੂੰ ਆਪ ਸੌਰੀ ਗਿਆ। ਮੈਨੂੰ ਨਾਂ ਤਾਂ ਨਹੀਂ ਪਤਾ, ਇੱਕ ਪੰਜਾਬੀ ਸੀਗਾ, ਇੱਕ ਗੋਰਾ ਸੀ, ਜਿਹੜਾ ਨੇ ਮੈਨੂੰ ਅਰੈਸਟ ਕਰਕੇ ਜਹਾਜ਼ ਦੇ ਵਿੱਚ ਬਿਠਾ ਕੇ ਇੱਥੇ ਛੱਡਿਆ। ਮੈਂ ਫੀਲ ਕੀਤਾ ਕਿ ਯਾਰ ਇਹਨਾਂ ਦੀ ਕੋ ਮੈਂ ਉੱਥੇ ਵੇਖ ਚੁੱਕਿਆ ਕ੍ਰਿਸਮਸ ਨੂੰ ਲੋਕ ਕੀ ਕਰਦੇ ਨੇ, ਆਪਣੇ ਪਰਿਵਾਰਾਂ ਨਾਲ, ਆਪਣੇ ਭੈਣਾਂ ਭਰਾਵਾਂ ਨਾਲ, ਆਪਣੇ ਸੱਜਣਾ ਮਿੱਤਰਾਂ ਨੂੰ ਮਿਲਦੇ ਨੇ। ਲੇਕਿਨ ਉਹਨਾਂ ਨੂੰ ਭੇਜਿਆ ਗਿਆ, ਮੈਂ ਉਹਨਾਂ ਨੂੰ ਸੌਰੀ ਫੀਲ ਕੀਤਾ, ਲੇਕਿਨ ਉਹਨਾਂ ਨੇ ਕਿਹਾ ਕੋਈ ਨਹੀਂ, ਇਟਸ ਆਵਰ ਡਿਊਟੀ, ਵੀ ਸਾਡੀ ਡਿਊਟੀ ਹੈ, ਕੋਈ ਗੱਲ ਨਹੀਂ, ਤੇਰਾ ਤੇ। ਭਾਰਤ ਵਾਪਸੀ ਕਿਹੜੇ 에ਅਰਪੋਰਟ ਤੋਂ ਹੁੰਦੀ ਹੈ? ਕਿੱਥੇ ਵਾਪਸ ਆਉਂਦੇ? ਜਿੱਥੋਂ ਗਏ ਸੀ ਉੱਥੇ ਹੀ ਆਏ? ਦਿੱਲੀ 에ਅਰਪੋਰਟ ਤੋਂ ਨਹੀਂ, ਦਿੱਲੀ 에ਅਰਪੋਰਟ ਤੋਂ ਤਾਂ ਅਸੀਂ ਪਾਕਿਸਤਾਨ ਗਏ ਸੀਗੇ। ਦਿੱਲੀ 에ਅਰਪੋਰਟ ਤੋਂ ਸਾਡੀ ਵਾਪਸੀ ਹੋਈ। ਮੈਨੂੰ ਉਸ ਤੋਂ ਬਾਅਦ ਉੱਥੇ ਇਨਵੈਸਟੀਗੇਸ਼ਨ ਹੋਈ। ਉਸ ਤੋਂ ਬਾਅਦ ਮੈਨੂੰ ਕ੍ਰਾਈਮ ਬ੍ਰਾਂਚ ਵਾਲੇ ਲੈ ਗਏ, ਮੇਰੀ ਇਨਵੈਸਟੀਗੇਸ਼ਨ ਕਰਦੇ ਰਹੇ, ਮੈਨੂੰ ਬਾਰ-ਬਾਰ ਸੱਦਦੇ ਰਹੇ। ਦੂਜੇ ਕਿ ਤੀਜੇ ਦਿਨ ਮੈਨੂੰ ਜਾਣ ਦਿੱਤਾ ਗਿਆ, ਭਰਾ ਮੇਰਾ ਲੈਣ ਗਿਆ ਉੱਥੇ। ਤੇ ਉਸ ਤੋਂ ਬਾਅਦ ਮੈਨੂੰ ਬਾਰ-ਬਾਰ ਸੱਦਦੇ ਰਹੇ। ਮੈਂ ਕਿਹਾ ਵੀ ਮੇਰੇ ਤੇ ਕੋਈ ਕੇਸ ਹੈਗਾ ਤਾਂ ਦੱਸੋ, ਮੈਂ ਨਹੀਂ ਆਉਣਾ। ਉਸ ਤੋਂ ਬਾਅਦ ਸਤਨਾਮ ਸਿੰਘ ਜੀ ਪੌਂਡਾ ਸਾਹਿਬ ਆਪਣੇ ਆਪ ਆਏ, ਉਹਨਾਂ ਨੇ ਸਿਲੰਡਰ ਕਰਤਾ ਆਪਣੇ ਅੱਗੇ, ਉਹਨਾਂ ਦੇ ਇਨਕੁਆਰੀਆਂ ਹੋਈਆਂ, ਉਹਨਾਂ ਦੇ ਕਿਹਾ ਵੀ ਠੀਕ ਹੈ, NOC ਦੇ ਦਿੱਤੀ ਜੀ, ਨੋ ਆਬਜੈਕਸ਼ਨ ਸਰਟੀਫਿਕੇਟ। ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਥੋੜਾ ਜਿਹਾ, ਮੈਨੂੰ ਸਿਰਫ ਜੇਲ੍ਹ 'ਚ ਨਹੀਂ ਰੱਖਿਆ ਕਿ ਮੈਨੂੰ ਬਾਰ-ਬਾਰ ਹਰਾਸਮੈਂਟ ਕੀਤੀ ਗਈ। ਉਹਦੇ ਬਿਹਾਫ ਤੇ ਮੈਂ NOC ਮੰਗੀ ਤੇ ਮੈਂ ਥੋੜੀ ਜਿਹੀ ਵਕੀਲ ਨੇ ਲਾਪਰਵਾਹੀ ਕਰਤੀ। ਮੇਰੇ ਕੋਲ ਵੀ ਪੈਸੇ ਇੰਨੇ ਨਹੀਂ ਸੀ ਕਿ ਮੈਂ ਵਕੀਲ ਨੂੰ ਪੈਸੇ ਦੇ ਜਾਵਾਂ, ਤੇ ਕੋਰਟ ਵੀ ਕਹਿੰਦਾ ਸੀ ਕਿ ਸਾਡੇ ਕੋਲ ਤੇਰਾ ਰਿਕਾਰਡ ਹੀ ਨਹੀਂ ਕੋਈ ਵੀ। ਕੋਰਟ ਦੇ ਵਿੱਚ ਜਿਹੜੀ ਸਰਕਾਰੀ ਬੰਦੇ ਸੀਗੇ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਨਹੀਂ ਹੈਗਾ, ਖਤਮ ਹੋ ਗਈ, ਸਾਡਾ ਸੀ ਖਤਮ। ਉਹ ਮੈਂ ਚੁੱਪ ਕਰਕੇ ਘਰ ਬਹਿ ਗਿਆ। 2012 ਚ ਸਾਨੂੰ ਉੱਥੇ ਦੇ ਇੱਕ ਜੱਜ ਨੇ ਸਾਨੂੰ ਭੋੜੇ ਕਰਾਰ ਦੇ ਦਿੱਤਾ, ਗੈਰ ਜ਼ਮਾਨਤੀ ਵਾਰੰਟ ਕੱਢਤੇ। ਉਹ ਤੋਂ ਬਾਅਦ ਅਸੀਂ ਕੋਰਟ 'ਚ ਪੇਸ਼ ਹੋਏ 5-6 ਮਹੀਨਿਆਂ ਬਾਅਦੋਂ, ਤੇ ਸਾਨੂੰ ਕਿਹਾ ਵੀ ਜੈਸੇ ਥੇ ਬਸ ਬੈਠੇ ਰਹੋ। 2017 ਕੇ 18 ਚ ਸਾਡੇ ਤੇ ਕੇਸ ਚੱਲਿਆ। ਸਾਡੀ ਪਹਿਲਾਂ ਤਾਂ ਜੱਜਾਂ ਕੋਰਟਾਂ ਦੀ ਬਦਲਦੀਆਂ ਰਹੀਆਂ, ਤਰੀਕਾ ਪੈਂਦੇ, ਕਦੀ ਕਿਸੇ ਜੱਜ, ਕਦੀ ਕਿਸੇ ਜੱਜ, ਕਦੀ ਕਿਸੇ ਜੱਜ ਕੋਲ।
ਅਖੀਰ ਜੱਜ ਪਾਂਡੇ ਕੋਲ ਚਲੇ ਗਈ ਗੱਲ, ਕ੍ਰਾਈਮ ਬ੍ਰਾਂਚ ਦਾ, ਸੌਰੀ ਟੈਰਰਿਸਟ, ਜਿਹਨੂੰ ਐਂਟੀ ਟੈਰਰਿਸਟ ਸੈੱਲ, ਐਂਟੀ ਟੈਰਰਿਸਟ ਕੋਡ ਕਹਿੰਦੇ ਆ, ਉੱਥੇ ਗਈ ਤੇ ਜੱਜ ਨੇ ਗੌਰ ਕੀਤੀ ਸਾਡਾ ਵਕੀਲ ਹਾਜ਼ਰ ਨਹੀਂ ਹੋਈ, ਤੇ ਦੂਜੇ ਦਿਨ ਬਾਅਦ ਉਹ ਵਕੀਲ ਹਾਜ਼ਰ ਹੋਈ ਉੱਥੇ, ਤੇ ਉਹ ਸਾਡਾ ਕੇਸ ਚੱਲਿਆ। ਪਹਿਲਾਂ ਸਾਨੂੰ ਤੁਹਾਡੇ ਤੇ 3 ਨਾਰੇ, 124, 121, 120, ਇਹਦਾ ਮਤਲਬ 3 ਕੇਸ, ਹਿੰਦੁਸਤਾਨ ਦੇ ਵੱਲ ਐਲਾਨੇ ਜੰਗ, ਖਾਲਿਸਤਾਨ ਦੇ ਨਾਰੇ ਤੇ ਭੜਕਾਊ ਗੱਲਾਂ। ਖਾਲਿਸਤਾਨ ਦੇ ਜਿੰਦਾਬਾਦ ਦੇ ਨਾਰੇ ਚੋਂ ਤਾਂ ਸਾਨੂੰ ਪਹਿਲਾਂ ਬਰੀ ਕਰ ਦਿੱਤਾ ਗਿਆ 6 ਮਹੀਨੇ ਬਾਅਦ। ਤੇ ਉਸ ਤੋਂ ਬਾਅਦ ਅਸੀਂ ਵਕੀਲ ਬਦਲਿਆ, ਸਰਦਾਰ ਮਨਿੰਦਰ ਸਿੰਘ ਜੀ, ਦਿੱਲੀ ਕਮੇਟੀ ਨੇ ਸਾਨੂੰ ਵਕੀਲ ਕਰਕੇ ਦਿੱਤੇ ਸੀ, ਅਸੀਂ ਦਿਨ ਵੀ ਉੱਥੇ ਰਹੇ ਤੇ ਕੋਰਟਾਂ 'ਚ ਪੇਸ਼ੀ ਕਰਦੇ ਰਹੇ। ਉਸ ਤੋਂ ਬਾਅਦ 2 ਕੇਸ ਚਲੇ ਕਿ ਜਦ ਸਤਨਾਮ ਸਿੰਘ ਨੂੰ ਇੱਕ ਸ਼ਹਿਰ ਵਿੱਚ ਦੂਜੀ ਕੋਰਟ ਨੇ, ਸਤਨਾਮ ਸਿੰਘ ਖੁਦ ਆਪ ਗਿਆ, ਉਸ ਤੋਂ ਬਾਅਦ ਉਹਨੂੰ ਬਰੀ ਕਰ ਦਿੱਤਾ ਗਿਆ ਟੈਗ ਰੱਖਣ ਤੋਂ, ਇਨਵੈਸਟੀਗੇਸ਼ਨ ਕਰਨ ਤੋਂ ਬਾਅਦ। ਮੈਂ ਉਹਦੇ ਬਿਹਾਫ ਤੇ ਆਪਣੀ ਮੰਗੀ ਤਾਂ ਸਤਨਾਮ ਸਿੰਘ ਦੇ ਵੀ ਕੇਸ ਪਾ ਦਿੱਤਾ ਗਿਆ ਦੁਬਾਰਾ, 3 ਕੇਸ, ਤੇ ਮੇਰੇ ਤੇ ਤਾਂ ਪਾਣੇ ਹੀ ਪਾਣੇ ਸੀ। ਕੋ ਮੈਂ ਕੇਸ ਵਿੱਚੋਂ ਛੱਡ ਕੇ ਪਰੇ ਹੋ ਗਿਆ ਕਿ ਮੈਨੂੰ ਜਦ ਮਿਲਦਾ ਹੀ ਕੱਖ ਨਹੀਂ ਪਿਆ, ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਂ ਕਿੱਥੋਂ ਕਰਾਂ, ਮੈਂ ਆਪਣੀ ਹੈਂਡ ਟੂ ਮਾਊਥ ਰੋਟੀ ਖਾਵਾਂਗੇ, ਮੈਂ ਆਪਣਾ ਕੀ ਕਰਾਂ। ਉਹ ਫਿਰ ਉਸ ਤੋਂ ਬਾਅਦ ਸਾਨੂੰ 2018 ਦੇ ਵਿੱਚ ਅਗਸਤ ਦੇ ਵਿੱਚ, ਇਹਨੇ ਦਿਨਾਂ 'ਚ 26 ਕਿ 27 ਅਗਸਤ ਤਾਂ ਮੈਨੂੰ ਯਾਦ ਨਹੀਂ ਆ ਰਹੀ, ਸਾਨੂੰ ਕੋਰਟ 'ਚੋਂ ਬਰੀ ਕਰ ਦਿੱਤਾ ਗਿਆ। ਸਾਡੇ ਗਵਾਹ ਏ, ਪਾਇਲਟ ਆਇਆ, ਇਹ ਰੋਸਟੈਸ ਆਈ, ਉਹ ਕਹਿੰਦਾ ਜੀ ਇਹਨਾਂ ਨੇ ਕੁਝ ਕੀਤਾ ਹੀ, ਇਹਨਾਂ ਨੇ ਸਾਨੂੰ ਕੋਈ ਤੰਗ ਨਹੀਂ ਕੀਤਾ, ਹਾਈਜੈਕ ਨਹੀਂ ਕੀਤੀ, ਠੀਕ ਹੈ, ਨਾਰੇ ਮਾਰੇ ਨੇ ਖਾਲਿਸਤਾਨ ਦੇ, ਕਿਸੇ ਸਵਾਰੀ ਨੇ ਕੁਝ ਨਹੀਂ ਕਿਹਾ, ਸਾਨੂੰ ਬਰੀ ਕਰ ਦਿੱਤਾ ਗਿਆ। ਜਦੋਂ ਪਾਕਿਸਤਾਨ ਦੇ ਵਿੱਚ ਜੇਲ੍ਹ ਕੱਟੀ ਹੈ, ਕੈਨੇਡਾ ਦੇ ਵਿੱਚ ਰਹੇ ਹੋ, ਇਸ ਸਮੇਂ ਦੌਰਾਨ ਤੁਹਾਡਾ ਆਪਣਾ ਪਰਿਵਾਰ ਕਿੱਥੇ ਰਿਹਾ, ਉਹ ਕੀ ਕਰਦਾ ਰਿਹਾ? ਦੇਖੋ ਜੀ, ਮੇਰਾ ਪਰਿਵਾਰ ਚੰਡੀਗੜ੍ਹ ਸੀਗਾ ਉਸ ਵੇਲੇ, ਮੇਰੀ ਮਿਸਿਸ ਸੀਗੀ ਉੱਥੇ, ਉਹ ਉੱਥੇ ਰਹੀ ਆਪਣੇ ਪੇਰੈਂਟਸ ਦੇ ਕੋਲ ਹੀ। ਮੇਰੇ ਪਰਿਵਾਰ ਨਾਲ ਆਉਣ ਜਾਣ ਦਾ ਸੰਬੰਧ ਰਿਹਾ, ਭੈਣਾਂ ਭਰਾਵਾਂ ਨਾਲ। ਕੋਈ ਮਦਰ ਫਾਦਰ ਸਾਹਿਬ ਮੇਰੇ ਕੈਨੇਡਾ ਬੈਠੇ ਹੋਏ ਸੀ, ਮਦਰ ਮੇਰੀ ਹੈ ਨਹੀਂ ਸੀਗੇ, ਤੇ ਮਦਰ ਚੜ੍ਹਾਈ ਕਰ ਚੁੱਕੇ ਪਹਿਲਾਂ ਮੇਰੇ ਬਚਪਨ 'ਚ ਹੀ। ਉਸ ਤੋਂ ਬਾਅਦ ਉਹਨਾਂ ਨੂੰ ਪਿਤਾ ਜੀ ਮੇਰੇ ਕੈਨੇਡਾ ਲੈ ਗਏ, ਉਹ ਕੈਨੇਡਾ ਤੋਂ ਵਾਪਸ ਆ ਗਏ। ਕਿਹੜੇ ਕਾਰਨ ਆਏ ਮੈਨੂੰ ਕੋਈ ਪਤਾ ਨਹੀਂ, ਕੋਈ ਮੇਰੇ ਨਾਲ ਕੋਈ ਲਿੰਕ ਨਹੀਂ ਉਹਨਾਂ ਦਾ। 1981 ਤੋਂ ਬਾਅਦ ਮੈਂ ਉਹਨਾਂ ਨੂੰ ਕੋਈ ਮਿਲਿਆ ਨਹੀਂ ਇੰਨਾ ਵਧੀਆ। ਉਹ ਪਿਤਾ ਜੀ 2 ਵਾਰੀ ਮੈਨੂੰ ਕੈਨੇਡਾ ਜ਼ਰੂਰ ਮਿਲਣ ਆਏ, ਤੇ ਉਸ ਤੋਂ ਬਾਅਦ ਮੈਂ ਕਿਹਾ 92 ਕਿ 93 ਵਿੱਚ ਇੱਥੇ ਆ ਕੇ ਚੜ੍ਹਾਈ ਕਰਕੇ ਵਾਪਸ ਇੰਡੀਆ 'ਚ ਆਏ, ਚੜ੍ਹਾਈ ਕਰਕੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਹੁਣ ਤਾਂ ਮੈਨੂੰ ਪਤਾ ਨਹੀਂ, ਕੋ ਮੇਰਾ ਡਿਵੋਰਸ ਹੋ ਚੁੱਕਿਆ, ਮੈਂ ਇਕੱਲਾ ਰਹਿਣਾ। ਤਕਰੀਬਨ ਮੇਰੇ ਆਉਣ ਤੋਂ 2-3 ਸਾਲ, 1.5-2 ਸਾਲ ਬਾਅਦ ਮੇਰੇ ਡਿਵੋਰਸ ਹੋ ਗਿਆ। ਠੀਕ ਹੈ ਵੀ ਤੇਰਾ ਰਾਹ ਲੱਗਾ, ਮੇਰਾ ਰਾਹ ਲੱਗਾ, ਮੈਂ ਤਾਂ ਆਪਣੀ ਕੌਮ ਲਈ ਕੁਰਬਾਨੀ ਕੀਤੀ ਹੈ, ਮੈਂ ਤੇ ਹੁਣ ਇਸੇ ਰਾਹਾਂ ਤੇ ਤੁਰਾਂਗਾ। ਬੱਚਿਆਂ ਨੇ ਕਦੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਜਦੋਂ ਬਾਬਾ ਜੀ ਜਦ ਬਚਪਨ ਦੀ ਕਿਸੇ ਬੱਚੇ ਨੂੰ ਕੁਝ ਜੋ ਪੜ੍ਹਾਓਗੇ ਉਹਨੂੰ ਉਹ ਗੱਲ ਕਰਨੀ ਹੈ, ਉਹਨੂੰ ਤੁਹਾਨੂੰ ਕੀ ਕਰਨੀ ਹੈ। ਮੇਰਾ ਇੱਕੋ ਇੱਕ ਬੱਚਾ ਵਾ, ਉਹਦਾ ਨਾਮ ਵੀ ਮੈਂ ਖਾਲਿਸਤਾਨ ਸਿੰਘ ਰੱਖਿਆ ਜੀ, ਰਜਿਸਟਰਡ ਆ ਚੰਡੀਗੜ੍ਹ ਦੀ ਕਾਰਪੋਰੇਸ਼ਨ 'ਚ, ਠੀਕ ਹੈ। ਉਹਨੇ ਨਾਮ ਬਦਲਿਆ ਜਾਂ ਕੀ ਕੀਤਾ ਮੈਨੂੰ ਇਸ ਬਾਰੇ ਕੋਈ ਨਹੀਂ ਪਤਾ, ਉਹ ਕੀ ਕਰ ਰਿਹਾ ਮੈਨੂੰ ਕੋਈ ਪਤਾ ਨਹੀਂ। ਜਦੋਂ ਹੁਣ ਦਾ ਜੀਵਨ ਕਿਵੇਂ ਦਾ? ਗੁਰਦੁਆਰੇ ਮੈਨੂੰ ਖਾਲਸਾ ਸਕੂਲ ਸਰੀ, ਮੈਂ ਲਿਟਰੇਚਰ ਦਾ ਕਾਰੋਬਾਰ ਕੰਮ ਕਰਦਾ ਸੀ, ਤੇ ਮੇਰੇ ਮਨ 'ਚ ਆਇਆ ਵੀ ਉਹ ਕੰਮ ਕੀਤਾ ਜਾਵੇ ਜਿਹਦੇ ਨਾਲ ਆਪਣੀ ਕੌਮ ਨਾਲ ਵੀ ਜੁੜਿਆ ਰਵੇ, ਤੇ ਰੋਟੀ ਵੀ ਮਿਲਦੀ ਰਵੇ, ਤੇ ਸੇਵਾ ਭਾਵਨਾ ਵੀ, ਟਾਈਮ ਵੀ ਘੱਟ ਲੱਗੇ। ਉਹਦੇ ਭਾਵਨਾ ਨਾਲ ਮੈਂ ਪਹਿਲਾਂ ਸਾਰਾ ਪੰਜਾਬ ਫਿਰਿਆ, ਗੰਗਾਨਗਰ ਫਿਰਿਆ, JNK ਗਏ, UP 'ਚ ਗਏ। ਮੈਂ ਸਟਿੱਕਰ ਪ੍ਰਿੰਟ ਕਰਵਾਉਂਦਾ ਸੀ ਗੁਰਬਾਣੀ ਦੇ, ਤੇ ਜਿੱਥੇ ਜਿੱਥੇ ਵੱਡੇ ਪ੍ਰੋਗਰਾਮ ਹੁੰਦੇ ਸੀ ਮੈਂ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਸਾਹਿਬ, ਤੇ ਚਮਕੌਰ ਸਾਹਿਬ, ਭੱਠਾ ਸਾਹਿਬ, ਮੁਕਤਸਰ ਸਾਹਿਬ, ਦਮਦਮਾ ਸਾਹਿਬ, ਇੱਥੇ ਮੈਂ ਐਜ਼ ਏ ਜਾ ਕੇ ਸਟਾਲ ਲਗਾਉਂਦਾ ਰਿਹਾ। ਮੈਂ ਪੂਰੀ ਮਿਹਨਤ ਕੀਤੀ। ਫਿਰ ਤਕਰੀਬਨ ਹੁਣ ਮੈਨੂੰ ਮਾਲਡੋਨ ਦੇ ਗੁਰਦੁਆਰੇ 20 ਸਾਲ ਬੈਠੇ ਨੂੰ ਹੋ ਗਏ ਨੇ, ਤਾਂ ਇੱਥੇ ਦੇ ਪ੍ਰਬੰਧਕਾਂ ਨੇ ਮੈਨੂੰ ਬੜੀ ਵਾਰੀ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਤੇ ਗੁਰੂ ਨੇ ਕਿਰਪਾ ਕੀਤੀ, ਮੈਨੂੰ ਕਮਰਾ ਮਿਲ ਗਿਆ, ਮੈਂ ਤੇ ਸਮਾਨ ਰੱਖਦਾ ਰਿਹਾ। ਪਹਿਲਾਂ ਕੋਈ ਭਾਣਾ ਵਾਪਰਿਆ ਇਹੋ ਜਿਹਾ ਜਿਹੜਾ ਹੁਣ ਮੈਂ ਜ਼ਿਕਰ ਕਰਨਾ ਨਹੀਂ ਪਸੰਦ ਕਰਦਾ। ਉਸ ਤੋਂ ਬਾਅਦ ਹੁਣ ਮੈਂ ਇੱਥੇ ਆਇਆ, ਇੱਥੇ ਦੇ ਪ੍ਰਧਾਨਾਂ ਨਾਲ ਵੀ, ਸੰਗਤ ਨੇ ਵੀ ਹਾਂ ਦੁਕਾਨ ਚਾਹੀਦੀ ਹੈ, ਲਿਟਰੇਚਰ ਹੈ, ਮੈਂ 5 ਤੋਂ 6 ਕੁਇੰਟਲ ਵਜਨ ਉਸ ਕਮਰੇ 'ਚ ਚੁੱਕ ਕੇ ਬਾਹਰ ਲੈ ਕੇ ਜਾਂਦਾ ਵਾਂ। ਤਾਂ ਹੁਣ ਦੇ ਪ੍ਰਧਾਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ। ਮੈਂ ਅਕਾਲ ਤਖਤ ਤੇ ਜਾ ਕੇ, ਸਿੰਘਾਂ ਨੇ ਮੇਰੇ ਵੱਲੋਂ, ਮੈਂ ਨਹੀਂ ਗਈ, ਉਹਨਾਂ ਨੇ ਰਿਪੋਰਟ ਦਿੱਤੀ, ਅਕਾਲ ਤਖਤ ਸਾਹਿਬ ਨੇ ਆਪਣੇ ਨੁਮਾਇੰਦੇ ਭੇਜੇ, ਉਹਨਾਂ ਨੇ ਕਿਹਾ ਹਾਂ ਵੀ ਵਾਕਈ ਜਗ੍ਹਾ ਚਾਹੀਦੀ ਇੱਥੇ, ਤੇ ਪ੍ਰਧਾਨ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਮਿਲੇ, ਕਿਧਰੇ ਗਏ ਸੀ।
ਇਹਨਾਂ ਨੇ ਦੁਬਾਰਾ ਉਹਨੂੰ ਕਾਲ ਕੀਤਾ ਤਾਂ ਵੀ ਨਹੀਂ ਗਏ। ਮੈਂ ਅਕਾਲ ਤਖਤ ਦੇ ਜਥੇਦਾਰ ਦੇ ਜਾ ਕੇ ਆਪਣੀ 5 ਪੈਰਾਂ ਅੱਗੇ ਰਿਪੋਰਟ ਦੇ ਦਿੱਤੀ ਕਿ ਮੈਂ ਇਹ ਜਗ੍ਹਾ ਚਾਹੁੰਦਾ ਇੱਥੇ। ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ। ਉਸ ਤੋਂ ਬਾਅਦ ਇਹ ਫਿਰ ਗਏ। ਇਹਨਾਂ ਨੇ ਆਉਣ ਤੋਂ ਬਾਅਦ 24 ਮੈਂ ਤੁਹਾਨੂੰ ਉਹਦੀ ਰਿਕਾਰਡਿੰਗ ਭੇਜ ਦੇ ਸਕਦਾ ਵਾਂ। 24 ਮਾਰਚ ਨੂੰ 14 ਜੁਲਾਈ ਨੂੰ ਮੈਂ ਫਿਰ ਪਿਛਲੇ ਸਾਲ ਦੀ ਨੂੰ ਮੈਂ ਕਿਹਾ ਕਿ ਮੈਂ ਇੱਥੇ ਦੁਬਾਰਾ ਕੋਰੋਨੇ ਤੋਂ ਬਾਅਦ ਆ ਕੇ ਬੈਠਾ ਵਾਂ, ਬਈ ਕਿਸੇ ਨੂੰ ਮੇਰਾ ਲਿਟਰੇਚਰ ਕਕਾਰ ਚਾਹੀਦੀ ਹੁਣ ਤਾਂ ਮੈਨੂੰ ਫੋਨ ਕਰ ਸਕਦਾ, ਐਮਰਜੈਂਸੀ ਵੀ। ਤਾਂ ਬਹੁਤ ਸਾਰੇ ਮੇਰਾ ਇੱਕ ਸੁਭਾਅ ਹੈ ਕਿ ਜਿਹੜਾ ਮੇਰਾ ਕਸਟਮਰ ਆਉਂਦਾ ਉਹਨੂੰ ਆਪਣਾ ਫੋਨ ਨੰਬਰ ਜ਼ਰੂਰ ਕਾਰਡ ਦੇ ਦੇਣਾ, ਕਿਉਂਕਿ ਭਾਈ ਤੈਨੂੰ ਐਮਰਜੈਂਸੀ ਵੀ ਲੋੜ ਹੋਏ ਮੈਂ ਮੋਸਟ ਵੈਲਕਮ, ਮੈਂ ਨਾ ਨਹੀਂ ਕਰਾਂਗਾ। ਕੋਈ ਚੀਜ਼ ਇਹੋ ਜਿਹੀ ਕਕਾਰ ਕੇ ਜਿਹੜੀ ਕਿਸੇ ਨੇ ਜਾਣਾ ਹੁੰਦਾ ਜਾਂ ਫਲਾਈਟ ਫੜਨੀ ਹੈ, ਕੋਈ ਮਜਬੂਰ ਪੈ ਗਿਆ ਜਾਂ ਕਿਧਰੇ ਹੋਰ ਜਾਣਾ ਹੈ, ਤਾਂ ਉਸ ਕਰਕੇ ਮੈਂ ਉਹਨਾਂ ਨੂੰ ਫੋਨ ਨੰਬਰ ਦੇ ਦਿੰਦਾ ਸੰਗਤਾਂ ਨੂੰ। ਤੇ ਹੁਣ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ। ਇਹ ਫਿਰ ਅਕਾਲ ਤਖਤ ਸਾਹਿਬ ਤੇ ਸਰਦਾਰ ਅਜੀਤ ਸਿੰਘ ਸੇਠੀ ਤੇ ਹੋਰ ਮੈਂਬਰ ਕਮੇਟੀ ਦੇ ਗਏ। ਉਸ ਤੋਂ ਬਾਅਦ ਮੇਰੇ ਕੋਲ ਆਏ ਗੁਰਦੁਆਰੇ। ਉਸ ਤੋਂ ਪਹਿਲਾਂ ਪ੍ਰੋਫੈਸਰ ਕਸ਼ਮੀਰ ਸਿੰਘ ਤੇ ਐਜੀਪੀਸੀ ਦਾ ਮੀਤ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘ ਹਰੀ ਆਏ। ਉਹਨਾਂ ਨੇ ਪ੍ਰਧਾਨ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਨਹੀਂ ਮਿਲੇ। ਉਹਨਾਂ ਨੇ ਜਾ ਕੇ ਆਪਣੀ ਰਿਪੋਰਟ ਅਕਾਲ ਤਖਤ ਸਬਮਿਟ ਕਰਤੀ। ਉਸ ਤੋਂ ਬਾਅਦ 11 ਜਨਵਰੀ ਮੈਨੂੰ ਸੱਦਿਆ ਗਿਆ, ਇਹਨਾਂ ਨੂੰ ਵੀ ਸੱਦਿਆ ਗਿਆ। ਇਹ ਗਏ ਨਹੀਂ, ਇਹ ਕਹਿੰਦੇ ਜੀ 20 ਜਨਵਰੀ ਤੋਂ ਬਾਅਦ ਆਵਾਂਗੇ। ਇਹਨਾਂ ਸੁਨੇਹਾ ਦਿੱਤਾ ਕਿ ਉੱਥੋਂ ਜਥੇਦਾਰ ਸਾਹਿਬ ਦੇ ਜਿਹੜੇ ਨੁਮਾਇੰਦੇ ਸੀਗੇ ਥੱਲੇ 5 ਪਿਆਰਿਆਂ 'ਚ, ਉਹਨਾਂ ਨੇ ਦੱਸਿਆ। ਉਸ ਤੋਂ ਬਾਅਦ ਇਹਨਾਂ ਨੂੰ ਮੈਂ ਫਿਰ ਫੋਨ ਕੀਤੇ ਪ੍ਰੋਫੈਸਰ ਕਸ਼ਮੀਰ ਸਿੰਘ ਪੰਜਾਬੀ ਯੂਨੀਵਰਸਿਟੀ ਨੂੰ। ਮੈਂ ਕਿਹਾ ਜੀ ਮਸਲਾ ਹੱਲ ਕਰੋ ਮੇਰਾ, ਮੈਨੂੰ ਪਰੇਸ਼ਾਨੀ ਹੁੰਦੀ ਹੈ ਤੇ ਮੇਰੀਆਂ ਦੋਨੋਂ ਲੱਤਾਂ ਖਰਾਬ ਨੇ। ਆ ਮੇਰੀ ਆਨੰਦਪੁਰ ਸਾਹਿਬ ਦੇ ਵਿੱਚ ਜਾਂਦੇ ਬੰਗੇ ਗਿੱਟਾ ਟੁੱਟ ਗਿਆ ਮੇਰਾ, ਪੇਚ ਪਏ ਹੋਇਆ ਤੇ ਪੁਲਿਸ ਵਾਲੇ ਨੇ ਬੰਦੇ ਭਜਾ ਤੇ ਜਿਹਨੇ ਗੱਡੀ ਮਾਰੀ। ਮੈਂ ਆਨੰਦਪੁਰ ਸਾਹਿਬ ਤੋਂ ਪਹੁੰਚਿਆ ਹੀ ਨਹੀਂ, ਬੰਗੇ ਵੀ ਬਰੰਗ ਹੋ ਕੇ ਵਾਪਸ ਆ ਗਿਆ। ਉੱਥੇ ਜਾ ਰਿਹਾ ਸੀ ਪ੍ਰੋਗਰਾਮ ਤੇ ਇਹ ਮੇਰੀ ਲੱਤ ਹੁਣ ਪੇਜ ਆ ਮੇਰੀ, ਮੈਨੂੰ ਸਰੀਰ 'ਚ ਕਮਜ਼ੋਰੀ ਹੋਣ ਕਰਕੇ ਹੁੰਦੀ ਹੈ ਕਈ ਵਾਰੀ ਪਰੇਸ਼ਾਨੀ, ਇਹ 'ਚ ਗੁੱਟੇ 'ਚ ਪੇਜ ਪੈਣ। ਆ ਮੇਰੀ ਲੱਤ ਕੈਨੇਡਾ ਦੇ ਵਿੱਚ -25 ਡਿਗਰੀ 30 ਡਿਗਰੀ ਟੈਂਪਰੇਚਰ ਸੀ। ਰਿਫਿਊਜੀਆਂ ਵਾਸਤੇ ਆਟਾ ਲੈ ਕੇ ਜਾ ਰਿਹਾ, ਜਸਟ 2 ਕਦਮ ਵੀ ਨਹੀਂ ਚੱਲਿਆ, ਮੈਂ ਉੱਥੇ ਬਹਿ ਗਿਆ। ਮੇਰੀ ਲੱਤ ਨੂੰ ਹਵਾ ਲੱਗ ਗਈ। ਜਦੋਂ ਜ਼ਿਆਦਾ ਠੰਡ ਹੋਵੇ ਤੇ ਜ਼ਿਆਦਾ ਗਰਮੀ ਵੀ ਮੈਨੂੰ ਬਰਦਾਸ਼ਤ ਨਹੀਂ ਹੁੰਦੀ, ਮੇਰੀਆਂ ਨਾੜਾਂ ਖਿੱਚੀਆਂ ਜਾਂਦੀਆਂ ਏਦਾਂ। ਪਰ ਗੁਰੂ ਦੀ ਕਿਰਪਾ ਨਾਲ, ਬਾਬੇ ਦੀ ਕਿਰਪਾ ਨਾਲ ਮੈਂ ਤਗੜਾ ਵਾਂ ਤੇ ਹੱਲਾਸ਼ੇਰੀ ਕਰਕੇ ਆਪਣੀ ਮਿਹਨਤ ਕਰਕੇ ਦੱਸਾਂ ਨਾ ਉਹਦੀ ਕਿਰਤ ਕਰਕੇ ਰੋਟੀ ਖਾਣਾ। ਇੱਥੋਂ ਦੇ ਜਿਹੜੇ ਲੋਕ ਨੇ, ਇਸ ਤੋਂ ਬਾਅਦ ਇਹ ਮੇਰੇ ਕੋਲ 24 ਮਾਰਚ ਨੂੰ ਪ੍ਰਧਾਨ ਜੀ ਆਏ ਆਪਣੀ ਕਮੇਟੀ ਸਮੇਤ, ਸਟਾਫ ਦੇ ਸਮੇਤ, ਸਕੂਲ ਦੇ ਸਟਾਫ ਦੇ ਸਮੇਤ, ਕੈਮਰੇ ਚੁੱਕੇ ਹੋਏ। ਆਖੇ ਬਾਬਾ ਜੀ ਆ 5000 ਰੁਪਏ ਦਾ ਚੈੱਕ ਲੈ ਲਓ ਤੁਸੀਂ। ਮੈਂ ਕਾਹਦਾ ਜੀ? ਆਖੇ ਤੁਹਾਨੂੰ ਲੋੜ ਹੈ। ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਰਦਾਰ ਜੀ ਸਿੰਘ ਸੇਠੀ ਆਏ। ਮੈਂ ਕਿਹਾ ਭਾਈ ਸਾਹਿਬ ਮੈਂ ਕੋ ਮੰਗਦਾ ਤੇ ਹੈ ਨਹੀਂ, ਮੈਂ ਤਾਂ ਗੁਰੂ ਦਾ ਸਿੱਖ ਹਾਂ, ਮੈਂ ਤੁਹਾਨੂੰ ਰਿਕਾਰਡਿੰਗ ਦਿਖਾ ਸਕਦਾ। ਕੋਈ ਕਿਰਤ ਸਿੱਖ ਦਾ ਕੰਮ ਹੈ, ਕਿਰਤ ਕਰਕੇ ਰੋਟੀ ਖਾਣੀ, ਘਾਹ ਲਗਾਏ ਕੇ ਚੱਥੋਂ ਦੇ। ਮੈਂ ਕਿਹਾ ਹਲੇ ਮੈਂ ਚੜ੍ਹਦੀ ਕਲਾ ਜਾ, ਮੈਨੂੰ ਤੁਹਾਡੀ ਮਾਇਆ ਨਹੀਂ ਚਾਹੀਦੀ। ਤੁਸੀਂ ਮੈਨੂੰ ਟਾਈਮ ਦਿਓ, ਮੈਂ ਕਿਸੇ ਨੂੰ ਲਿਆ ਕੇ ਕਿਸੇ ਭੈਣ ਭਰਾ ਕੋ ਫੜ ਕੇ ਤੁਹਾਨੂੰ ਦੇ ਦੇਣਾ, ਕਿਸੇ ਲੋੜਵੰਦ ਨੂੰ ਦੇ ਦਿਓ। ਤੇ ਦੂਜੀ ਗੱਲ ਕਹਿੰਦੇ ਆ ਗੱਡੀ ਲਓ ਜੀ, ਗੁਰਦੁਆਰੇ ਦੀ ਵੈਨ ਹੈਗੀ ਆ। ਮੈਂ ਕਿਹਾ ਜੀ ਪਹਿਲੀ ਗੱਲ ਹੈ ਮੈਨੂੰ ਲੋੜ ਨਹੀਂ ਹੈਗੀ, ਕੋ ਮੈਂ ਸਮਾਨ ਅੰਦਰੋਂ ਚੁੱਕੇ ਤੇ ਬਾਹਰ ਰੱਖਣਾ, ਮੈਨੂੰ ਇੱਥੇ ਦੁਕਾਨ ਦਿਓ। ਤੁਸੀਂ ਦੁਕਾਨ ਦਾ ਵਾਅਦਾ ਕੀਤਾ, ਤੁਹਾਡੇ ਤੋਂ ਪਹਿਲੀਆਂ ਕਮੇਟੀਆਂ ਨੇ ਵੀ ਵਾਅਦਾ ਕੀਤਾ ਸੀ ਵੀ ਜਦੋਂ ਬਿਲਡਿੰਗ ਬਣਾਵਾਂਗੇ ਤੁਹਾਨੂੰ ਦੁਕਾਨ ਬਣਾ ਕੇ ਦੇਵਾਂਗੇ। ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸਿੰਘ ਸਾਹਿਬ ਪੈਂਦਾ, ਤਾਂ ਉੱਥੇ ਦੁਕਾਨ ਦਿੱਤੀ ਕਿਉਂ ਨਹੀਂ ਜਾ ਰਹੀ ਤੁਹਾਨੂੰ? ਬਾਬਾ ਜੀ ਇਹ ਤਾਂ ਹੁਣ ਕਮੇਟੀ ਵਾਲੇ ਜਾਣਗੇ। ਤਾਂ ਫਿਰ ਉਹਨਾਂ ਨੂੰ ਮੈਂ ਬੇਨਤੀ ਕੀਤੀ। ਉਸ ਤੋਂ ਬਾਅਦ ਮੈਨੂੰ ਕਹਿੰਦੇ ਜੀ ਗੱਡੀ ਲੈ ਲਓ। ਮੈਂ ਕਿਹਾ ਨਹੀਂ ਚਾਹੀਦੀ, ਪਹਿਲੀ ਗੱਲ ਚਾਹੀਦੀ ਨਹੀਂ, ਦੂਜੀ ਮੈਨੂੰ ਚਲਾਣੀ ਨਹੀਂ ਆਉਂਦੀ, ਤੀਜੀ ਜਦੋਂ ਮੈਨੂੰ ਲੋੜ ਹੋਗੀ ਮੈਂ ਸੰਗਤ ਨੂੰ ਬੇਨਤੀ ਕਰ ਦਾਂਗਾ ਗੱਡੀ ਮਿਲ ਜਾਏਗੀ, ਮੈਨੂੰ ਨਹੀਂ ਗੱਡੀ ਚਾਹੀਦੀ। ਇਹ ਰਿਕਾਰਡਿੰਗ ਕੀਤੀ ਹੋਈ ਮੇਰੀ, ਉਹਨਾਂ ਨੇ ਮੇਰੀ ਰਿਕਾਰਡਿੰਗ ਕਰਕੇ ਜਥੇਦਾਰਾਂ ਅੱਗੇ ਪੇਸ਼ ਕੀਤੀ ਹੈ ਜਾਂ ਕਿੱਥੇ ਰੱਖੀ ਮੈਨੂੰ ਨਹੀਂ ਪਤਾ, ਲੇਕਿਨ ਮੈਨੂੰ ਮਹਿਸੂਸ ਹੋਇਆ ਕਿ ਪੇਸ਼ ਹੋਈ ਆ। ਕੋ ਮੈਂ ਇੱਕ ਵਾਰੀ ਫਿਰ ਦੁਬਾਰਾ ਭਾਈ ਸਿਮਰਨ ਸਿੰਘ ਨਾਲ ਉੱਥੇ ਗਿਆ ਵਾਂ, ਲੈਟਰ ਦਿੱਤੀ ਆ ਉੱਥੇ ਦੇ ਉਹਨਾਂ ਦੇ ਸੈਕਟਰੀ ਸਰਦਾਰ ਗੁਰਮੀਤ ਸਿੰਘ ਹੋਰਾਂ ਨੂੰ ਕਿ ਮੇਰਾ ਮਸਲਾ ਹੱਲ ਕੀਤਾ ਜਾਵੇ। ਉਹ ਜਦੋਂ ਮੈਂ ਦੁਬਾਰਾ ਗਿਆ ਵਾਂ, ਉਹ ਕਹਿੰਦੇ ਸਰਦਾਰ ਜੀ ਤੁਹਾਨੂੰ ਤਾਂ ਮਾਇਆ ਮਿਲ ਰਹੀ ਆ। ਮੈਂ ਕਿਹਾ ਭਾਈ ਮੈਂ ਮੰਗਦਾ ਵਾਂ, ਮੈਂ ਗੁਰੂ ਘਰ ਚੋਂ ਮਾਇਆ ਲੈਣੀ ਹੈ? ਮੈਨੂੰ ਨਹੀਂ ਮਾਇਆ ਚਾਹੀਦੀ, ਮੈਂ ਤੇ ਕਿਰਤ ਕਰਕੇ ਰੋਟੀ ਖਾਣ ਵਾਲਾ, ਮੇਰਾ ਮਸਲਾ ਹੱਲ ਕਰੋ ਦੁਕਾਨ ਦਾ। ਤੇ ਉਹਨਾਂ ਨਾਲ ਦੁਕਾਨ ਦੀ ਵੀ ਗੱਲ ਕੀਤੀ, ਦੂਜੀ ਵੀ। ਮੈਂ ਕਿਹਾ ਜੀ ਮੇਰਾ ਤਾਂ ਮਸਲਾ ਹੱਲ ਕਰੋ। ਉਹ ਮਸਲਾ ਉੱਥੇ ਅੜਿਆ ਪਿਆ। ਤੇ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਵਾਂ, ਮੇਰੀ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਗੁਰੂ ਘਰ ਦੀਆਂ ਮਰਿਆਦਾਵਾਂ ਨੂੰ, ਪਰੰਪਰਾਵਾਂ ਨੂੰ ਸੰਭਾਲ ਕੇ ਰੱਖੋ। ਜੇ ਤੁਸੀਂ ਉੱਥੇ ਬਾਹਰ ਬੋਰਡ ਲਾ ਸਕਦੇ ਹੋ ਕਿ ਇੱਥੇ ਨਸ਼ਾ ਕਿਸੇ ਤਰੀਕੇ ਦਾ ਲੈ ਕੇ ਆਣਾ ਜਾਂ ਖਾਣਾ ਜਾਂ ਅੰਦਰ ਲੁੱਕ ਕੇ ਹੇਰਾਫੇਰੀ ਕਰਕੇ ਖਾਣਾ, ਇਹ ਬੜਾ ਵੱਡਾ ਬੱਜਰ ਕਰਿਆ ਤਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਦੁਨੀਆ ਭਰ ਦੀਆਂ ਨੂੰ।
ਇੱਕ ਬੇਨਤੀ ਹੋਰ ਹੈ ਜਿਹੜੇ ਪੰਜਾਬ ਦੇ ਵਿੱਚ ਨੇ ਖਾਸ ਕਰਕੇ, ਵੀ ਤੁਹਾਡੇ ਜਿਹੜੇ ਬਾਹਰੋਂ ਕੇਟਰਿੰਗ ਵਾਲੇ ਗੁਰੂ ਘਰਾਂ ਜਾਂਦੇ ਨੇ ਉਹ ਕਈ ਤਰ੍ਹਾਂ ਦਾ ਨਸ਼ਾ ਖਾਂਦੇ ਵੇਖੇ ਗਏ ਨੇ। ਉਹਨਾਂ ਨੂੰ ਪਿਆਰ ਸਤਿਕਾਰ ਨਾਲ ਸਮਝਾਇਆ ਵੀ ਗਿਆ। ਇਹ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਸੰਗਤਾਂ ਨੂੰ ਤਾਂ ਜਿਹੜੇ ਲੰਗਰ ਤਿਆਰ ਕਰਨ ਲਈ ਕੇਟਰਿੰਗ ਕਰਨ ਵਾਲੇ ਵੀਰ ਜਾਂ ਭਰਾ ਜਾਂ ਭੈਣਾਂ ਨੇ, ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਆਉਣ ਤੋਂ ਪਹਿਲਾਂ ਹਦਾਇਤਾਂ ਦਿੱਤੀਆਂ ਜਾਣ ਵੀ ਕਿਸੇ ਕਿਸਮ ਦਾ ਨਸ਼ਾ ਲੈ ਕੇ ਆਣਾ ਜਾਂ ਕਰਕੇ ਆਣਾ ਗੁਨਾਹ ਹੈ ਤੇ ਤੁਸੀਂ ਸਜ਼ਾ ਦੇ ਭਾਗੀ ਬਣੋਗੇ। ਇਹ ਮੇਰੀ ਅਪੀਲ ਹੈ। ਕੋ ਇਹੋ ਜਿਹੀਆਂ ਕੁਝ ਗੱਲਾਂ ਸੁਣਨ ਚ ਵੀ ਆਈਆਂ ਤੇ ਕੁਝ ਵੇਖੀਆਂ ਵੀ ਨੇ। ਸਥਾਨਕ ਲੋਕ ਜਿਨ੍ਹਾਂ ਦੇ ਵਿੱਚ ਤੁਸੀਂ ਰਹਿੰਦੇ ਹੋ, ਉਹ ਤੁਹਾਨੂੰ ਕਿਹੜੀ ਅੱਖ ਨਾਲ ਦੇਖਦੇ ਨੇ? ਹਾਈਜੈਕਰ ਦੀ ਅੱਖ ਨਾਲ ਦੇਖਦੇ ਨੇ ਜਾਂ ਇੱਕ ਲਿਟਰੇਚਰ ਦੀ ਦੁਕਾਨ ਲਗਾਉਣ ਵਾਲੇ ਸਿੱਖ ਬਜ਼ੁਰਗ ਦੀ ਅੱਖ ਨਾਲ ਵੇਖਦੇ ਨੇ? ਦੇਖੋ ਜੀ, ਜਿਹੜਾ ਕੰਮ ਤਾਂ ਕੀਤਾ ਉਹ ਤਾਂ ਹੈਗਾ ਮਾਣ ਹੈ ਉੱਤੇ। ਹਾਈਜੈਕਿੰਗ ਤੇ ਠੋਕ ਕੇ ਕਹਿੰਦਾ ਮਾਣ ਕੀਤਾ, ਕੋਈ ਗੁਨਾਹ ਨਹੀਂ ਕੀਤਾ। ਆਪਣੀ ਕੌਮ ਲਈ ਹੱਕ ਮੰਗੇ ਨੇ, ਕਿਸੇ ਨੂੰ ਉਂਗਲ ਨਾਲ ਟੱਚ ਨਹੀਂ ਕੀਤਾ। ਉਹ ਮੈਨੂੰ ਪਿਆਰ ਵੀ ਕਰਦੇ ਨੇ, ਹਾਈਜੈਕਰ ਬਾਬਾ ਵੀ ਕਹਿ ਲੈਂਦੇ ਆ ਤੇ ਸਤਿਕਾਰ ਵੀ ਕਰਦੇ ਆ। ਤੇ ਜਿਹੜੇ ਇੱਕ ਜਿਹੜੀ ਮੈਂ ਤੇ ਇੱਕ ਨਿਮਾਣਾ ਜਿਹਾ ਸਿੱਖ ਹਾਂ, ਮੇਰੇ ਕੋਲ ਵੀ ਕੋਈ ਗੁਨਾਹ ਹੋ ਸਕਦਾ, ਗਲਤੀ ਹੋ ਸਕਦੀ ਹੈ। ਇਹ ਕੋਈ ਵੱਡੀ ਗੱਲ ਨਹੀਂ। ਕੋਈ ਬੰਦਾ ਫਰਿਸ਼ਤਾ ਤੇ ਹੈ ਨਹੀਂ, ਬੰਦਾ ਦੇ ਮਿੱਟੀ ਦਾ ਪੁਤਲਾ ਹੈ। ਬਾਕੀ ਜਿਹੜੇ ਸੰਗਤ ਮੇਰੇ ਨਾਲ ਪਿਆਰ ਕਰਦੀ ਹੈ, ਮੈਂ ਇੱਥੇ ਵੀ ਇਹ ਮੈਂ ਨਹੀਂ ਕਹਿ ਸਕਦਾ, ਗੁਰੂ ਕਰਵਾਉਂਦਾ ਮੇਰੇ ਕੋਲ ਨਹੀਂ ਹੈਗੇ। ਮੈਂ ਤਾਂ ਆਪਣੀ ਰੋਟੀ ਖਾਣਾ, ਚੜ੍ਹਦੀ ਕਲਾ ਹੀ ਰਹਿਣਾ। ਮੈਂ ਇੱਥੇ ਨਾਲ ਖਾਲਸਾ ਏਡ ਨਾਲ ਜਲੰਧਰ ਦੀਆਂ ਸੁਸਾਇਟੀਆਂ, ਕੁਝ ਗੁਰਦੁਆਰਾ ਹੈਗੀਆਂ ਨੇ, ਮਾਲਟੋਂ ਦੇ ਗੁਰਦੁਆਰੇ ਦੀ ਵੀ ਹੈਗੇ, ਵੀਰ ਕਰਦੇ ਨੇ। ਕੋਈ ਲੋੜਵੰਦ ਬੱਚਾ ਪੜ੍ਹਾਈ ਕਰ ਰਿਹਾ, ਕੋਈ ਬਿਮਾਰ ਹੈ, ਕਿਸੇ ਨੂੰ ਮਾਇਆ ਚਾਹੀਦੀ ਹੈ ਧੀ ਭੈਣ ਦੀ ਵਿਆਹ ਵਾਸਤੇ ਜਾਂ ਹੋਰ ਕਿਸੇ ਕਾਰਜ ਵਾਸਤੇ, ਬਿਮਾਰਾਂ ਵਾਸਤੇ ਜਾਂ ਕੁਝ ਵਾਸਤੇ, ਜਿੱਥੇ ਵੀ ਕੋਈ ਮੈਨੂੰ ਮਿਲਦਾ ਹੈ ਜਾਂ ਟਕਰਦਾ, ਜੇ ਮੇਰੇ ਕੋਲ ਹੈਗੀ ਹੈ ਠੀਕ ਹੈ, ਨਹੀਂ ਤੇ ਕਿਸੇ ਭੈਣ ਭਰਾ ਨੂੰ ਬੇਨਤੀ ਕਰਕੇ ਮੈਂ ਕਹਿ ਦੇਣਾ, ਭਾਈ ਇਹਦੀ ਲੋੜਵੰਦ ਹੈ, ਇਹਦੀ ਇਨਕੁਆਇਰੀ ਕਰਕੇ ਤੁਸੀਂ ਇਹਦੀ ਹੈਲਪ ਕਰੋ ਤੇ ਸੀਸਾ ਲਵੋ ਉਹਦੇ ਕੋਲ। ਤੇ ਇੱਥੇ ਮੈਂ ਵੈਸੇ ਕੋਈ ਪ੍ਰਾਈਵੇਟ ਉੱਦਾਂ ਨਹੀਂ, ਬੈਕੇ ਸ਼ਹੀਦ ਭਾਈ ਫੌਜਾ ਸਿੰਘ ਟਰਸਟ ਨਾਲ ਵੀ ਮੇਰਾ ਲਿੰਕ ਹੈਗਾ। ਮੈਂ ਜਾਣਾ ਵਾ, ਉਹ ਮੈਂ ਆਪਣੇ ਤਿਲ ਫੁੱਲ ਜੋ ਹੋਰ ਜਿਹੜੇ ਪ੍ਰਬੰਧ ਜਿੱਦਾਂ ਟਰਸਟ ਨੇ, ਕਦੀ ਜਾਣਾ ਕੋਈ ਮੇਰੇ ਕੋਲ ਦੂਰ ਹੋਣਗੇ ਨੇ। ਅੰਮ੍ਰਿਤਸਰ 'ਚ ਹੈਗਾ ਭਾਈ ਧਰਮ ਸਿੰਘ ਕਾਸ਼ਤੀਵਾਲ ਟਰਸਟ, ਗੁਰੂ ਆਸਰਾ ਟਰਸਟ ਜਾਂ ਮਾਤਾ ਗੁਜਰੀ ਟਰਸਟ ਕਲਰ ਪੈਣੀ, ਜਾਂ ਹੋਰ ਪਹਿਲਾਂ ਮੈਂ ਉਹਨਾਂ ਦਾ ਕੰਮ ਕਰਦਾ ਰਿਹਾ, ਕੋਈ ਮੈਂ ਫਿਰਦਾ ਉਹ ਤੇ। ਹੁਣ ਮੇਰੀ ਜਿਹੜਾ ਸਰੀਰ ਆ, ਮੇਰੇ ਕੋਲ ਕੋਈ ਗੱਡੀ ਤੇ ਹੈ ਨਹੀਂ ਗੀ ਤੇ ਮੈਨੂੰ ਬੱਸੇ ਹੀ ਚੜ੍ਹਨਾ ਪੈਣਾ ਨਾ, ਤੇ ਮੈਂ ਆਪਣੇ ਹਿਸਾਬ ਨਾਲ ਜੇ ਕਦੀ ਜਾਣਾ, ਜੇ ਕੋਈ ਵੀਰ ਮਿਲ ਗਿਆ ਮੈਂ ਉਹਨਾਂ ਨਾਲ ਹੈਲਪ ਕਰਾ ਦਿੰਦਾ। ਤੇ ਅਖੀਰ ਦੇ ਵਿੱਚ ਇਹ ਗੱਲ ਕਰਨੀ ਚਾਹਾਂਗੇ ਕਿ ਬੜਾ ਤਸ਼ੱਦਦ ਤੁਸੀਂ ਨੇ ਸਹਿਆ, ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਜਾਂ ਆਪਣੇ ਹੱਕਾਂ ਨੂੰ ਦੁਨੀਆ ਦੇ ਸਾਹਮਣੇ ਰੱਖਣ ਦੇ ਲਈ ਜਾਂ ਆਪਣੇ ਉੱਤੇ ਜਾਂ ਆਪਣੀ ਕੌਮ ਉੱਤੇ ਹੋ ਰਹੇ ਧੱਕੇ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਲਈ ਤੁਸੀਂ ਹਾਈਜੈਕਿੰਗ ਕੀਤੀ। ਉਸ ਤੋਂ ਬਾਅਦ ਇੱਕ ਲੰਬਾ ਦੌਰ ਤੁਸੀਂ ਤਸ਼ੱਦਦ ਸਹਿਆ, ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ, ਭਾਰਤ ਦੇ ਵਿੱਚ ਆ ਕੇ ਵੀ ਤੁਹਾਨੂੰ ਜਿਹੜਾ ਤੰਗ ਪਰੇਸ਼ਾਨ ਆ ਉਹ ਕੀਤਾ ਗਿਆ। ਕੈਨੇਡਾ ਦੇ ਵਿੱਚ ਵੀ ਤੁਸੀਂ ਆਪਣਾ ਜੀਵਨ ਉਹ ਸੈਟਲ ਨਹੀਂ ਕਰ ਸਕੇ, ਉੱਥੇ ਤੁਸੀਂ ਇੱਕ ਸੇਵਾਦਾਰ ਦੇ ਰੂਪ ਦੇ ਵਿਚਰਦੇ ਰਹੇ, ਉਸ ਤੋਂ ਬਾਅਦ ਡਿਪੋਰਟ ਕਰ ਦਿੱਤਾ ਗਿਆ। ਪਰਿਵਾਰ ਆ ਜਿਹੜਾ ਉਹ ਨਾਲ ਨਹੀਂ ਰਿਹਾ। ਕਦੇ ਮਨ ਦੇ ਵਿੱਚ ਪਛਤਾਵਾ ਤਾਂ ਨਹੀਂ ਆਇਆ ਕਿ ਸ਼ਾਇਦ ਨਾ ਕਰ ਦਿੰਦਾ, ਇੱਕ ਸੁਖੀ ਜੀਵਨ ਜੀ ਲੈਂਦੇ ਤਾਂ ਅੱਜ ਦੇ ਜੀਵਨ ਤੋਂ ਸੰਤੁਸ਼ਟ ਹੋ ਕਿ ਜੋ ਹੈ ਜਿਵੇਂ ਕਰ ਰਹੇ ਹੋ ਸਭ ਠੀਕ ਹੋ, ਪਰਮਾਤਮਾ ਦੀ ਰਜ਼ਾ ਦੇ ਵਿੱਚ ਹੈ, ਜਾਂ ਸਭ ਤੁਹਾਡੀ ਸੋਚ ਅਨੁਸਾਰ ਚੱਲ ਰਿਹਾ? ਦੇਖੋ ਜੀ, ਗੁਰੂ ਸਾਹਿਬ ਦੇ ਆਸ਼ੇ ਜਿਹੜੇ ਨੇ ਸਿੱਖ ਨੂੰ ਇੱਕ ਚੰਗਾ ਇਨਸਾਨ ਬਣਨ ਵਾਸਤੇ ਦਿੱਤੀਆਂ ਗਈਆਂ ਗੁਰੂ ਸਾਹਿਬ ਦੀਆਂ। ਠੀਕ ਹੈ, ਸਾਡੀ ਕੌਮ ਤੇ ਜ਼ੁਲਮ ਬਾਬੇ ਨਾਨਕ ਤੋਂ ਵੇਲੇ ਤੋਂ ਹੁੰਦਾ ਆ ਰਿਹਾ। ਬਾਬੇ ਗੁਰੂ ਨਾਨਕ ਨੂੰ ਵੀ ਅਗਲੇ ਨੇ ਬਤਾਲਾ ਦੇ ਭੂਤ ਨਾ ਕਿਹਾ, ਤੇ ਬਾਬੇ ਨਾਨਕ ਨੇ ਪ੍ਰਚਾਰ ਕੀਤਾ ਇਨਸਾਨੀਅਤ ਦਾ, ਮਨੁੱਖਤਾ ਦੇ ਹੱਕਾਂ ਵਾਸਤੇ ਆਵਾਜ਼ ਉਠਾਈ ਹੈ। ਚਾਹੇ ਉਹ ਕਾਬਲ ਕਧਾਰ ਤੋਂ ਫੌਜਾਂ ਚੜ੍ਹ ਕੇ ਆਈਆਂ ਨੇ, ਬਾਬੇ ਨਾਨਕ ਨੇ ਕਿਹਾ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਸਾਨੂੰ ਜਿਹੜੀ ਸਿੱਖ ਕੌਮ ਨੂੰ ਸਿੱਖ ਸਿਧਾਂਤਾਂ ਦੇ ਮੁਤਾਬਕ ਆਪਣੇ ਵਾਸਤੇ ਵੀ ਸੰਘਰਸ਼ ਕਰਨਾ ਹੈ ਤੇ ਲੋੜਵੰਦ ਦੀ ਵੀ ਮਦਦ ਕਰਨੀ ਹੈ। ਉੱਥੇ ਜਾਤ ਬਰਾਦਰੀ ਧਰਮ ਦੇਸ਼ ਮੁਲਕ ਨਹੀਂ, ਉੱਥੇ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਹੈ। ਬਾਕੀ ਉਹਦੇ ਹੁਕਮ 'ਚ ਹੈ। ਦੇਖੋ, ਮਰ ਕੇ ਧਾੜ ਕੋਈ ਵਿਛੜ ਜਾਂਦਾ ਤੇ ਮਜ਼ਾ ਤਾਂ ਜ਼ਿੰਦਗੀ ਦਾ ਉਹੀ ਇਹ, ਜੇ ਜੀਂਦੇ ਜੀ ਵਿਛੜ ਕੇ ਵਿਖਾ ਦਿਓ। ਕਿਹਦੇ ਲਈ? ਤੁਹਾਡਾ ਇੱਕ ਮਿਸ਼ਨ ਹੈ, ਤੁਹਾਡਾ ਪਰਿਵਾਰ ਹੈ, ਠੀਕ ਹੈ, ਪਿਆਰ ਹੈ,
ਕੋਈ ਨਫ਼ਰਤ ਨਹੀਂ ਹੈਗੀ ਉਹਦੇ। ਤੁਹਾਡਾ ਮਿਸ਼ਨ ਹਜੇ ਵੀ ਚੱਲ ਰਿਹਾ? ਮਿਸ਼ਨ, ਹਾਂ, ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਾਂ, ਪੀਸਫੁਲੀ ਹੈ। ਬਾਕੀ ਸਾਨੂੰ 40 ਸਾਲ ਹੋ ਰਹੇ ਨੇ ਉਹਦੇ ਹੁਕਮ 'ਚ ਹੈ। ਉਹ ਸਾਹਮਣੇ ਇੱਕ ਤੁਕ ਲੱਗੀ ਆ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ, ਉਹਦੇ ਹੁਕਮ ਦੇ ਅੰਦਰ ਆ। ਬੰਦੇ ਦੇ ਵੱਸ ਕੁਝ ਨਹੀਂ ਹੁੰਦਾ। ਜੇ ਉਹ ਚਾਹਵੇ ਤੇ ਰਾਈ ਦਾ ਪਹਾੜ ਬਣਾ ਕੇ ਬੰਦੇ ਨੂੰ ਟੀਸੀ ਤੇ ਬਿਠਾ ਦੇਵੇ, ਤੇ ਜੇ ਚਾਹਵੇ ਪਹਾੜ ਤੋਂ ਥੱਲੇ ਟੀਸੀ ਤੇ ਸੁੱਟ ਕੇ ਮਾਰ ਦੇਵੇ। ਇਹ ਉਹਦੇ ਹੁਕਮ 'ਚ ਆ। ਅਸੀਂ ਇਹੀ ਕਹਿੰਦੇ ਆ, ਆਪਣੇ ਅੰਤਮ ਸਵਾਸ ਵੀ ਆਪਣੀ ਕੌਮ ਦੇ ਲੇਖੇ ਲੱਗਣ। ਮੈਂ ਸਟਾਰਟਿੰਗ ਦੇ ਵਿੱਚ ਇੱਕ ਤੁਕ ਪੜ੍ਹੀ ਸੀ ਕਿ ਸਾਡੇ ਬੁੱਲਾਂ ਤੇ ਫੁੱਲਾਂ ਜੇ ਹਾਸੇ ਨੇ, ਹਨਾ, ਤਾਂ ਇਹ ਤੁਕ ਭਾਈ ਗਜਿੰਦਰ ਸਿੰਘ ਜੀ ਦੀ ਲਿਖੀ ਹੋਈ ਹੈ। ਤਾਂ ਤੁਹਾਡੇ ਆਗੂ ਵੀ ਰਹੇ ਨੇ ਉਹ, ਸਾਡੇ ਲੀਡਰ ਵੀ। ਕੀ ਉਹਨਾਂ ਦੇ ਨਾਲ ਤੁਹਾਡੇ ਰਾਬਤਾ ਹੈ ਇਸ ਵਕਤ? ਹਾਂ, ਸਾਡੇ ਬੁੱਲਾਂ ਤੇ ਫੁੱਲਾਂ ਜਿਹੇ ਹਾਸੇ ਨੇ, ਸੀਨੇ ਵਿੱਚ ਤੂਫਾਨਾਂ ਦੇ ਪਰਵਾਸੇ ਨੇ। ਤੇ ਇੱਕ ਸ਼ਬਦ ਹੈ ਸਰਦਾਰ ਕਪੂਰ ਸਿੰਘ ਨੇ, ਕਹਿੰਦੇ ਜ਼ਿੰਦਗੀ ਜਿੰਦਾ ਦਿਲ ਦਾ ਨਾਮ ਹੈ, ਮੁਰਦਾ ਦਿਲ ਖਾਕ ਜੀਆ ਕਰਤੇ ਹੈ। ਅਸੀਂ ਮੁਰਦਾ ਦਿਲ ਇਨਸਾਨ ਨਹੀਂ, ਜਿੰਦਾ ਦਿਲ ਆ। ਠੀਕ ਹੈ, ਦੁੱਖ ਸੁੱਖ ਤਾਂ ਆਉਂਦੇ ਜਾਂਦੇ ਨੇ। ਗਜਿੰਦਰ ਸਿੰਘ ਜੀ ਨਾਲ ਕਦੇ ਉਸ ਤੋਂ ਬਾਅਦ ਸੰਪਰਕ ਹੋਇਆ? ਰੋਜ਼ ਜਹਾਂ ਜਹਾਂ ਖਾਲਸਾ ਸਾਹਿਬ ਤਾਂ ਰਚਿਆ ਰਹਿ। ਸਾਰੇ ਵੀਰਾਂ ਨਾਲ ਹੁੰਦੀ ਹੈ ਜਿਹੜੇ ਸੰਘਰਸ਼ ਕਰ ਰਹੇ ਨੇ, ਚਾਹੇ ਕਈ ਗੁਮਨਾਮ ਬੈਠੇ ਹੋਏ ਨੇ, ਚਾਹੇ ਉਹ ਜੇਲ੍ਹਾਂ 'ਚ ਬੈਠੇ ਨੇ। ਉਹ ਤਾਂ ਸਾਰਾ ਪੰਥ ਅਰਦਾਸ ਕਰਦਾ, ਜਹਾਂ ਜਹਾਂ ਖਾਲਸਾ ਸਾਹਿਬ ਤਾਂ ਰਚਿਆ ਰਹਿ। ਉਹ ਦੁਨੀਆ ਭਰ 'ਚ, ਚਾਹੇ ਤੁਸੀਂ, ਤੁਹਾਡੀ ਦੀਵਾਰ ਦੇ ਪਰਲੇ ਪਾਸੇ ਕੌਣ ਬੈਠਾ ਤੁਹਾਨੂੰ ਨਹੀਂ ਪਤਾ, ਲੇਕਿਨ ਤੁਸੀਂ ਤਾਂ ਖਾਲਸੇ ਦਾ ਹੀ ਭਲਾ ਮੰਗਦੇ ਹੋ, ਸਰਬੱਤ ਦਾ ਭਲਾ ਮੰਗ ਰਹੇ ਹੋ। ਇਹ ਸਾਡਾ ਮਿਸ਼ਨ ਹੈ, ਇਹ ਸਾਡਾ ਸਿਧਾਂਤ ਹੈ। ਇਹ ਖਾਲਿਸਤਾਨ ਦੀ ਵਿਚਾਰਧਾਰਾ ਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਾਕੀ ਮੇਰੀ, ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਹੋ, ਤਾਂ ਤੁਸੀਂ ਕੌਮ ਵਾਸਤੇ ਕਾਰਜ ਕੀਤੇ, ਆਪਣੇ ਹੱਕਾਂ ਵਾਸਤੇ ਜਿਹੜੀ ਜੰਗ ਹੈ ਉਹ ਆਰੰਭੀ ਸ਼ਾਂਤਮਈ ਜੰਗ ਹੈ ਜਿਹੜੀ ਤੁਸੀਂ ਉਹ ਲੜੀ ਹੈ। ਪਰ ਅੱਜ ਹਾਲਾਤ ਕੀ ਤੋਂ ਕੀ ਬਣ ਗਏ ਕਿ ਜਿਸ ਕੌਮ ਵਾਸਤੇ ਤੁਸੀਂ ਸੰਘਰਸ਼ ਕਰ ਰਹੇ ਹੋ, ਉਸੇ ਕੌਮ ਦੇ ਧਾਰਮਿਕ ਸਥਾਨ ਦੇ ਵਿੱਚ ਤੁਹਾਨੂੰ ਧਰਮ ਪ੍ਰਚਾਰ ਦੇ ਲਈ ਜਗ੍ਹਾ ਨਹੀਂ ਦਿੱਤੀ ਜਾ ਰਹੀ। ਉਹ ਕੋਈ ਨਹੀਂ, ਇਹ ਗੁਰੂ ਦੇ ਵੱਸ 'ਚ ਆ। ਇਹ ਪਤਾ ਹੈ ਮਿਲੇਗੀ ਜਗ੍ਹਾ, ਪਰ ਟੱਲ ਹੈ। ਕਦੋਂ ਮਿਲੇਗੀ, ਕਿਹੜੇ ਟਾਈਮ ਮਿਲੇਗੀ, ਕੋਈ ਪਤਾ ਨਹੀਂ। ਲੇਕਿਨ ਗੁਰੂ ਤੇ ਪੂਰਨ ਭਰੋਸਾ ਹੈ। ਗੁਰਦੁਆਰਾ ਕਮੇਟੀ ਇਸ ਵੇਲੇ ਮੇਰੇ ਨਾਲ ਜਾਤੀਆਂ ਕਰਕੇ ਠੀਕ ਨਹੀਂ ਕਰ ਰਹੀ, ਲੇਕਿਨ ਮੈਂ ਗੁਰੂ ਤੇ ਭਰੋਸਾ ਰੱਖਦਾ, ਉਹ ਜਗ੍ਹਾ ਮੈਨੂੰ ਮਿਲੇਗੀ। ਕਿਉਂ ਕਿ ਮੈਂ ਚਾਹੁੰਦਾ ਕਿ ਮੇਰੀ ਇੱਕ ਦੁਕਾਨ ਇੱਕ ਪਾਸੇ ਲੱਗੀ ਰਹੇ, ਮੈਨੂੰ 6 ਕੁਇੰਟਲ ਵਜਨ ਰੋਜ਼ ਦਾ ਰੇਹੜੀ ਤੇ ਚੱਕ ਕੇ 4 ਗੇੜੇ ਨਾ ਮਾਰਨੇ ਪੈਣ, ਤੇ ਜਿਹੜਾ ਟਾਈਮ ਮੈਂ ਆਣ ਜਾਣ ਤੇ ਅੰਦਰੋਂ ਸਮਾਨ ਕੱਢਣ ਤੇ ਲਾਨਾ ਵਾਂ, ਉਹ 2 ਘੰਟੇ ਮੈਂ ਆਪਣੇ ਲੇਖੇ ਲਵਾਂ ਲੋਕਾਂ ਨੂੰ। ਕੋਈ ਮੈਨੂੰ, ਮੈਂ ਆਪਣਾ ਕਾਰਡ ਦੇ ਦੇਣਾ ਲੋਕਾਂ ਨੂੰ, ਮੈਂ ਫੋਨ ਕਿਸੇ ਨੂੰ ਕਹਿ ਦੇਣਾ, ਭਾਈ ਤੈਨੂੰ ਐਮਰਜੈਂਸੀ ਹੋਵੇ, ਕੋ ਮੈਂ ਛੇਤੀ ਚਲੇ ਜਾਣਾ। 10 ਤੋਂ 6 ਮੈਂ ਕੰਮ ਕਰਦਾ, ਤੇ ਜੇ ਮੈਂ ਸਵੇਰੇ 8 ਵਜੇ ਆ ਜਾਵਾਂਗਾ ਤਿਆਰ ਹੋ ਕੇ, ਮੈਨੂੰ ਪਤਾ ਮੈਨੂੰ 2 ਘੰਟੇ ਜਿਹੜਾ ਮੈਂ 10 ਵਜੇ ਲਾਣਾ, ਮੈਂ 8 ਸਾਢੇ 8 ਵਜੇ ਜਾਣਾ, ਤੇ ਮੇਰਾ ਸਮਾਨ ਚੁੱਕਣਾ ਪੈਂਦਾ ਤੇ ਰੱਖਣਾ ਪੈਂਦਾ, ਜੋੜਨਾ ਪੈਂਦਾ। ਮੀਂਹ ਆਵੇ, ਹਨੇਰੀ ਆਵੇ, ਠੰਡ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਮੈਂ ਫੁੱਟਪਾਥ ਤੇ ਬਹਿ ਕੇ ਗੁਜ਼ਾਰਾ ਕਰਦਾ। ਇਹ ਇਕੱਲਾ ਫੁੱਟਪਾਥ ਨਹੀਂ, ਇੰਟਰਨੈਸ਼ਨਲ ਫੁੱਟਪਾਥ ਆ, ਮੈਨੂੰ ਮਾਣ ਹੈ। ਲੇਕਿਨ ਹੁਣ ਮੈਂ ਆਪਣੇ ਸਰੀਰ ਦੇ ਹਿਸਾਬ ਨਾਲ ਕਹਿੰਦਾ ਕਿ ਗੁਰੂ ਘਰ ਵਾਲਿਆਂ ਨੂੰ, ਮੈਨੂੰ ਬਾਹਰੋਂ ਦੂਸਰੇ ਗੁਰਦੁਆਰੇ ਦੀ ਆਫਰ ਆਈ, ਮੈਂ ਕਿਹਾ ਨਹੀਂ, ਮੈਂ ਇੱਥੇ ਬੈਠਾ, ਇੱਥੇ ਰਹੂੰਗਾ। ਕਿਸੇ ਹੋਰ ਗੁਰਦੁਆਰਾ ਸਾਹਿਬ ਤੋਂ ਆਫਰ ਆਈ, ਭਾਈ ਤੂੰ ਇੱਥੇ ਆ ਕੇ ਬਹਿ ਜਾ, ਮੈਂ ਕਿਹਾ ਨਹੀਂ, ਇੱਕ ਗੁਰੂ ਦਾ ਪਿਆਰਾ ਬੈਠਾ ਹੋਇਆ, ਉਹ ਵੀ ਮੇਰੇ ਵਰਗਾ ਇਨਸਾਨ ਹੈ, ਮੈਂ ਉਹਦੇ ਢਿੱਡ ਤੇ ਲੱਤ ਮਾਰ ਕੇ ਨਹੀਂ ਆਣੀ ਚਾਹੁੰਦਾ। ਮੇਰਾ ਵੀਰ ਆ, ਉਹ ਵੀ ਕਕਾਰਾਂ ਦਾ ਕੰਮ ਕਰ ਰਿਹਾ, ਹਾਂ, ਮੇਰੀ ਜ਼ਮੀਨ ਨਹੀਂ ਅਲਾਉਡ ਕਰਦੀ, ਫਿਰ ਮੈਂ ਇੰਨੇ ਚਿਰ ਜੇਲ੍ਹਾਂ 'ਚ ਕਾਹਦੇ ਕੱਟ ਲਏ। ਮੈਨੂੰ ਮਾਣ ਹੈ, ਮੇਰੇ ਪਰਿਵਾਰ ਤੇ ਵੀ ਤਸ਼ੱਦਦ ਹੋਇਆ, ਮੇਰੇ ਵੱਡੇ ਬ੍ਰਦਰ ਤੇ ਵੀ ਆ, ਹੁਣ ਤਾਂ ਡੈਥ ਹੋ ਗਈ ਉਹਨਾਂ ਦੀ। ਮੇਰੇ ਵੱਡੇ ਦੋਸਤੋ ਦੂਜੇ ਬ੍ਰਦਰ ਦੀ ਦੁਕਾਨ ਨੂੰ ਅੱਗ ਵੀ ਲੱਗੀ ਹੈ 84 ਵੇਲੇ। ਹਾਈਜੈਕਿੰਗ ਤੋਂ ਬਾਅਦ ਮੇਰੇ ਵੱਡੇ ਬ੍ਰਦਰ ਨੂੰ ਤਸ਼ੱਦਦ ਕੀਤਾ ਗਿਆ, ਉਹਦੀਆਂ ਲੱਤਾਂ ਤੋੜੀਆਂ, ਬਾਅਦ 'ਚ ਗੋਡੇ ਦਾ ਆਪਰੇਸ਼ਨ ਹੋਇਆ ਉਹਦਾ, ਉਹ ਬਾਅਦ 'ਚ ਹੁਣ ਚੰਗਾ ਚੜ੍ਹਾਈ ਕਰ ਚੁੱਕੇ ਨੇ। ਮੇਰੇ ਘਰ ਤੇ ਪਾਬੰਦੀਆਂ ਵੀ ਲੱਗੀਆਂ ਨੇ, ਮੈਨੂੰ ਕੋਈ ਫਿਕਰ ਨਹੀਂ, ਇਹ ਸਭ ਉਹਦੇ ਹੁਕਮ 'ਚ ਹੈ। ਹੁਕਮ ਅੰਦਰ ਰਹਿ ਕੇ ਮੈਂ ਗੱਲ ਕਰ ਰਿਹਾ। ਸੋ ਜਿਸ ਮਿਸ਼ਨ ਨੂੰ ਲੈ ਕੇ ਤੁਸੀਂ ਤੁਰੇ, ਹਾਂ, ਜਿਸ ਮਿਸ਼ਨ ਨੂੰ ਲੈ ਕੇ ਤੁਸੀਂ ਇਹ ਸਭ ਕੀਤਾ, ਕੀ ਉਹ ਮਿਸ਼ਨ ਦੀ ਪ੍ਰਾਪਤੀ ਹੋਈ ਜਾਂ ਭਵਿੱਖ ਦੇ ਵਿੱਚ ਹੋਊਗੀ? ਕੀ ਲੱਗਦਾ ਤੁਹਾਨੂੰ ਕਿ ਉਹ ਸੰਘਰਸ਼ ਕਿੰਨਾ, ਇਹ ਕੌਮ ਹੈ ਜੇ ਨੌਜਵਾਨ ਪੀੜ੍ਹੀ, ਅਗਲੀ ਜਿਹੜੀ ਜਨਰੇਸ਼ਨ ਹੈ, ਉਹ ਕਿੰਨੇ ਕੁ ਚਿਰ ਤੱਕ ਇਸ ਸੰਘਰਸ਼ ਨੂੰ ਹੋਰ ਲੜੂ? ਦੇਖੋ ਵੀਰਾ ਜੀ, ਮੁਗਲਾਂ ਦੇ ਖਿਲਾਫ ਸਿੰਘਾਂ ਨੇ ਜੰਗ ਲੜੀ, ਸੈਂਕੜੇ ਸਾਲ ਲੱਗੇ, ਰਾਜ ਲਿਆ, ਅੰਗਰੇਜ਼ਾਂ ਨੇ ਗਦਾਰੀ ਕੀਤੀ। ਜਿਸ ਕੌਮ ਨੇ ਗਦਾਰੀ ਕੀਤੀ, ਬਿਲਕੁਲ ਬ੍ਰਿਟਿਸ਼ ਨੇ,
ਧੋਖਾ ਕੀਤਾ ਤੁਹਾਡੇ ਨਾਲ, ਮਕਾਰੀ ਕੀਤੀ, ਤੁਹਾਡਾ ਰਾਜ, ਤੁਸੀਂ ਗੁਲਾਮ ਹੋ ਗਏ। ਗੁਲਾਮੀ ਤੋਂ ਗੋਰੇ ਦੀ ਗੁਲਾਮੀ ਲੱਥੀ, ਹੁਣ ਕਾਲੇ ਦੀ ਗੁਲਾਮੀ ਥੱਲੇ ਆ ਗਏ। 47 ਵੇਲੇ 3 ਨੇਸ਼ਨ ਥਿਊਰੀ ਸੀ, ਸਾਡੇ ਲੀਡਰ ਨਹੀਂ ਸਮਝ ਸਕੇ, ਜਾਂ ਪਚਾਲਿਆ ਜਾਂ ਕਿਤੇ ਕੀ ਕੀਤਾ, ਇਹੋ ਹੀ ਜਾਣਦੇ ਨੇ। ਲੇਕਿਨ ਉਹਦਾ ਖਮਿਆਜਾ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪਿਆ। ਅਸੀਂ ਸੰਘਰਸ਼ ਕੀਤਾ, ਸੰਘਰਸ਼ ਕਰ ਰਹੇ ਹਾਂ। ਆਉਣ ਵਾਲੀ ਕੌਮ ਨੂੰ, ਪੀੜ੍ਹੀ ਨੂੰ ਚਾਹੀਦਾ ਉਹ ਪੜ੍ਹੇ, ਵਿਚਾਰ ਕਰੇ ਕੀ ਹੋ ਰਿਹਾ। ਠੀਕ ਹੈ, ਇਹਦੇ 'ਚ ਭਾਵਨਾ ਆਏਗੀ, ਪਰ ਗੁਰੂ ਦੀ ਚੜ੍ਹਦੀ ਕਲਾ ਨਾਲ ਖਾਲਸਾ ਰਾਜ ਕਰੇਗਾ। ਖਾਲਸੇ ਨੇ ਰਾਜ ਕੀਤਾ ਤੇ ਕਰਨਾ ਹੈ। ਤੇ ਇਹ ਕੌਮਾਂ ਦੀ ਆਜ਼ਾਦੀ ਆਉਣ ਵਿੱਚ, ਜਿੱਦਾਂ ਬੰਗਲਾਦੇਸ਼ ਤਾਂ ਬਣ ਗਿਆ ਕਿੰਨੇ ਚਿਰ 'ਚ, ਦਿਨਾਂ 'ਚ, ਪਰ ਕੋਈ ਪਤਾ ਨਹੀਂ ਹੁੰਦਾ ਕਿਸ ਵਕਤ ਹਾਲਾਤ ਕਰਵਟ ਕੀ ਬਦਲਣ। ਬਾਬਾ ਜੀ ਤੁਸੀਂ ਬੜਾ ਕੀਮਤੀ ਸਮਾਂ ਆਪਣਾ ਸਾਨੂੰ ਦਿੱਤਾ ਹੈ, ਤਾਂ ਉਹਦੇ ਲਈ ਅਸੀਂ ਬੜਾ ਧੰਨਵਾਦ ਕਰਦੇ ਹਾਂ। ਅਖੀਰ ਦੇ ਵਿੱਚ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਮੇਰੇ ਕੋਲੋਂ ਕੋਈ ਵੱਧ ਘੱਟ ਲਫ਼ਜ਼ ਕੇ ਹੁਣ, ਮੈਂ ਉਸ ਗੱਲ ਦੀ ਮਾਫੀ ਚਾਹੁੰਦਾ। ਤੇ ਮੈਂ ਸੰਗਤਾਂ ਨੂੰ ਫਿਰ ਬਾਰ-ਬਾਰ ਅਪੀਲ ਕਰਦਾ ਕਿ ਜਿਹੜਾ ਮੇਰਾ ਮਸਲਾ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿੱਚ ਇਸ ਵਕਤ ਅੜਿਆ ਪਿਆ, ਉਸ ਨੂੰ ਪਿਆਰ ਤੇ ਸਤਿਕਾਰ ਨਾਲ ਗੁਰਦੁਆਰਾ ਕਮੇਟੀ ਨੂੰ ਦੱਸੋ। ਅਗਰ ਫੋਨ ਨੰਬਰ ਚਾਹੀਦਾ ਮੈਂ ਨੰਬਰ ਦੇ ਦੇਣਾ ਪ੍ਰਧਾਨ ਦੀ, 96 94 172, ਨਹੀਂ ਸੌਰੀ ਮੈਂ ਇੱਕ ਮਿੰਟ, ਸਰਦਾਰ ਅਜੀਤ ਸਿੰਘ ਸੇਠੀ ਜੀ ਉਹਨਾਂ ਦਾ ਨਾਮ ਹੈ ਪ੍ਰਧਾਨ ਜੀ ਦਾ, 94 172 96 607 ਉਹਨਾਂ ਦਾ ਨੰਬਰ ਹੈ ਜੀ। ਤੁਸੀਂ ਗੱਲਬਾਤ ਕਰਕੇ ਜਾਂ ਕਮੇਟੀ ਨੂੰ ਲੈਟਰ ਲਿਖ ਕੇ, ਜਾਂ ਫੇਸਬੁੱਕ ਤੇ, ਮੈਨੂੰ ਐਡਰੈਸ ਨਹੀਂ ਪਤਾ ਉਹਨਾਂ ਦਾ, ਤੇ ਉਹ ਗੱਲ ਕਰ ਸਕਦੇ ਹੋ। ਮੈਂ ਇਹ ਰਿਕੁਐਸਟ ਕਰਾਂਗਾ। ਬਾਕੀ ਮੈਨੂੰ ਸਿਰਫ ਕਿਸੇ ਮਾਇਆ ਤੇਲੀ ਦੀ ਲੋੜ ਨਹੀਂ, ਕੌਮ ਦੀ ਮਾਰਲ ਸਪੋਰਟ ਚਾਹੀਦੀ ਹੈ। ਹਾਂ, ਇੱਕ ਬੇਨਤੀ ਹੋਰ ਕਰਦੇ ਹਾਂ, ਸਾਡੀ ਹਾਈ ਜੈਕਿੰਗ ਨੂੰ 40 ਸਾਲ ਹੋ ਜਾਣੇ ਨੇ 29 ਸਤੰਬਰ ਨੂੰ। ਮੈਂ ਦਲ ਖਾਲਸਾ ਜਥੇਬੰਦੀ ਨੂੰ ਬੇਨਤੀ ਕੀਤੀ ਹੋਈ ਹੈ ਕਿ 40ਵਾਂ ਦਿਨ ਮਨਾਇਆ ਜਾਣਾ ਚਾਹੀਦਾ। ਭਾਈ ਗਜਿੰਦਰ ਸਿੰਘ ਦੀ ਜਲਾਵਤਨੀ ਦੇ 40 ਸਾਲ ਬਾਅਦ ਇੱਕ ਸੈਮੀਨਾਰ ਹੋਣਾ ਹੈ। ਕਦੋਂ ਤੇ ਕਿਹੜੀ ਡੇਟ ਨੂੰ ਹੋਣਾ ਹੈ ਤੇ ਕਿੱਥੇ ਹੋਣਾ ਹੈ, ਇਹ ਜਥੇਬੰਦੀ ਦੇ ਜਿਹੜੇ ਲੀਡਰ ਸਾਹਿਬਾਨ ਨੇ, ਹੁਣ ਜਿਹੜੇ ਸੇਵਾ ਕਰ ਰਹੇ ਨੇ ਅੱਗੇ ਫਰੰਟ ਤੇ ਹੋ ਕੇ, ਇਹ ਉਹੀ ਦੱਸ ਸਕਦੇ ਨੇ। ਤੇ ਸੰਗਤਾਂ ਨੂੰ, ਜਿਹੜੀ ਪੰਜਾਬ ਸੰਗਤਾਂ ਰਹਿੰਦੀਆਂ ਜਾਂ ਜ਼ਰੂਰ ਹੈ, ਮੈਂ ਕਹਾਂਗਾ ਜ਼ਰੂਰ ਕਿ ਉਹਨਾਂ ਨੂੰ ਭਈ ਉੱਥੇ ਜ਼ਰੂਰ ਸ਼ਾਮਲ ਹੋਣ। ਛੇਤੀ ਹੀ ਉਹ ਐਲਾਨ ਕਰਨਗੇ ਕਿਹੜੇ ਸ਼ਹਿਰ 'ਚ ਹੋ ਰਹੀ ਆ ਭਾਈ ਗਜਿੰਦਰ ਸਿੰਘ ਜੀ ਦੀ ਜਲਾਵਤਨੀ ਦੇ 40 ਸਾਲ। ਹਾਂ, ਇਹ ਅਪੀਲ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਕੀਤੀ ਹੈ ਬਾਬਾ ਤੇਜਿੰਦਰਪਾਲ ਸਿੰਘ ਜੀ ਦੇ ਨਾਲ, ਜਿਨ੍ਹਾਂ ਨੂੰ ਹਾਈਜੈਕਰ ਬਾਬਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਾਂ ਉਹਨਾਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਬਿਆਨ ਕੀਤੀਆਂ ਨੇ ਕਿ ਕਿਵੇਂ ਦਲ ਖਾਲਸਾ ਦੇ ਨਾਲ ਜੁੜਦੇ ਨੇ। ਪਰਿਵਾਰ ਦਾ ਪਿਛੋਕੜ ਹੈ ਜਿਹੜਾ ਉਹ ਧਰਮ ਵਾਲਾ ਹੈ, ਸਿੱਖੀ ਫਲਸਫੇ ਵਾਲਾ ਹੈ, ਅਤੇ ਕਿਵੇਂ ਦਲ ਖਾਲਸਾ ਤੋਂ ਜੁੜਨ ਤੋਂ ਬਾਅਦ ਜਦੋਂ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਹੈ ਅਤੇ ਪੂਰੀ ਦੁਨੀਆ ਨੂੰ ਸਿੱਖਾਂ ਦੇ ਮਸਲਿਆਂ ਤੋਂ ਜਾਣੂ ਕਰਵਾਉਣ ਦੇ ਲਈ, ਪੂਰੀ ਦੁਨੀਆ ਦੇ ਅੱਗੇ ਸਿੱਖ ਮਸਲਿਆਂ ਨੂੰ ਰੱਖਣ ਦੇ ਲਈ ਸ਼ਾਂਤੀਪੂਰਵਕ ਢੰਗ ਦੇ ਨਾਲ ਅਮਰੂਦਾਂ ਅਤੇ ਸੇਬਾਂ ਦੀ ਵਰਤੋਂ ਕਰਕੇ ਕਿਵੇਂ ਉਹਨਾਂ ਨੇ ਇੱਕ ਜਹਾਜ਼ਾਂ ਨੂੰ ਅਗਵਾ ਕਰਕੇ ਪਾਕਿਸਤਾਨ ਲੈ ਕੇ ਗਏ। ਉਹ ਕੁਝ ਵੀਡੀਓ ਹੁਣ ਵੀ ਸਾਹਮਣੇ ਅਕਸਰ ਆ ਜਾਂਦੀਆਂ ਨੇ ਕਿ ਉਹ ਲੋਕ ਜਿਹੜੇ ਉਸ ਵਕਤ ਜਹਾਜ਼ਾਂ 'ਚ ਉਤਰਦੇ ਨੇ ਤੇ ਇੰਟਰਵਿਊ ਦਿੰਦੇ ਨੇ ਤੇ ਕਹਿੰਦੇ ਨੇ ਕਿ ਸਾਡੇ ਨਾਲ ਬਹੁਤ ਚੰਗਾ ਵਿਵਹਾਰ ਹੈ ਜਿਹੜਾ ਇਹਨਾਂ ਲੋਕਾਂ ਨੇ ਕੀਤਾ ਹੈ, ਇਹ ਹਾਈਜੈਕਰ ਨਹੀਂ ਹੋ ਸਕਦੇ ਜਾਂ ਇਹ ਟੈਰਰਿਸਟ ਨਹੀਂ ਹੋ ਸਕਦੇ। ਪਰ ਅੰਤਰਰਾਸ਼ਟਰੀ ਕਾਨੂੰਨ ਅੱਜ ਵੀ ਇਹਨਾਂ ਨੂੰ ਟੈਰਰਿਸਟ ਜਾਂ ਅੱਤਵਾਦੀ ਆਖਦਾ ਹੈ। ਕੈਨੇਡਾ ਦੀ ਧਰਤੀ ਦੇ ਵਿੱਚ ਗਏ, ਉੱਥੇ ਲੰਬਾ ਸਮਾਂ ਬਤੀਤ ਕੀਤਾ, ਸੇਵਾ ਕੀਤੀ। ਜਿਹੜੀਆਂ ਚਿੱਠੀਆਂ ਤੁਹਾਡੇ ਸਾਹਮਣੇ ਅਸੀਂ ਰੱਖੀਆਂ ਉਹ ਇਸ ਗੱਲ ਦਾ ਇਜ਼ਹਾਰ ਬੜਾ ਖੁੱਲ੍ਹ ਕੇ ਕਰਦੀਆਂ ਨੇ ਕਿ ਬੜੀ ਲੰਬੀ ਇਹਨਾਂ ਨੇ ਸੇਵਾ ਕੈਨੇਡਾ ਦੀ ਧਰਤੀ ਦੇ ਉੱਤੇ ਕੈਨੇਡੀਅਨ ਲੋਕਾਂ ਦੀ ਹੈ ਜਿਹੜੀ, ਜਾਂ ਹੋਰ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਦੀ ਕੀਤੀ ਆ। ਪਰ ਉੱਥੋਂ ਦੀ ਸਰਕਾਰ ਨੇ ਫਿਰ ਡਿਪੋਰਟ ਕਰ ਦਿੱਤਾ ਭਾਰਤ ਨੂੰ। ਭਾਰਤ ਆ ਕੇ ਵੀ ਦੁੱਖਾਂ ਤਕਲੀਫਾਂ ਚੱਲ ਰਹੇ ਨੇ। ਪਰ ਇੱਕ ਵੱਡੀ ਗੱਲ ਕਿ ਜਿਨ੍ਹਾਂ ਲੋਕਾਂ ਦੇ ਲਈ ਐਡੀ ਵੱਡੀ ਕੁਰਬਾਨੀ ਕੀਤੀ, ਜਿਨ੍ਹਾਂ ਲੋਕਾਂ ਦੇ ਲਈ ਜਲਾਵਤਨ ਰਹੇ, ਜਿਨ੍ਹਾਂ ਲੋਕਾਂ ਦੇ ਲਈ ਪਾਕਿਸਤਾਨ ਦੀਆਂ ਜੇਲ੍ਹਾਂ ਕੱਟੀਆਂ, ਜਿਨ੍ਹਾਂ ਲੋਕਾਂ ਦੇ ਲਈ ਭਾਰਤ ਦੇ ਵਿੱਚ ਆ ਕੇ ਤੰਗੀਆਂ ਜਿਹੜੀਆਂ ਕੱਟੀਆਂ ਨੇ, ਉਹ ਲੋਕ ਅੱਜ ਧਰਮ ਪ੍ਰਚਾਰ ਦੇ ਲਈ ਇੱਕ ਗੁਰੂ ਘਰ ਦੇ ਵਿੱਚ ਇੱਕ ਕਮਰਾ ਦੇਣ ਤੋਂ ਵੀ ਗੁਰੇਜ਼ ਕਰ ਰਹੇ ਨੇ। ਕੀ ਅਸੀਂ ਇਖਲਾਕੀ ਤੌਰ ਤੇ ਇੰਨੇ ਕਮਜ਼ੋਰ ਹੋ ਚੁੱਕੇ ਹਾਂ? ਕੀ ਅਸੀਂ ਇਖਲਾਕੀ ਤੌਰ ਤੇ ਇੰਨੇ ਗਿਰ ਚੁੱਕੇ ਹਾਂ ਕਿ ਅਸੀਂ ਆਪਣੇ ਕੌਮੀ ਨਾਇਕਾਂ ਦੇ ਨਾਲ ਅਜਿਹਾ ਵਿਵਹਾਰ ਕਰਾਂਗੇ? ਇਹ ਸਵਾਲ ਤੁਹਾਡੇ ਸਾਰਿਆਂ ਦੇ ਅੱਗੇ ਹੈ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਅਸੀਂ ਸੱਚੀ ਮੁੱਚੀ ਇਖਲਾਕੀ ਤੌਰ ਤੇ ਨੇ ਗਿਰ ਚੁੱਕੇ ਹਾਂ, ਕਿ ਜਾਂ ਸਾਡੇ ਵਿੱਚ ਇਹ ਤੇਰੀ ਤਰੁੱਟੀਆਂ ਨੇ, ਅਸੀਂ ਇਹਨਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਬਣੇ ਰਹੋ KTV ਚੈਨਲ ਦੇ ਨਾਲ, ਤੁਹਾਡੇ ਹੱਕ ਸੱਚ ਦੀ ਆਵਾਜ਼ KTV ਚੈਨਲ UK। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।